ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਮੈਂ ਹਰਵਿੰਦਰ ਸਿੰਘ ਰੰਧਾਵਾ ਤੇ ਮੇਰੇ ਨਾਲ ਮੌਜੂਦ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਚੰਦਨਵੀਰ ਸਿੰਘ ਘੁੰਮਣ। ਸਾਡੇ ਦੋਵਾਂ ਵੱਲੋਂ ਆਪਣੇ ਪਿਆਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਅਸੀਂ ਨਿਕਲੇ ਹਾਂ ਸਕਾਰਬਰੋ ਟੋਰਾਂਟੋ ਏਰੀਆ ਦੇ ਵਿੱਚ ਇੱਕ ਕਿਸੇ ਸਪੈਸ਼ਲ ਜਗ੍ਹਾ ਦੀ ਭਾਲ ਦੇ ਵਿੱਚ, ਜਿੱਥੇ ਮੀਨਸ ਕਿ ਅਸੀਂ ਕੋਈ ਵਧੀਆ ਸੀਨਰੀ ਜਾਂ ਕੋਈ ਵਧੀਆ ਸੀਨ ਇੰਜੋਏ ਕਰ ਸਕੀਏ ਆਪਣੇ ਫੈਮਿਲੀ ਮੈਂਬਰਸ ਦੇ ਨਾਲ, ਆਪਣੇ ਫਰੈਂਡਸ ਦੇ ਨਾਲ, ਆਪਣੇ ਲਵਡ ਵਨਸ ਦੇ ਨਾਲ ਜਾ ਕੇ ਅਸੀਂ ਥੋੜਾ ਕੁਆਲਿਟੀ ਟਾਈਮ ਸਪੈਂਡ ਕਰ ਸਕੀਏ। ਸੋ ਆਓ ਗੱਲ ਕਰਦੇ ਹਾਂ ਆਪਣੇ ਚੰਦਨਵੀਰ ਸਿੰਘ ਜੀ ਨਾਲ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਅਸੀਂ ਕਿਸ ਖੋਜ ਦੇ ਵਿੱਚ ਨਿਕਲੇ ਹੋਏ ਹਾਂ? ਸੋ ਹਾਂਜੀ ਰੰਧਾਵਾ ਸਾਹਿਬ, ਸੋ ਅੱਜ ਦੀ ਜਿਹੜੀ ਸਾਡੀ ਇਹ ਖੋਜ ਹੈਗੀ ਆ ਬੇਸਿਕਲੀ ਇਸ ਠੰਡੇ ਵੈਦਰ ਨੂੰ ਦੇਖਦਿਆਂ ਹੋਇਆ ਆ ਕਿ ਇੰਨੀ ਠੰਡ ਵਿੱਚ ਜੇਕਰ ਤੁਹਾਡੇ ਕੋਲ ਆਪਣੀ ਕਾਰ ਆ ਔਰ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਔਰ ਕਿਤੇ ਆਪਣਾ ਸਮਾਂ ਹਨਾ ਬਤੀਤ ਕਰਨਾ ਚਾਹੁੰਦੇ ਹੋ, ਬੜੀ ਮੁਸ਼ਕਿਲ ਹੋ ਜਾਂਦੀ ਹੈ ਇੰਨੀ ਠੰਡ ਵਿੱਚ ਤੁਸੀਂ ਬਾਹਰ ਨਿਕਲ ਨਹੀਂ ਸਕਦੇ। ਸੋ ਅਸੀਂ ਐਕਚੁਅਲੀ ਗੂਗਲ ਕਰਦੇ ਪਏ ਸੀ ਕਿ ਅਸੀਂ ਆਪਣੀ ਕਾਰ ਕਿੱਥੇ ਪਾਰਕ ਕਰ ਸਕਦੇ ਹਾਂ ਔਰ ਸਾਨੂੰ ਜੇਕਰ ਲੇਕ ਓਨਟਾਰੀਓ ਦਾ ਬੜਾ ਵਧੀਆ ਹੀ ਕੋਈ ਦ੍ਰਿਸ਼ ਹੈ ਨਾ ਜੇਕਰ ਸਾਨੂੰ ਲੱਭ ਸਕਦਾ ਆ। ਸੋ ਸਭ ਤੋਂ ਪਹਿਲੀ ਲਿਸਟ ਵਿੱਚ ਸਾਡੇ ਹੈਗਾ ਆ ਬਲਫਰਡਸ ਪਾਰਕ। ਉੱਥੇ ਲੋਕ ਅਕਸਰ ਜਾਂਦੇ ਨੇ। ਸੋ ਅੱਜ ਅਸੀਂ ਉੱਥੇ ਜਾ ਕੇ ਦੇਖਾਂਗੇ ਕਿ ਜੰਮੀ ਹੋਈ ਉਹ ਲੇਕ ਓਨਟਾਰੀਓ ਬੜੀ ਖੂਬਸੂਰਤ ਲੱਗ ਰਹੀ ਹੋਏਗੀ। ਸੋ ਲੈਟਸ ਸੀ ਯਾ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਟਾਈਮ ਬਾਹਰ ਦਾ ਟੈਂਪਰੇਚਰ ਕੁਝ -10 ਡਿਗਰੀ ਦੇ ਲਾਗੇ ਹੈ, ਜੋ ਕਿ ਫੀਲਸ ਲਾਈਕ -15 ਤੋਂ -17 ਡਿਗਰੀ ਦੇ ਲਾਗੇ ਹੋ ਰਿਹਾ ਹੈ। ਤੇ ਦਰਸ਼ਕ ਆਰਾਮ ਦੇ ਨਾਲ ਕਲੀਅਰਲੀ ਦੇਖ ਸਕਦੇ ਨੇ ਕਿ ਕਿਸ ਤਰ੍ਹਾਂ ਸਨੋ ਕਾਫੀ ਭਾਰੀ ਮਾਤਰਾ ਦੇ ਵਿੱਚ ਪਈ ਹੋਈ ਹੈ, ਬਲਕਿ ਸੜਕਾਂ ਵੈਸੇ ਸਾਫ਼ ਕਰ ਦਿੱਤੀਆਂ ਗਈਆਂ ਨੇ ਸਾਡੀਆਂ ਅਥਾਰਟੀਜ਼ ਵੱਲੋਂ। ਸੋ ਆਪਾਂ ਇਸ ਟਾਈਮ ਚੰਦਨਵੀਰ ਸਿੰਘ ਜੀ ਕਿੱਧਰ ਨੂੰ ਹੈਡ ਕਰ ਰਹੇ ਹਾਂ? ਇਸ ਵੇਲੇ ਆਪਾਂ ਗਾਇਜ਼ ਐਲਜ਼ਮੀਅਰ ਰੋਡ ਦੇ ਉੱਪਰ ਹੈਗੇ ਆ ਔਰ ਅਸੀਂ ਈਸਟ ਜਾਂਦੇ ਪਏ ਆ ਔਰ ਹੁਣ ਅਸੀਂ ਸਾਊਥ ਜਾਵਾਂਗੇ ਮਾਰਨਿੰਗ ਸਾਈਡ ਤੋਂ। ਸੋ ਇਹਦੇ ਸਾਹਮਣੇ ਬਿਲਕੁਲ ਸਾਡੇ ਫਰੰਟ ਤੇ ਆਏਗਾ ਲੇਕ ਓਨਟਾਰੀਓ ਦਾ ਬੜਾ ਹੀ ਖੂਬਸੂਰਤ ਇੱਕ ਸੀਨ। ਔਰ ਫਿਰ ਅਸੀਂ ਦੇਖਦੇ ਹਾਂ ਜੇਕਰ ਸਾਨੂੰ ਉੱਥੇ ਪਾਰ ਕਰਕੇ ਕਾਰ ਔਰ ਬੜਾ ਵਧੀਆ ਖੂਬਸੂਰਤ ਜੇ ਕੋਈ ਸਪੌਟ ਲੱਭਦਾ ਆ ਔਰ ਅਸੀਂ ਉਹਦੀ ਐਗਜ਼ੈਕਟ ਲੋਕੇਸ਼ਨ ਜਿਹੜੀ ਇਸ ਵੀਡੀਓ ਦੇ ਲਿੰਕ ਵਿੱਚ ਅਸੀਂ ਮਤਲਬ ਸ਼ੇਅਰ ਕਰਾਂਗੇ ਡਿਸਕ੍ਰਿਪਸ਼ਨ ਦੇ ਵਿੱਚ। ਬਿਲਕੁਲ ਚੰਦਨਵੀਰ ਸਿੰਘ ਜੀ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਅਸੀਂ ਇਸ ਟਾਈਮ ਪਹੁੰਚੇ ਹੋਏ ਹਾਂ ਮਾਰਨਿੰਗ ਸਾਈਡ ਕੈਂਪਸ ਸੈਂਟੀਨੀਅਲ ਕਾਲਜ, ਜੋ ਕਿ ਕੈਨੇਡਾ ਦਾ ਟੋਰਾਂਟੋ ਰੀਜਨ ਦੇ ਵਿੱਚ ਬਹੁਤ ਹੀ ਰੈਪਿਊਟਡ ਕਾਲਜ ਹੈ। ਫਰਸਟ ਕਮਿਊਨਿਟੀ ਕਾਲਜ ਸਟੇਟ ਦਾ ਸਭ ਤੋਂ ਪਹਿਲਾ ਜਿਹੜਾ ਕਾਲਜ ਰਿਕੋਗਨਾਈਜ਼ ਹੋਇਆ ਪਬਲਿਕ। ਬਿਲਕੁਲ। ਤੇ ਕਾਫੀ ਵਧੀਆ ਕੁਆਲਿਟੀ ਆਫ ਐਜੂਕੇਸ਼ਨ ਇੱਥੇ ਬੱਚੇ ਪ੍ਰਾਪਤ ਕਰਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ। ਸੋ ਦਿਸ ਕਾਲਜ ਇਜ਼ ਸਰਵਿੰਗ ਦਾ ਕਮਿਊਨਿਟੀ ਐਟ ਇਟਸ ਬੈਸਟ ਐਂਡ ਅਸੀਂ ਵੀ ਇਸੇ ਕਾਲਜ ਦੇ ਵਾਇਆ ਆਪਣੀ ਕੰਟਰੀ ਛੱਡ ਕੇ ਕੈਨੇਡਾ ਦੇ ਵਿੱਚ ਪੈਰ ਸਥਾਪਿਤ ਕੀਤੇ ਨੇ। ਤੇ ਇਸ ਟਾਈਮ ਅਸੀਂ ਉਸੇ ਕਾਲਜ ਦੀ ਇਹ ਬੇਸਿਕਲੀ ਮਾਰਨਿੰਗ ਸਾਈਡ ਕੈਂਪਸ ਹੈਗਾ ਆ, ਇੱਕ ਪ੍ਰੋਗਰੈਸ ਕੈਂਪਸ ਹੈਗਾ ਆ। ਬਿਲਕੁਲ, ਇਹਦਾ ਹੈਡਕੁਆਟਰ ਪ੍ਰੋਗਰੈਸ ਕੈਂਪਸ ਹੈ, ਜਿਹੜਾ ਹੈਡ ਮੇਨ ਕੈਂਪਸ। ਫੈਕਲਟੀ ਇਹਨਾਂ ਨੇ 3-4 ਵੱਖਰੀਆਂ ਲੋਕੇਸ਼ਨਸ ਉੱਪਰ ਆਪਣੇ ਕਾਲਜ ਖੋਲੇ ਹੋਏ ਨੇ। ਬਿਲਕੁਲ ਅਸੀਂ ਰਾਈਟ ਲੈਣੇ ਹੋਏ ਹੁਣ ਅਸੀਂ ਸਾਊਥ ਜਾ ਰਹੇ ਹਾਂ ਗਾਇਜ਼ ਔਰ ਸਾਡੇ ਬਿਲਕੁਲ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਕਲਾਉਡਸ, ਇਹ ਜਿਹੜੇ ਕਲਾਉਡਸ ਨੇ ਲੇਕ ਓਨਟਾਰੀਓ ਦੇ ਕਲਾਉਡਸ ਨੇ ਬੇਸਿਕਲੀ, ਜਿਹੜੇ ਕਿ ਹਮੇਸ਼ਾ ਇਦਾਂ ਹੀ ਮਤਲਬ ਲਾਈਕ ਸਟੇਸ਼ਨਰੀ ਸੌਰਟ ਆਫ ਰਹਿੰਦੇ ਨੇ ਹਮੇਸ਼ਾ ਹੀ। ਬਿਲਕੁਲ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਕੈਨੇਡਾ ਦੀਆਂ ਸੜਕਾਂ ਦੀ ਵਧੀਆ ਹਾਲਤ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰੰਗਦਾਰ ਸੜਕਾਂ ਕੈਨੇਡਾ ਦੀਆਂ ਸੜਕਾਂ ਗਾਇਜ਼ ਔਰ ਇੱਕ ਲਾਈਕ ਆਡੀ ਦਾ ਕਰੂਜ਼ ਕੰਟਰੋਲ। ਬਿਲਕੁਲ ਚੰਦਨਵੀਰ ਸਿੰਘ ਜੀ, ਬਹੁਤ ਹੀ ਵਧੀਆ ਕੰਬੀਨੇਸ਼ਨ ਕਰਦੇ। ਅਸੀਂ ਦਰਸ਼ਕਾਂ ਨੂੰ ਆਪਣਾ ਸਾਈਡ ਵਿਊ ਦਿਖਾਉਣਾ ਚਾਹਾਂਗੇ ਕਿ ਮੋਸਟ ਆਫ ਦਾ ਏਰੀਆ 'ਚ ਕੈਨੇਡਾ ਦਾ ਜੋ ਕਿ ਦਰਖਤਾਂ ਦੇ ਨਾਲ ਮੀਨਸ ਕਿ ਵੈਜੀਟੇਸ਼ਨ ਦੇ ਨਾਲ ਭਰਿਆ ਹੋਇਆ ਹੈ, ਜ਼ਿਆਦਾ ਆਕੂਪਾਈਡ ਨਹੀਂ ਹੈ, ਪੋਪੂਲੇਸ਼ਨ ਬਹੁਤ ਜ਼ਿਆਦਾ ਨਹੀਂ ਹੈ। ਤੇ ਇਸ ਤਰੀਕੇ ਦੇ ਨਾਲ ਇਹ ਵੀ ਛੋਟਾ ਜਿਹਾ ਪਾਰਕ ਹੈ, ਆਈ ਗੈਸ ਇਹਦਾ ਨਾਮ ਮੈਨੂੰ ਚੇਤੇ ਨਹੀਂ ਆ ਰਿਹਾ, ਲੇਕਿਨ ਇਹ ਵੀ ਇੱਕ ਪਾਰਕ ਅਸੀਂ ਟੱਪ ਰਹੇ ਹਾਂ ਇਸ ਟਾਈਮ। ਤੇ ਅਸੀਂ ਹੈਡ ਕਰ ਰਹੇ ਹਾਂ ਸਾਊਥ, ਜਿੱਧਰ ਕਿ ਬਿਲਕੁਲ ਸਾਡੇ ਆਈ ਗੈਸ 3 ਤੋਂ 4 ਕਿਲੋਮੀਟਰ ਦੂਰ ਸਾਡੇ ਚੰਦਨਵੀਰ ਸਿੰਘ ਜੀ ਤੋਂ ਸਮੁੰਦਰ ਪੈ ਰਿਹਾ ਹੈ ਤੇ ਸਕਾਰਬਰੋ ਰੀਜਨ ਹੈ। ਹਾਂਜੀ ਜਿਹੜੀ ਤੁਸੀਂ ਉਹਨੇ ਪਾਰਕ ਦੇਖੀ ਬੇਸਿਕਲੀ ਆਈ ਗੈਸ ਇਹ ਮਾਰਨਿੰਗ ਸਾਈਡ ਪਾਰਕ ਖਵਾਉਂਦੀ ਹੈ। ਬਿਲਕੁਲ ਮਾਰਨਿੰਗ ਸਾਈਡ ਪਾਰਕ ਹੀ ਸ਼ਾਇਦ ਇਸ ਦਾ ਨਾਮ ਸੀ। ਤੇ ਇੱਥੇ ਮੈਂ ਪਹਿਲਾਂ ਵੀ ਇੱਕ ਵਾਰ ਆ ਚੁੱਕਾ ਹਾਂ। ਐਕਚੁਅਲੀ ਸਨੋ ਦੇ ਕਰਕੇ ਇਸ ਤਰ੍ਹਾਂ ਹੋ ਜਾਂਦਾ ਨਾ ਕਿ ਇੱਥੇ ਤੁਸੀਂ ਬਹੁਤ ਸਾਰੀਆਂ ਥਾਵਾਂ ਤੇ ਨਹੀਂ ਜਾ ਸਕਦੇ, ਗਰਮੀਆਂ ਵਿੱਚ ਨਹੀਂ ਜਾ ਸਕਦੇ ਹੋ। ਸੋ ਅੱਜ ਦੀ ਜਿਹੜੀ ਸਾਡੀ ਐਕਸਪੀਡੀਸ਼ਨ ਆ ਇਹਦੇ ਉੱਪਰ ਹੀ ਬੇਸਡ ਆ ਕਿ ਅਤੀ ਸਰਦੀ ਦੇ ਵਿੱਚ ਤੁਸੀਂ ਆਪਣੀ ਕਾਰ ਕਿਤੇ ਪਾਰਕ ਕਰਕੇ ਸਮਾਂ ਬਿਤਾਉਣਾ ਚਾਹੁੰਦੇ ਹੋ, ਤੁਸੀਂ ਕਿਹੜੀ ਜਗ੍ਹਾ ਉੱਪਰ ਜਾ ਸਕਦੇ ਹੋ। ਸੋ ਬੇਸਿਕਲੀ ਅੱਜ ਆਪਾਂ 2-3 ਥਾਵਾਂ ਤੇ ਜਾਵਾਂਗੇ ਜਿੱਥੇ ਮੈਨੂੰ ਲੱਗ ਰਿਹਾ ਹੈ ਕਿ ਬਹੁਤ ਵਧੀਆ ਸਾਨੂੰ ਕੋਈ ਵਿਊ ਲੱਭਣਾ ਚਾਹੀਦਾ ਹੈ। ਸੋ ਲੈਟਸ ਸੀ ਗਾਇਜ਼। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਟ੍ਰੈਫਿਕ ਚੱਲਦੀ ਹੋਈ ਇਹਨਾਂ ਵੈਦਰ ਕੰਡੀਸ਼ਨਸ ਦੇ ਵਿੱਚ ਵੀ। ਸਨੋ ਆਈ ਗਿਆ ਚੰਦਨਵੀਰ ਸਿੰਘ, ਕੱਲ ਰਾਤ ਨੂੰ ਕਾਫੀ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਸਨੋ ਪਈ ਹੈ। And I guess it was like 24 centimeter I guess 25 ਸੈਂਟੀਮੀਟਰ ਦੀ ਪ੍ਰੈਡਿਕਸ਼ਨ ਸੀ ਤੇ ਆਈ ਗੈਸ 19 ਪੈ ਚੁੱਕੀ ਹੈ। ਅਥਾਰਟੀਜ਼ ਵੱਲੋਂ ਰਾਤੋਂ ਰਾਤ ਸਨੋ ਰਿਮੂਵ ਕਰਕੇ ਸੜਕਾਂ ਨੂੰ ਆਵਾਜਾਈ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਤੇ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਕੈਨੇਡਾ ਬਹੁਤ ਹੀ
ਵਧੀਆ ਪਰਫਾਰਮੈਂਸ ਕਰਦੇ ਹੋਏ ਆਪਣੇ ਸਿਟੀਜ਼ਨਸ ਨੂੰ ਸੇਫ ਐਂਡ ਸਿਕਿਉਰ এনवायरमेंट ਪ੍ਰੋਵਾਈਡ ਕਰਦੇ ਹੋਏ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕੋਈ ਨਹੀਂ ਪਰੇਸ਼ਾਨੀ ਕਹੂਗਾ ਕਿਸੇ ਕਿ ਨੂੰ ਸਾਰਾ ਦਾ ਸਾਰਾ ਜਿਹੜਾ ਸਰਫੇਸ ਤੁਹਾਡੇ ਸਾਹਮਣੇ ਆ ਇਹ ਸਿਰਫ ਕੁਝ ਘੰਟੇ ਪਹਿਲਾਂ ਹੀ 25 ਸੈਂਟੀਮੀਟਰ ਜਿਹੜੀ ਆ ਬਿਲਕੁਲ snow ਦੇ ਬਿਲਕੁਲ ਨਾਲ ਢੱਕਿਆ ਹੋਇਆ ਸੀ। ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਾਈਡਾਂ ਦੇ ਉੱਪਰ ਸਨੋ ਦੇ ਸਾਈਡਾਂ ਦੇ ਢੇਰ ਉੱਪਰ ਲੱਗੇ ਹੋਏ ਨੇ ਜਿਹੜੀ ਦੀ ਲਾਈਨ ਗੋਡੇ ਗੋਡੇ ਤੱਕ ਡਿਫਰੈਂਸ਼ੀਏਟਿੰਗ ਜਿਹੜੀ ਲਾਈਨ ਹੈਗੀ ਆ ਇੰਨੀ ਜ਼ਿਆਦਾ ਉਚਾਈ ਸੀ ਜਿੱਦਾਂ ਲਾਈਕ ਸਨੋ ਦੀ, ਔਰ ਇਸ ਵੇਲੇ ਮਤਲਬ ਸੜਕਾਂ ਇੱਕਦਮ ਬਿਲਕੁਲ ਸਾਫ਼ ਹੋ ਚੁੱਕੀਆਂ ਨੇ ਤੇ ਅਸੀਂ ਇਸ ਟਾਈਮ ਲੰਘ ਰਹੇ ਰੰਦਾਵਾ ਹਾਂ ਸਾਹਿਬ ਦੀ ਟਿਮ ਹਾਰਟਨ ਬਾਰੇ ਕੁਝ ਦੱਸਣਾ ਟਿਮ ਚਾਹੋ? ਹਾਰਟਨਸ ਨੂੰ, ਜੋ ਕਿ ਕੈਨੇਡਾ ਦਾ ਇੱਕ ਬ੍ਰਾਂਡ ਨੇਮ ਹੈ ਟਿਮ ਹਾਰਟਨ। ਜਿੱਥੇ ਟਿਮ ਹਾਰਟਨ ਪ੍ਰੈਜ਼ੈਂਟ ਹੈ ਇਹਦਾ ਮਤਲਬ ਕਿ ਉੱਥੇ ਕੈਨੇਡੀਅਨਸ ਵਸ ਰਹੇ ਨੇ। ਇਹ ਕੈਨੇਡਾ ਦਾ ਇੱਕ ਬਹੁਤ ਹੀ ਮਸ਼ਹੂਰ ਨਾਮ ਹੈ ਜੀ। ਆਈ ਗੈਸ ਜਿਹੜਾ ਵੀ ਕੈਨੇਡੀਅਨ ਇੱਥੇ ਵਸ ਰਿਹਾ ਹੈ ਜਾਂ ਜਿਹਨੂੰ ਥੋੜੀ ਬਹੁਤੀ ਵੀ ਜਾਣਕਾਰੀ ਹੈ ਕੈਨੇਡਾ ਦੇ ਬਾਰੇ, ਉਹ ਟਿਮ ਹਾਰਟਨ ਦੇ ਬਾਰੇ ਜ਼ਰੂਰ ਉਸਨੇ ਕਿਤੇ ਨਾ ਕਿਤੋਂ ਜ਼ਿਕਰ ਸੁਣਿਆ ਹੋਏਗਾ। ਜੀ ਬਿਲਕੁਲ। ਸੋ ਚੰਦਰਬੀਰ ਸਿੰਘ, ਤੁਸੀਂ ਇਹਦੀ ਕੁਝ ਹਿਸਟਰੀ, ਕੁਝ ਦਰਸ਼ਕਾਂ ਨੂੰ ਇਹਦਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੋ ਸਾਡੇ ਨਾਲ? ਹਾਂਜੀ, ਸੋ ਜਦੋਂ ਦਾ ਮੈਂ ਇੱਥੇ ਕੈਨੇਡਾ ਆਇਆ ਤਕਰੀਬਨ 2 ਸਾਲ ਹੋ ਚੱਲੇ ਨੇ ਅੱਜ, ਔਰ ਆਈ ਗੈਸ ਮਤਲਬ ਟਿਮ ਹਾਰਟਨ ਦੇ ਉੱਪਰ ਹੀ ਨਿਰਭਰ ਅਸੀਂ ਸਾਰੇ ਸਟੂਡੈਂਟ, ਸਾਰੇ ਇੱਥੋਂ ਦੇ ਜਿਹੜੇ ਹਨਾ ਜਿਹੜੇ ਵਸਨੀਕ ਹੈਗੇ ਨੇ ਕੈਨੇਡਾ ਦੇ। ਇਹਨਾਂ ਦੇ ਮੈਨੂ ਦੇ ਵਿੱਚ Everyday ਕਿਹੜੀਆਂ ਚੀਜ਼ਾਂ coffee ਮੇਨ ਤੁਸੀਂ ਪ੍ਰੈਫਰ ਕਰਨਾ ਚਾਹੋਗੇ ਦਰਸ਼ਕਾਂ ਨੂੰ? ਮੈਂ ਸੁਜੈਸਟ ਕਰਾਂਗਾ ਜਦੋਂ ਵੀ ਕੋਈ ਨਵਾਂ ਪਰਸਨ ਇੱਥੇ ਆਉਂਦਾ ਉਹਨੂੰ ਸਭ ਤੋਂ ਪਹਿਲਾਂ ਫ੍ਰੈਂਚ ਵਨੀਲਾ ਜਿਹੜੀ ਆ ਉਹ ਟੇਸਟ ਕਰਨੀ ਚਾਹੀਦੀ ਹੈ, ਟਰਾਈ ਕਰਨੀ ਚਾਹੀਦੀ ਆ, ਔਰ ਚੀਜ਼ ਕ੍ਰੈਸੈਂਟ ਔਰ ਬਹੁਤ ਸਾਰਾ ਡਿਫਰੈਂਟ ਤਰੀਕੇ ਦੇ ਬੇਗਲਸ ਔਰ ਡੋਨਟਸ ਜਿਹੜੇ ਹੈਗੇ ਨੇ ਇਹ ਬਹੁਤ ਲਾਈਕ ਬੜਾ ਟ੍ਰੈਡੀਸ਼ਨਲ ਔਰ ਬੜਾ ਕਮਾਲ ਦਾ, ਮਤਲਬ ਕਿ ਤੁਹਾਨੂੰ ਔਰ ਵੈਲਿਊ ਫॉर ਮਨੀ ਐਕਚੁਅਲੀ, ਮਤਲਬ ਕਿ ਜਸਟ ਲਾਈਕ 1 or 2 bucks ਦੇ ਵਿੱਚ ਹੈ ਨਾ ਤੁਸੀਂ ਆਪਣੀ ਟਮੀ ਫਿਲ ਕਰ ਸਕਦੇ ਜੇ। ਔਰ ओरिजिनल ਬਲੈਂਡ ਮੇਰਾ ਫੇਵਰਿਟ ਰਿਹਾ ਹੈ ਹਮੇਸ਼ਾ ਤੋਂ ਟਿਮ ਹਾਰਟਨ ਦਾ, ਸਿੰਸ ਆਈ ਬੀਨ ਹੇਅਰ ਇਨ ਕੈਨੇਡਾ। ਤੁਸੀਂ ਆਥੈਂਟਿਕ ਤੇ origignal ਚੀਜ਼ਾਂ ਨੂੰ ਕਾਫੀ ਮੁਆਇਨਾ ਦਿੰਦੇ ਹੋ। ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਕਿ ਤੁਸੀਂ ਕਿਸੇ ਵੀ ਚੀਜ਼ ਬਿਲਕੁਲ origignal ਵਰਜ਼ਨ ਨੂੰ ਪ੍ਰੈਫਰੈਂਸ ਦਿੰਦੇ ਹੋ ਓਵਰ ਦਾ ਮੋਡੀਫਾਈਡ ਵਰਜ਼ਨ। ਤੇ ਜਿਵੇਂ ਕਿ ਟਿਮ ਹਾਰਟਨ ਕੈਨੇਡਾ ਦੇ ਵਿੱਚ ਵਸ ਰਹੇ ਲੋਕਾਂ ਦਾ ਇੱਕ ਤਰ੍ਹਾਂ ਦਾ ਮਾਂ ਪਿਓ ਹੈ। ਸਾਨੂੰ ਸਵੇਰੇ ਉੱਠਦੇ ਆ ਸੁੱਤੇ ਉੱਠਦੇ ਆ ਜਦੋਂ ਕੰਮ ਤੇ ਜਾਣਾ ਹੁੰਦਾ ਏ, ਕੋਈ ਹਾਂਜੀ। ਚਾਹ ਬਣਾ ਕੇ ਨਹੀਂ ਬੈਠਾ ਹੁੰਦਾ, ਕੋਈ ਬਿਲਕੁਲ, ਰੋਟੀ ਪਾਣੀ ਬਿਲਕੁਲ। ਬਣਾ ਕੇ ਨਹੀਂ ਬੈਠਾ ਹੁੰਦਾ। ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਭ ਤੋਂ ਕਾਰਗਰ, ਸਭ ਤੋਂ ਪਹਿਲੀ ਚੀਜ਼ ਸਭ ਜਿਸ ਤੋਂ ਨੂੰ ਪਹਿਲੀ ਆਵਾਜ਼ ਮਾਰ ਕੇ ਅਸੀਂ ਪਹੁੰਚ ਕੇ ਉੱਥੇ ਹਾਂਜੀ ਆਪਣਾ ਨਾਸ਼ਤਾ ਦਿਨ ਦੀ ਸ਼ੁਰੂਆਤ ਕਰਦੇ ਹਾਂ, ਤੇ ਉਹ ਜਗ੍ਹਾ ਦਾ ਨਾਮ ਹੈ ਟਿਮ ਟਿਮ ਹਾਰਟਨਸ। ਹਾਰਟਨ ਐਗਜ਼ੈਕਟਲੀ। ਔਰ ਇਹਦੇ ਤੋਂ ਬਾਅਦ ਜੇ ਕੋਈ ਆਥੈਂਟਿਕ ਕੈਨੇਡੀਅਨ ਰੈਸਟੋਰੈਂਟ ਹੈਗਾ ਹੈ ਤੇ ਆਈ ਗੈਸ ਦੈਟ ਇਜ਼ ਲਾਈਕ ਪੀਜ਼ਾ ਔਰ ਮੈਕਡੋਨਲਡਸ ਵੀ ਕਾਫੀ ਮੈਕਡੋਨਲਡਸ ਵੀ। ਹਾਂ, ਕਾਫੀ ਹੱਦ ਦੇ ਵਿੱਚ ਲੋਕੀ ਉਸ ਦਾ ਵੀ ਕੰਜ਼ੰਪਸ਼ਨ ਕਰਦੇ ਨੇ। ਐਕਚੁਅਲੀ ਮੈਕਡੋਨਲਡਸ ਥੋੜਾ ਜਿਹਾ ਅਮਰੀਕਨ ਹੋ ਜਾਂਦਾ ਹੈ, ਪਰ ਜੋ ਪੀਜ਼ਾ ਆ ਉਹ ਲਾਈਕ originally ਕੈਨੇਡੀਅਨ ਐਕਚੁਅਲੀ ਕੈਨੇਡੀਅਨਸ ਥੋੜੇ ਅੱਕ ਵੀ ਗਏ ਨੇ ਪੀਜ਼ਾ ਖਾ ਕੇ। ਸਾਡੇ ਵਾਸਤੇ ਨਵੇਂ ਲਾਈਕ ਦੂਸਰੇ ਆਪਸ਼ਨਸ ਨੂੰ ਐਕਸਪਲੋਰ ਕਰਦੇ ਹੋਏ ਜਿਵੇਂ ਕਿ ਬੋਸਟਨ ਪੀਜ਼ਾ, ਨੋਵਾ ਹਾਂਜੀ, ਪੀਜ਼ਾ, Boston ਕਾਫੀ pizza, yeah. ਬ੍ਰਾਂਚਸ ਖੁੱਲ ਰਹੀਆਂ ਨੇ ਨਵੀਆਂ। ਤੇ ਅਸੀਂ ਘਰਾਂ ਦਾ ਵਿਊ ਦਿਖਾਉਣਾ ਚਾਹਾਂਗੇ ਦੋਸਤਾਂ ਨੂੰ, ਕਿਵੇਂ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਬਣੇ ਹੋਏ। ਇਹ ਸਾਰੇ ਮਤਲਬ ਕਿ ਐਵਰੇਜਲੀ 1.5 ਮਿਲੀਅਨ ਡਾਲਰ ਦੇ ਘਰ ਨੇ ਸਕਾਰਪੀਓ ਦੇ ਅੰਦਰ, ਲਾਈਕ 1 ਮਿਲੀਅਨ ਡਾਲਰ ਦੇ ਨੇ। ਜੇ ਕਿ ਤੁਸੀਂ ਕੋਈ ਨਾ ਕੋਈ ਐਕਸੈਪਸ਼ਨਲ ਜੇ ਤੁਹਾਨੂੰ ਕੋਈ ਵਧੀਆ ਡੀਲ ਮਿਲਦੀ ਹੈ ਤੇ ਸਮਵੇਅਰ ਅਰਾਊਂਡ ਲਾਈਕ ਹਾਫ ਮਿਲੀਅਨ ਡਾਲਰ, ਯਾਨੀ ਕਿ 5 ਲੱਖ ਡਾਲਰ ਤੱਕ ਦਾ ਤੁਹਾਨੂੰ ਉੱਥੇ ਘਰ ਮਿਲ ਜਾਏਗਾ। ਤੁਸੀਂ ਅਫੋਰਡ ਕਰ ਸਕਦੇ ਜੇ ਆਪਣਾ ਫਰਸਟ ਘਰ। ਸੋ ਵੈਸੇ ਤਾਂ ਅਸੀਂ ਰਾਈਡ ਜਾਣਾ ਹੈ, ਪਰ ਇੱਕ ਬਹੁਤ ਹੀ ਖੂਬਸੂਰਤ ਵਿਊ ਖਾਣ ਲਈ ਆਈ ਗੈਸ ਸਮੁੰਦਰ ਦੇ ਕੰਢੇ ਦੇ ਉੱਪਰ ਆ ਚੁੱਕੇ ਆ। ਲੈਣਾ ਪਏਗਾ, ਯੂ ਟਰਨ ਲੈਣਾ ਪਏਗਾ, ਪਰ ਮੈਂ ਨਹੀਂ ਮਿਸ ਕਰਨਾ ਚਾਹਾਂਗਾ ਇਹ ਜਿਹੜਾ ਵਿਊ ਹੈਗਾ ਆ ਤੁਹਾਡੇ ਰਾਈਟ ਸਾਈਡ ਜਿਹੜਾ ਤੁਸੀਂ ਦੇਖ ਰਹੇ ਜੇ ਸਮੁੰਦਰ ਅਸੀਂ ਪਹੁੰਚ ਚੁੱਕੇ ਆ। ਸਮੁੰਦਰ ਦੇ ਉੱਪਰ ਬੱਦਲਾਂ ਦਾ ਨਜ਼ਾਰਾ ਤੇ ਇੱਕ ਅਲੌਕਿਕ ਤਰ੍ਹਾਂ ਦੀ ਲਾਈਟ, ਪਿੰਕਿਸ਼ ਰੈਡਿਸ਼ ਲਾਈਟ, ਜੋ ਕਿ ਦਰਸ਼ਕ ਆਈ ਗੈਸ ਦੇਖ ਸਕਦੇ ਨੇ ਕਲੀਅਰਲੀ। ਔਰ ਹੋਰ ਜ਼ਿਆਦਾ ਸਰਪ੍ਰਾਈਜ਼ਿੰਗਲੀ ਸਾਰੀ ਕੋਈ ਪ੍ਰਾਈਵੇਟ ਪ੍ਰਾਪਰਟੀ ਆ, ਓਨਡ ਬਾਈ ਅ ਸਿੰਗਲ ਪਰਸਨ। ਕੋਈ ਆਈ ਥਿੰਕ ਦੈਟ ਗਾਈ ਸ਼ੁੱਡ ਬੀ ਲਾਈਕ ਰੈਜ਼ੀਡੈਂਸ਼ੀਅਲ ਵੈਲਦੀ ਮੈਨ। ਬਿਲਕੁਲ ਚੰਦਰਬੀਰ ਸਿੰਘ ਜੀ, ਇਹ ਘਰ ਦੀ ਖੂਬਸੂਰਤ ਕਿਸੇ ਦਾ ਘਰ ਆ। ਔਰ ਪਿਛਲੇ ਬੰਨੇ ਸਮੁੰਦਰ ਦਾ ਵਿਊ, ਤੇ ਉਹ ਦੇਖੀਏ ਸਨੋ ਰਿਮੂਵਲ ਮਸ਼ੀਨ ਚਲਾ ਰਿਹਾ ਇਹ ਇਨਸਾਨ, ਤੇ ਇਦਾਂ ਸਨੋ ਰਿਮੂਵ ਕੀਤੀ ਜਾਂਦੀ ਹੈ ਆਟੋਮੈਟਿਕ ਚੀਜ਼ਾਂ ਦੇ ਨਾਲ ਇੱਥੇ। ਸੋ ਸਾਰੇ ਸੀ ਫੇਸਿੰਗ ਘਰ ਨੇ, ਤੁਹਾਡੇ ਲੈਫਟ ਸਾਈਡ ਵੀ ਤੁਸੀਂ ਦੇਖ ਸਕਦੇ ਜੀ। ਇਹ ਥੋੜੇ ਕਾਮਨ ਨੇ, ਪਰ ਕਾਮਨ ਵੀ ਕੀ ਨੇ, ਮਤਲਬ ਕਿ ਮਿਲੀਅਨ ਡਾਲਰਸ ਦੇ ਵਿੱਚ ਹਨਾ ਇਹ ਘਰ ਨੇ ਸਾਰੇ ਸੀ ਇਨਵੈਸਟਮੈਂਟਸ ਨੇ ਜੀ। ਤੇ ਇੱਥੇ ਗੱਡੀਆਂ ਪਾਰਕ ਹੋਈਆਂ ਵੀ ਦੇਖ ਸਕਦੇ ਆ। ਤੇ ਇਹ ਦੇਖੀਏ ਇੱਕ ਬਹੁਤ ਹੀ ਸੁਹਾਵਣਾ ਅਤੇ ਸੁੰਦਰ ਘਰ ਕਿਸੇ ਦਾ। ਸੋ ਅਸੀਂ ਇੱਥੋਂ ਵਾਪਸ ਜਾਵਾਂਗੇ ਯੂ ਲੈ ਕੇ ਅਸੀਂ ਬਲਫਰਸ ਪਾਰਕ ਦੇ ਤਰਫ। ਬੇਸਿਕਲੀ ਅਸੀਂ ਕੋਈ ਇਦਾਂ ਦਾ ਵਧੀਆ ਸਪੌਟ ਲੱਭ ਰਹੇ ਹਾਂ ਜਿੱਥੇ ਤੁਸੀਂ ਅਸੀਂ ਹਨਾ ਆਪਣੀ ਗੱਡੀ ਪਾਰਕ ਤੁਸੀਂ ਕਰ ਸਕੋ। ਸੋ ਕਿਆ ਖੂਬਸੂਰਤ ਤੁਸੀਂ ਦ੍ਰਿਸ਼ ਦੇਖ ਰਹੇ ਹੋ। ਦਿਨ ਢਲ ਰਿਹਾ ਹੈ। ਲੇਕ ਓਨਟਾਰੀਓ, ਔਰ ਲੇਕ ਓਨਟਾਰੀਓ ਦੇ ਦੂਸਰੇ ਪਾਸੇ ਜੋ ਉਹ ਯੂਐਸ ਆ, ਯੂਐਸ ਦਾ ਬਫਲੋ ਜਿਹੜਾ ਇਲਾਕਾ ਸ਼ੁਰੂ ਹੁੰਦਾ ਆ, ਬਫਲੋ ਦੇ ਨਾਲ ਹੀ ਫਿਰ ਨਿਊਯਾਰਕ। ਅਸੀਂ ਬਹੁਤ ਲਾਗੇ ਹਾਂ ਐਕਚੁਅਲੀ ਨਿਊਯਾਰਕ ਦੇ। ਬਿਲਕੁਲ ਚੰਦਰਬੀਰ ਸਿੰਘ ਜੀ, ਯਸ ਜਿਹੜਾ ਟੋਰਾਂਟੋ ਰੀਜਨ ਹੈ ਕਾਫੀ ਸਾਊਥ ਮੋਸਟ ਐਜ ਹੀ ਕਹਿ ਸਕਦੇ ਹਾਂ ਅਸੀਂ ਇਸ ਨੂੰ ਕੈਨੇਡਾ ਦਾ। ਤੇ ਜੇਕਰ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਇੰਨੀ ਜ਼ਿਆਦਾ ਬਰਫ਼ ਪੈ ਚੁੱਕੀ ਹੈ, ਤੇ ਬਾਕੀ ਕੈਨੇਡਾ ਜਿਵੇਂ ਕਿ ਕੈਲਗਰੀ ਬਾਰੇ ਤੁਸੀਂ ਸੁਣਿਆ ਹੋਵੇਗਾ ਕਿ
ਉੱਥੇ ਤੇ ਬਿਲਕੁਲ ਹੀ ਕਵਰ ਹੋ ਜਾਂਦਾ ਹੈ ਸਭ ਕੁਝ, ਗੱਡੀਆਂ ਤੱਕ ਕਵਰ ਹੋ ਜਾਂਦੀਆਂ ਨੇ, ਡਗ ਅਪ ਕਰਨੀਆਂ ਪੈਂਦੀਆਂ ਸਵੇਰੇ, ਆਪਣੀ ਕਾਰ ਲੱਭਣੀ ਪੈਂਦੀ ਵੀ ਕਿੱਥੇ ਖਲੋਤੀ ਸੀ ਤੇ ਸਾਨੂੰ ਉਹਦੇ ਥੱਲੇ ਤਿਕ ਜੀ ਹੋਏਗੀ। ਇਹ ਸਾਰੇ ਹੀ ਸੀ ਫੇਸਿੰਗ ਘਰ ਨੇ ਔਰ $1 million ਲਾਈਕ ਯੂ نو $2-3 million ਫॉर ਲਾਈਕ ਥੀਸ ਸਿੰਪਲ ਪ੍ਰੋਪਰਟੀਜ਼ ਹਾਊਸ ਮੇਡ ਆਫ ਕਾਰਡਬੋਰਡਸ ਓਨਲੀ। ਬਿਲਕੁਲ ਘਰਾਂ ਦੀ ਮਜ਼ਬੂਤੀ ਦੇ ਉੱਤੇ ਤੇ ਕੁਐਸਚਨ ਰਾਈਜ਼ ਕਰ ਸਕਦੇ ਹਾਂ ਅਸੀਂ। ਹਰ ਸਾਲ ਇਹਨਾਂ ਇੰਡੀਆ ਦੇ ਨੂੰ ਕੁਛ ਨਾ ਮੁਕਾਬਲੇ। ਕੁਛ ਕਰਨਾ ਪੈਂਦਾ ਰੈਨੋਵੇਸ਼ਨ ਲਾਈਕ ਯੂ نو ਹਰ ਸਾਲ ਬਰਫ਼ ਜਿਹੜੀ ਆ ਕੋਈ ਨਾ ਕੋਈ ਨੁਕਸਾਨ ਪਹੁੰਚਾਉਂਦੀ ਆ ਪ੍ਰੋਪਰਟੀਜ਼ ਨੂੰ। ਔਰ ਇੱਥੋਂ ਦਾ ਕੰਸਟਰਕਸ਼ਨ ਜਿਹੜਾ ਬਿਜ਼ਨਸ ਹੈਗਾ ਆ ਉਹ ਬਹੁਤ ਹੀ ਪ੍ਰੋਮੀਨੈਂਟ ਬਿਜ਼ਨਸ ਹੈ। ਸਮਾਲ ਸਕੇਲ ਐਂਡ ਬਿਗ ਸਕੇਲ ਕੰਸਟਰਕਸ਼ਨ ਬਿਜ਼ਨੈਸਿਸ ਜਿਹੜੇ ਨੇ ਔਰ ਬਹੁਤ ਵਧੀਆ ਪੋਟੈਂਸ਼ੀਅਲ ਹੈ ਜੇਕਰ ਕੋਈ ਇਹ ਕੰਮ ਕਰਨਾ ਚਾਹੁੰਦਾ ਹੈ, ਇੱਥੇ ਨਵਾਂ ਬਿਜ਼ਨਸ ਖੋਲ੍ਹਣਾ ਚਾਹੁੰਦਾ ਆ। ਸੋ ਕੰਸਟਰਕਸ਼ਨ ਦੇ ਵਿੱਚ ਬਹੁਤ ਸਕੋਪ ਹੈ। ਬਿਲਕੁਲ ਅਸੀਂ ਦੇਖ ਸਕਦੇ ਹਾਂ ਕਿ ਅਲੱਗ-ਅਲੱਗ ਤਰ੍ਹਾਂ ਦੇ ਟ੍ਰੈਫਿਕ ਕੰਟਰੋਲ ਦੇ ਲਈ ਸਪੀਡ ਪੋਸਟਸ, ਸਾਈਨ ਪਬਲਿਕ ਬੋਰਡਸ। ਸਕੂਲ ਆ ਅਗੇਨ ਸੀ ਫੇਸਿੰਗ ਪਬਲਿਕ ਸਕੂਲ ਹੇਅਰ ਇਨ ਸਕਾਰਬਰੋ ਔਰ ਬਹੁਤ ਹੀ ਵਧੀਆ ਇਲਾਕਾ ਹੈ ਗਾਇਸ। ਪਬਲਿਕ ਟਰਾਂਸਪੋਰਟੇਸ਼ਨ ਦੇ ਬਾਰੇ ਜਨਰਲ ਸਿੰਘ ਤੁਸੀਂ ਕੀ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋਗੇ? ਅਸੀਂ ਦੇਖ ਰਹੇ ਹਾਂ ਕਿ ਸਾਡੇ ਅੱਗੇ TTC ਦੀ ਬੱਸ ਜਾ ਰਹੀ ਹੈ। ਬਿਲਕੁਲ, ਮੈਂ ਤੁਹਾਨੂੰ ਥੋੜਾ ਸਕਾਰਬਰੋ ਬਾਰੇ ਥੋੜਾ ਦੱਸ ਦਿੰਦਾ ਆ। ਹੋਰਨਾਂ ਸ਼ਹਿਰਾਂ ਦੇ ਕੰਪੈਰੀਟਿਵਲੀ ਬਹੁਤ ਪੁਰਾਣਾ ਸ਼ਹਿਰ ਆ ਔਰ ਬੜਾ ਸੰਘਣਾ ਇਲਾਕਾ ਹੈ। ਇੱਥੋਂ ਦੀ ਜਿਹੜੀ ਬੱਸ ਸਰਵਿਸ ਹੈਗੀ ਆ ਉਹ ਬਹੁਤ ਕੁਇਕ ਆ ਔਰ ਬਹੁਤ ਵਧੀਆ ਹੈ। ਗਲੀਆਂ ਗਲੀਆਂ ਦੇ ਵਿੱਚ ਜਿਹੜੀ ਜ਼ਿਆਦਾ ਕਵਰੇਜ ਹੈਗੀ ਆ ਸਰਕਾਰੀ ਬੱਸਾਂ ਦੀ ਉਹ ਸਕਾਰਬਰੋ ਦੇ ਵਿੱਚ ਬਹੁਤ ਜ਼ਿਆਦਾ ਹੈ। ਨਵੇਂ ਜਿਹੜੇ ਸ਼ਹਿਰ ਨੇ ਲਾਈਕ ਬਰੈਂਪਟਨ ਔਰ ਹੋਰਨਾਂ ਜਿਹੜੇ ਲਾਈਕ ਗਲਫ ਹੈਗਾ ਆ ਔਰ ਹੈਮਿਲਟਨ, ਇਹ ਸਾਰੀਆਂ ਜਿਹੜੇ ਨੇ ਥੋੜੇ ਜਿਹੇ ਲਾਈਕ ਨਿਊ ਹੈਗੇ ਨੇ ਸਕਾਰਬਰੋ ਦੇ ਕੰਪੈਰੀਟਿਵਲੀ। ਇੱਥੋਂ ਦੀ ਲਾਈਕ ਜਿਹੜੇ ਹੈਰੀਟੇਜ ਪਾਰਕਸ ਹੈਗੀਆਂ ਨੇ, ਇੱਦਾਂ ਰੀਕ੍ਰੀਏਸ਼ਨਲ ਜਿਹੜੀਆਂ ਪਾਰਕਸ ਨੇ, ਆਈ ਥਿੰਕ ਇਹ ਵੀ ਇੱਕ ਰੀਕ੍ਰੀਏਸ਼ਨਲ ਪਾਰਕ ਹੀ ਅਸੀਂ ਬੋਲਦੇ ਲੰਘ ਰਹੇ ਹਾਂ। ਬਿਲਕੁਲ ਬਲਫਰਸ ਗਿਲਡ ਪਾਰਕ ਐਂਡ ਗਾਰਡਨਸ ਜਾਂ ਗਿਲਡਵੁੱਡ ਏਰੀਆ ਦਾ ਨਾਮ ਗਿਲਡਵੁੱਡ ਹੈ ਔਰ ਗਿਲਡ ਪਾਰਕ ਹੈ ਔਰ ਇਦਾਂ ਦੀਆਂ ਚੀਜ਼ਾਂ ਸਕਾਰਬਰੋ ਬਹੁਤ ਨੇ ਔਰ ਬੜਾ ਸੰਘਣਾ ਇਲਾਕਾ ਹੈ ਐਜ਼ ਕੰਪੇਅਰ ਟੂ ਅਦਰ ਲਾਈਕ ਏਰੀਆਜ਼ ਲਾਈਕ ਬਰੈਂਪਟਨ ਐਂਡ ਯੂ نو। ਬਿਲਕੁਲ ਅਸੀਂ ਦੇਖ ਸਕਦੇ ਹਾਂ ਪੁਰਾਣੇ ਬਣੇ ਹੋਏ ਘਰ, ਨਵੀਂ ਕੰਸਟਰਕਸ਼ਨ ਵੀ ਚੱਲਦੀ ਰਹਿੰਦੀ ਹੈ ਲੇਕਿਨ ਪੁਰਾਣੇ ਬਣੇ ਹੋਏ ਘਰ ਵਧੀਆ ਪ੍ਰਾਈਸ ਦੀ ਇਨਵੈਸਟਮੈਂਟ ਵਧੀਆ ਘਰ ਖਰੀਦਿਆ ਜਾ ਸਕਦਾ ਹੈ ਸਕਾਰਬਰੋ ਰੀਜਨ ਦੇ ਵਿੱਚ। ਜਿਵੇਂ ਕਿ ਬਰੈਂਪਟਨ ਵਿੱਚ ਅਸੀਂ ਦੇਖ ਰਹੇ ਹਾਂ ਕਿ ਪ੍ਰਾਈਸਿਸ ਜਿਹੜੇ ਨੇ ਅਸਮਾਨ ਛੂ ਰਹੇ ਨੇ, ਸਕਾਈ ਰੌਕਟਿੰਗ ਪ੍ਰਾਈਸਿਸ। So I guess this is a college now. Yeah, that's a college. ਇਹ ਕੈਨੇਡੀਅਨਸ ਵਾਸਤੇ ਕਾਲਜ ਹੈ। ਇਹ ਮਤਲਬ ਕਿ ਇੰਟਰਨੈਸ਼ਨਲ ਸਟੂਡੈਂਟਸ ਲਈ ਲਾਈਕ ਲਿਸਟਡ ਨਹੀਂ ਹੈ ਆ ਕਾਲਜ ਜਿਹੜਾ ਲਾਈਕ ਹੁਣੇ ਅਸੀਂ ਪਾਸ ਕੀਤਾ। ਤੇ ਅਸੀਂ ਦਿਖਾ ਸਕਦੇ ਹਾਂ ਦਰਸ਼ਕਾਂ ਨੂੰ ਕਿ ਸਾਡੀਆਂ ਬੱਸਾਂ ਸੋ ਬੇਸਿਕਲੀ ਇਹ ਇੱਥੋਂ ਦੀਆਂ ਜਿਹੜੀਆਂ ਸਰਕਾਰੀ ਬੱਸਾਂ ਨੇ ਮੋਸਟ ਆਫ them they like electric buses, fully electric buses। ਬਹੁਤ ਹੀ ਇੰਪ੍ਰੈਸਿਵ এনवायरमेंट ਨੂੰ ਲੈ ਕੇ ਬਹੁਤ ਹੀ ਸੰਵੇਦਨਸ਼ੀਲ ਨੇ ਕੈਨੇਡੀਅਨਸ ਤੇ ਗਵਰਨਮੈਂਟ ਅਕਸਰ ਪ੍ਰਯਾਸ ਕਰਦੀ ਰਹਿੰਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਪੋਲਿਊਸ਼ਨ ਦੇ ਉੱਪਰ ਕਾਬੂ ਪਾਇਆ ਜਾਏ, ਕਾਰਬਨ ਫੁੱਟਪ੍ਰਿੰਟਸ ਨੂੰ ਕੰਟਰੋਲ ਵਿੱਚ ਰੱਖਿਆ ਜਾਏ। ਤੇ ਇਸੇ ਇਨੀਸ਼ੀਏਟਿਵ ਦੇ ਮੱਦੇਨਜ਼ਰ ਉਹਨਾਂ ਨੇ ਆਪਣੀਆਂ ਬੱਸਿਸ ਨੂੰ ਇਲੈਕਟ੍ਰਿਕ ਕਰਨ ਦਾ ਫੈਸਲਾ ਲਿਆ। ਤੇ ਇਹਦੇ ਕਾਰਸ ਵੀ ਅੱਜ ਕੱਲ੍ਹ ਦੇਖ ਰਹੇ ਹਾਂ ਕਿ ਟੈਕਨੋਲੋਜੀ ਦੇ ਵਿੱਚ ਕਾਫੀ ਚੇਂਜ ਆ ਰਿਹਾ ਹੈ, ਲੋਕੀ ਸ਼ਿਫਟ ਕਰ ਰਹੇ ਨੇ ਇਲੈਕਟ੍ਰਿਕ ਕਾਰਸ ਤੇ। ਬਹੁਤ ਸਾਰੇ ਚੈਲੰਜਸ ਵੀ ਫੇਸ ਕਰਨੇ ਪੈ ਰਹੇ ਨੇ। ਬਿਲਕੁਲ ਬਟ ਆਈ ਗੈਸ ਇਟਸ ਅ ਗੁੱਡ ਮੂਵ। ਜੀ ਦੋਵੇਂ ਚੀਜ਼ਾਂ ਆ ਜਾਂਦੀਆਂ ਨੇ। ਇਲੈਕਟ੍ਰਿਕ ਕਾਰਸ ਦੀ ਜਿਹੜੀ ਰੇਂਜ ਹੈਗੀ ਆ ਉਹ ਇੱਕ ਪ੍ਰੋਬਲਮ ਆ ਔਰ ਪਲੱਸ ਪੁਆਇੰਟ ਇਹੀ ਆ ਕਿ ਇੱਕ ਉਹਦੀ ਸਰਵਿਸ ਜਿਹੜੀ ਆ ਬਹੁਤ ਜਿਹੜੀ ਲਾਈਕ ਯੂ نو ਇਕਨੋਮਿਕਲ ਹੈਗੀ ਆ। 80,000 ਚਲਾਉਣ ਤੋਂ ਬਾਅਦ ਟੈਸਲਾ ਦੀ ਸਰਵਿਸ ਕਰਵਾਉਂਦੇ ਨੇ ਲੋਕ। ਤੇ ਇਲੈਕਟ੍ਰਿਕ ਕਾਰਸ ਜਿਹੜੀ ਆ ਪਲੱਸ ਪੁਆਇੰਟ ਵੀ ਆ, ਜ਼ਿਆਦਾ ਪਲੱਸ ਪੁਆਇੰਟ ਮੈਂ ਕਹੂੰਗਾ, ਮਤਲਬ ਨੈਗੇਟਿਵ ਦੇ ਨਾਲੋਂ ਪਲੱਸ ਪੁਆਇੰਟ ਜਿਹੜੇ ਇਲੈਕਟ੍ਰਿਕ ਕਾਰ ਲੈਣ ਦੇ ਜ਼ਿਆਦਾ ਨੇ। ਅਸੀਂ ਕਾਫੀ ਸਮੇਂ ਤੋਂ ਦੇਖ ਰਹੇ ਹਾਂ ਕਿ ਕਾਰਾਂ ਦੇ ਵਿੱਚ ਕੋਈ ਮੇਜਰ ਤਬਦੀਲੀ ਨਹੀਂ ਨੋਟਿਸ ਕੀਤੀ ਜਾ ਰਹੀ। ਬਹੁਤ ਸਾਰੇ ਜਦੋਂ ਦੀ ਕਾਰ ਦੀ ਇਨਵੈਂਸ਼ਨ ਹੋਈ ਹੈ ਅਸੀਂ ਜਾਣਦੇ ਹਾਂ ਕਿ ਜਦੋਂ ਮਰੂਤੀ ਜਦੋਂ ਦੇ 4 ਵੀਲ ਸ਼ੁਰੂ ਹੋਏ ਨੇ ਪੂਰੀ ਦੁਨੀਆ ਦੇ ਵਿੱਚ ਨਾ, ਮਰੂਤੀ ਕਾਰ ਸੀ ਤੇ ਉਸ ਤੋਂ ਬਾਅਦ ਆਈ ਗੈਸ ਜੈਨ ਆਈ, ਸੈਂਟਰੋ ਵਰਗੀਆਂ ਕਾਰਾਂ ਆਈਆਂ ਤੇ ਉਸ ਤੋਂ ਜੋ ਉਹਨਾਂ ਦਾ ਮੀਨਸ ਕਿ ਬੇਸਿਕ ਜੋ ਬਲੂਪ੍ਰਿੰਟ ਸੀ ਉਹਨਾਂ ਦਾ। ਸਿਰਫ ਇਹੀ ਨਹੀਂ, ਸਿਰਫ ਜਿਹੜੀ ਇੱਕ ਆਟੋਨੋਮਸ ਚੀਜ਼ ਵੀ ਜਿਹੜੀ ਸ਼ੁਰੂ ਹੋ ਗਈ ਆ ਲਾਈਕ ਯੂ نو ਬਿਲਕੁਲ ਸੈਲਫ ਡਰਾਈਵਿੰਗ ਕਾਰਸ, ਆਟੋਮੈਟਿਕਲੀ ਸੈਲਫ ਡਰਾਈਵਿੰਗ ਕਾਰਸ। ਜਿਵੇਂ ਕਿ ਟੈਸਲਾ ਦੀਆਂ ਅਕਸਰ ਸਾਡੇ ਦਰਸ਼ਕਾਂ ਨੇ ਵੀਡੀਓਜ਼ ਦੇਖੀਆਂ ਹੋਣਗੀਆਂ ਕਿ ਆਟੋਮੈਟਿਕਲੀ ਡਰਾਈਵ ਕਰਦੀ ਹੈ, ਆਟੋ ਪਾਇਲਟ ਲਗਾਏ, ਨੈਵੀਗੇਸ਼ਨ ਸਿਸਟਮ ਬਹੁਤ ਹੀ ਐਡਵਾਂਸਡ। ਗੱਡੀ ਦੇ ਵਿੱਚ ਰਡਾਰਸ ਲੱਗੇ ਹੋਏ ਨੇ, 360 ਡਿਗਰੀ ਕੈਮਰਾਸ ਪ੍ਰੈਜ਼ੈਂਟ ਨੇ। ਤੇ ਜਿਵੇਂ ਕਿ ਕਹਿ ਸਕਦੇ ਹਾਂ ਕਿ ਗੱਡੀ ਦੇ ਫੈਨ ਲੱਗਦੇ ਹੋ ਰੰਦਾਵਾ ਸਾਹਿਬ। ਬਿਲਕੁਲ ਚੰਦਰਬੀਰ ਸਿੰਘ ਜੀ, ਮੈਂ ਤੇ ਕਿਸੇ ਵੀ ਵਧੀਆ ਇਨੀਸ਼ੀਏਟਿਵ ਕੋਈ ਵੀ ਟੈਕਨੋਲੋਜੀ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਵਧੀਆ ਕਦਮ ਮੈਂ ਕਹਿ ਸਕਾਂ, ਕੁਝ ਡਿਸਰਪਟਿਵ ਜੋ ਮਾਰਕੀਟ ਦੇ ਵਿੱਚ ਆਏਗਾ ਉਹਦੀ ਅਸੀਂ ਐਪਰੀਸ਼ੀਏਸ਼ਨ ਕਰਦੇ ਹਾਂ। ਤੇ ਲੇਕਿਨ ਜੇਕਰ ਦੇਖਿਆ ਜਾਏ ਤੇ ਇਦਾਂ ਦੇ ਮੌਸਮ ਦੇ ਵਿੱਚ ਆਲ ਵੀਲ ਡਰਾਈਵ ਕਾਰਸ, ਜਰਮਨ ਟੈਕਨੋਲੋਜੀ ਦੀਆਂ ਬਣੀਆਂ ਹੋਈਆਂ ਕਾਰਸ, ਉਹ ਵੀ ਕਾਫੀ ਵਧੀਆ ਪਰਫਾਰਮੈਂਸ ਤੇ ਬਹੁਤ ਹੀ ਵਧੀਆ ਆਪਸ਼ਨ ਹੋਏਗਾ ਸਾਡੇ ਦਰਸ਼ਕਾਂ ਨੂੰ ਜਿਹੜੇ ਨਵਾਂ ਕਾਰ ਲੈਣ ਦੇ ਬਾਰੇ ਸੋਚ ਰਹੇ ਨੇ। ਤੇ ਜਿਵੇਂ ਕਿ ਟੈਸਲਾ ਅਸੀਂ ਜਾਣਦੇ ਹਾਂ ਕਿ ਪ੍ਰਾਈਸ ਜੇਕਰ ਦੇਖਿਆ ਜਾਏ ਤੇ ਕਾਫੀ ਆਊਟ ਆਫ ਰੇਂਜ ਚਲੀ ਜਾਂਦੀ ਹੈ ਤੇ ਮੋਸਟਲੀ ਲੋਕਾਂ ਨੂੰ ਅਫੋਰਡ ਨਹੀਂ ਕਰ ਪਾਉਂਦੇ ਤੇ ਲੋਕ ਟੈਸਲਾ ਲੈਂਦੇ ਨੇ। ਜਿਹੜੇ ਸਾਡੇ ਵੀਰ ਮਿੱਤਰ ਨੇ ਜਿਹੜੀ ਫਰਸਟ ਕਾਰ ਲੈਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ,
ਸੋ ਜੇਕਰ ਤੁਸੀਂ ਕੈਸ਼ ਉੱਪਰ ਕਾਰ ਲੈਂਦੇ ਹੋ, ਈਵਨ ਜੇ ਤੁਸੀਂ ਬ੍ਰਾਂਡ ਨਿਊ ਵੀ ਲੈਂਦੇ ਹੋ, ਜਿਵੇਂ ਵੀ ਹੈ ਨਾ ਜੋ ਪਲਾਨ ਕਰ ਰਹੇ ਹੋ, ਹਮੇਸ਼ਾ ਕੋਸ਼ਿਸ਼ ਕਰੋ ਕਿ ਤੁਸੀਂ 4 ਵੀਲ ਕਾਰ ਲੈ ਸਕੋ। ਬਿਲਕੁਲ ਉਹਦੇ ਜੀ। ਬਹੁਤ ਸਾਰੇ ਪਲੱਸ ਪੁਆਇੰਟ ਨੇ। ਸਾਡੇ ਅੱਗੇ ਇਸ ਟਾਈਮ ਖਲੋਤੀ ਹੈ Honda Civic ਕਾਰ Civic ਚੱਲ ਰਹੀ ਹੈ, ਹੈ ਆਈ ਗੈਸ ਕੈਨੇਡਾ ਦੀ ਸਭ ਤੋਂ ਕਾਮਨ ਕਾਰ ਜਿਹੜੀ ਕਾਮਨ ਲੋਕੀ ਕਾਰ ਹੋ ਗਿਆ ਆਰਾਮ ਦੇ ਨਾਲ ਅਫੋਰਡ ਕਰਦੇ ਨੇ ਇੱਥੇ ਜੀ। ਤੇ ਇਹਦੇ ਕਾਫੀ ਵਧੀਆ ਵੀ ਫੀਚਰਸ ਨੇ, ਤੁਸੀਂ ਦੋਨਾਂ ਦੇ ਉੱਤੇ ਚਾਨਣਾ ਪਾਣਾ ਹਾਂਜੀ, ਐਕਚੁਅਲੀ ਇਹ ਫਰੰਟ ਵੀਲ ਡਰਾਈਵ ਕਾਰ ਆ। ਸੋ ਪਰਸਨਲੀ ਮੇਰੀ ਤੇ ਇਹ ਜਿੱਦਾਂ ਫੇਵਰੇਟ ਨਹੀਂ ਆ ਮੈਂ ਕਹੂੰਗਾ, ਪਰ ਇਹ ਆ ਕਿ ਹਾਂ ਕਾਫੀ ਇਕਨੋਮਿਕਲ ਆ। ਇਦਾਂ ਦੀ ਸਨੋ ਐਟਮੋਸਫੀਅਰ ਦੇ ਵਿੱਚ ਜਿੱਦਾਂ ਹੈ ਨਾ ਤੁਸੀਂ ਦੇਖ ਰਹੇ ਜੇ, ਸੋ ਦੈਟਸ ਲਾਈਕ ਡੂ ਫਾਈਨ। ਪਰ ਮੈਂ ਜਰਮਨ ਕਾਰ ਤੇ ਹਮੇਸ਼ਾ ਜ਼ੋਰ ਦਿੱਤਾ ਆ, ਔਰ ਇਕਨੋਮਿਕਲ ਜਰਮਨ ਕਾਰ ਜਿਹੜੀ ਸਭ ਤੋਂ ਪਹਿਲਾਂ ਆਉਂਦੀ ਹੈ ਦੈਟਸ Volkswagen Jetta, ਔਰ ਇਹਦੇ ਤੋਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਹੋਰ ਬ੍ਰਾਂਡਸ ਲਾਈਕ Audi ਆ, Mercedes ਆ, BMW ਆ। ਇਹ ਸਾਰੀਆਂ ਬ੍ਰਾਂਡਸ ਜਿਹੜੀਆਂ ਨੇ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਨੇ। ਕੈਨੇਡੀਅਨ এনवायरमेंट ਨੂੰ ਲੈ ਕੇ ਤੁਸੀਂ ਆਰਾਮ ਨਾਲ ਹੰਡਾ ਸਕਦੇ ਜੇ, ਲੱਖਾਂ ਚਲਾ ਸਕਦੇ, ਲਾਈਕ 4-5 ਲੱਖ ਗੱਡੀ ਚੱਲ ਜਾਂਦੀ ਹੈ। ਅਕਸਰ ਦੇਖਿਆ ਅਸੀਂ ਆਪਣੇ ਦਰਸ਼ਕਾਂ ਨੂੰ ਇਸੇ ਦੱਸ ਦੇਣਾ ਚਾਹਾਂਗੇ ਕਿ ਸਾਡੇ ਚੰਦਰਵੀਰ ਸਿੰਘ ਆਈ ਗੈਸ ਪ੍ਰਾਊਡ ਓਨਰ ਨੇ, ਇੱਕ Audi ਓਨਰ ਨੇ, ਜਰਮਨ ਕਾਰ ਇਸ ਟਾਈਮ ਡਰਾਈਵ ਕਰ ਰਹੇ ਨੇ ਜੀ ਜੀ। ਤੇ ਕੁਝ ਦੱਸਣਾ ਚਾਹੋ ਕਿ ਤੁਸੀਂ ਕਿੱਦਾਂ ਫੈਸਲਾ ਲਿਆ Audi ਮੀਨਸ ਕੀ? ਸੋ ਬੇਸਿਕਲੀ ਮੈਂ ਮਤਲਬ ਸਪੈਸੀਫਿਕਲੀ Audi ਬਾਈ ਨਹੀਂ ਸੀ ਕਰਨ ਗਿਆ, ਮੈਂ ਸਿਰਫ ਆਪਣੇ ਡੀਲਰ ਕੋਲੋਂ ਇਹੀ ਡਿਮਾਂਡ ਕੀਤੀ ਸੀ ਕਿ ਮੈਨੂੰ ਇੱਕ ਸੈਡਾਨ ਚਾਹੀਦੀ ਹੈ, ਲਾਈਕ ਬ੍ਰਾਂਡ ਨਿਊ ਮੈਂ ਸੈਡਾਨ ਚਾਹਨਾ ਆ, ਔਰ ਉਹ 4 ਵੀਲ ਹੋਵੇ। ਸੋ ਉਹਨੇ ਜਿਹੜੀਆਂ ਮੈਨੂੰ ਆਪਸ਼ਨ ਦਿੱਤੀਆਂ, ਸੋ ਉਹਦੇ ਵਿੱਚ ਬੜੀ ਹੀ ਵਧੀਆ ਮੈਨੂੰ ਲੱਗੀ, ਲਾਈਕ ਯੂ نو Audi ਇਹਦਾ ਜਿਹੜੀ ਮੈਨੂੰ ਡੀਲ ਮਿਲ ਗਈ, ਲਾਈਕ ਯੂ نو ਜੋ ਇਹਦੇ ਲਈ ਮੈਂ ਪੇ ਕਰ ਰਿਹਾ ਹਾਂ, ਔਰ ਸੋ ਵਧੀਆ ਸੀ ਬਹੁਤ ਹੀ। ਸਾਡੇ ਇਸ ਟਾਈਮ ਇੱਧਰ ਖਲੋਤੀ ਹੈ ਰੈਂਗਲਰ ਤੇ ਆਈ ਗੈਸ ਚੰਦਰਵੀਰ ਸਿੰਘ ਦੇ ਕਾਫੀ ਵਧੀਆ ਵਿਊਜ਼ ਨੇ ਰੈਂਗਲਰ ਦੇ ਬਾਰੇ। ਰੈਂਗਲਰ ਦੇ ਬਾਰੇ ਹਾਂਜੀ, ਮਤਲਬ ਠੀਕ ਆ ਰੈਂਗਲਰ ਦਾ ਵੀ ਮੈਂ ਕੋਈ ਜ਼ਿਆਦਾ ਬਹੁਤ ਵੱਡਾ ਫੈਨ ਨਹੀਂ ਹੈ। ਜਿਵੇਂ ਅਸੀਂ ਇਹਨੂੰ ਕਾਫੀ ਤਕਰੀਬਨ ਆ ਗਿਆ ਸਾਲ ਤੋਂ ਹੀ ਰਿਵਿਊ ਕਰ ਰਹੇ ਆ, ਇਹਦੇ ਜਿਹੜੇ ਵੀ ਜੋ ਮਟੀਰੀਅਲ ਯੂਜ਼ ਕੀਤਾ ਜਾਂਦਾ ਹੈ ਇਹਦੀ ਮੈਨੂਫੈਕਚਰਿੰਗ ਦੇ ਵਿੱਚ। ਇੰਡੀਆ ਦੀ ਬਲੈਰੋ ਦੇ ਨਾਲ ਮੈਚ ਕਰਦੀ ਹੈ। ਹਾਂਜੀ ਬਿਲਕੁਲ ਕਰਦੀ, ਪਰ ਮੈਨੂੰ ਲੱਗਦਾ ਆ ਕਿ ਜਿਹੜੀ ਬਲੈਰੋ ਹੈਗੀ ਆ ਇਹਦੇ ਨਾਲੋਂ ਜਿਹੜੀ ਜ਼ਿਆਦਾ ਸਟਰੈਂਥ ਹੋਏਗੀ ਉਹਦੀ ਚਾਦਰ ਦੇ ਵਿੱਚ ਜਿਹੜੀ ਯੂਜ਼ ਕੀਤੀ ਜਾਂਦੀ ਆ। ਸੋ ਮੈਂ ਜ਼ਿਆਦਾ ਕੁਝ ਖਾਸ ਲੇਕਿਨ ਇਹ ਸਨੋ ਦੇ ਵੈਦਰ ਦੇ ਵਿੱਚ ਨਹੀਂ ਹੈ, ਵਧੀਆ ਪਰਫਾਰਮੈਂਸ ਕਰਦੀ ਹੈ ਗੱਡੀ। ਤੇ 2 ਵੀਲ ਡਰਾਈਵਸ ਦੇ ਓਨਰਸ ਨੂੰ ਕਾਫੀ ਪ੍ਰੋਬਲਮ ਆਉਂਦੀ ਹੈ। ਅਸੀਂ ਅਕਸਰ ਦੇਖਿਆ ਕਿ ਗੱਡੀਆਂ ਸਟਕ ਹੋ ਜਾਂਦੀਆਂ ਨੇ ਤੇ ਲੋਕ ਉੱਤਰ ਕੇ ਧੱਕਾ ਲਗਾ ਰਹੇ ਹੁੰਦੇ ਨੇ, ਤੇ ਬਹੁਤ ਹੀ ਕੱਲ ਹੀ ਅਸੀਂ ਦੇਖ ਰਹੇ ਸੀ ਕਿ ਅਪਹਿਲ ਜਾ ਰਹੀ ਸੀ ਗੱਡੀ, ਲੇਕਿਨ ਸਟਕ ਹੋ ਗਈ ਸੀ। ਟੋਇਟਾ ਕਰੋਲਾ ਸੀ ਤੇ 3 ਬੰਦੇ ਗੱਡੀ ਚ ਨਿਕਲੇ, ਗੱਡੀ ਨੂੰ ਧੱਕਾ ਲਗਾ ਰਹੇ ਸੀ। ਗੱਡੀ ਦੇ ਵਿੱਚ ਇੰਨੀ ਵੀ ਕੈਪੇਬਿਲਿਟੀ ਨਹੀਂ ਸੀ ਕਿ ਆਪਣੇ ਇੰਜਨ ਉਹਦਾ ਉਹਨੂੰ ਸਪੋਰਟ ਕਰ ਸਕੇ। ਸੋ ਐਕਚੁਅਲੀ ਸਿਰਫ ਟੋਇਟਾ ਕੰਪਨੀ ਦੇ ਨਾਲ ਹੀ ਨਹੀਂ ਆ, ਲਾਈਕ ਹੋਂਡਾ ਦੇ ਨਾਲ, ਹਿਊਂਡਾਈ ਦੇ ਨਾਲ ਔਰ ਸੁਬਾਰੂ, ਇਹ ਜੋ ਵੀ ਕਾਰ ਹੈਗੀਆਂ ਨੇ ਇਹ ਬਣਾਉਂਦੇ ਨਹੀਂ ਆ 4 ਵੀਲ ਅਕਸਰ। ਸੋ ਇਹ ਪ੍ਰੋਬਲਮ ਤੇ ਦੇਖੋ ਆਉਂਦੀ ਹੈ। ਇਹ ਅਸੀਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਆਪਣਾ ਪੀਜ਼ਾ ਜਿਹਦੇ ਬਾਰੇ ਚੰਦਰਵੀਰ ਸਿੰਘ ਨੇ ਥੋੜੀ ਦੇਰ ਪਹਿਲਾਂ ਹੀ ਚਾਨਣਾ ਪਾਇਆ। ਸੋ ਬੇਸਿਕਲੀ ਮੇਰਾ ਫੇਵਰੇਟ ਹੈਗਾ ਆ, ਲਾਈਕ ਮਾਈ ਪਰਸਨਲ ਫੇਵਰੇਟ, ਔਰ ਬਹੁਤ ਹੀ ਇਕਨੋਮਿਕਲ ਔਰ ਬਹੁਤ ਹੀ ਵਧੀਆ। ਜੇ ਤੁਸੀਂ ਇੱਥੇ ਕੈਨੇਡਾ ਆਏ ਹੋ ਔਰ ਆਈ ਗੈਸ ਜੇ ਤੁਹਾਡੇ ਜ਼ੁਬਾਨ ਨੂੰ ਇਹ ਖੂਨ ਲੱਗ ਗਿਆ ਪੀਜ਼ਾ ਦਾ ਤੇ ਤੁਹਾਨੂੰ ਥੋੜਾ ਜਿਹਾ ਜੇਬ ਦੇ ਯੂ ਕੈਨ ਵਿੱਚ ਆਲਵੇਜ਼ ਬੀ ਲਾਈਕ ਸ਼ਾਰਟ ਮਨੀ। ਤੇ ਅਸੀਂ ਇਸ ਟਾਈਮ ਚੰਦਰਵੀਰ ਸਿੰਘ ਮਾਰਕਮ ਰੋਡ ਦੇ ਉੱਪਰ ਇਹ ਇੰਟਰਸੈਕਸ਼ਨ ਹੈਗਾ ਮਾਰਕਮ। ਇਸ ਵੇਲੇ ਅਸੀਂ ਗਾਇਜ਼ ਕਿੰਗਸਟਨ ਰੋਡ ਦੇ ਉੱਪਰ ਜਾ ਰਹੇ ਹਾਂ, ਲੇਕ ਓਨਟਾਰੀਓ ਦੇ ਬਿਲਕੁਲ ਨਾਲ ਇਹ ਸੜਕ ਚੱਲ ਰਹੀ ਆ। ਸੋ ਹੁਣੇ ਸਾਨੂੰ ਆਈ ਗੈਸ ਦੈਟ ਵਿਲ ਬੀ ਬ੍ਰਿਮਲੀ ਇੰਟਰਸੈਕਸ਼ਨ ਆਏਗਾ, ਕਿੰਗਸਟਨ ਐਂਡ ਬ੍ਰਿਮਲੀ ਤੋਂ ਫਿਰ ਅਸੀਂ ਸਾਊਥ ਜਾਵਾਂਗੇ। ਸੋ ਆਈ ਗੈਸ ਉੱਥੇ ਫਿਰ ਸਾਨੂੰ ਇੱਕ 360 ਪੁਆਇੰਟ ਹੈਗਾ ਆ ਬਲਫਰਡਸ ਪਾਰਕ ਦਾ। ਅਸੀਂ ਉੱਥੇ ਜਾ ਕੇ ਦੇਖਦੇ ਹਾਂ ਜੇਕਰ ਸਾਨੂੰ ਕੋਈ ਬਹੁਤ ਖੂਬਸੂਰਤ ਸਪੌਟ ਉੱਥੇ ਲੱਭਦਾ ਆ ਕਾਰ ਪਾਰਕ ਕਰਨ ਲਈ, ਔਰ ਅਸੀਂ ਐਗਜ਼ੈਕਟਲੀ ਫਿਰ ਦੱਸਾਂਗੇ ਆਪਣੇ ਦਰਸ਼ਕਾਂ ਨੂੰ ਕਿ ਬਿਲਕੁਲ। ਘੁੰਮਣ ਸਾਹਿਬ ਇਸ ਟਾਈਮ ਸ਼ਾਮਾਂ ਦੇ 6 ਵੱਜ ਚੁੱਕੇ ਨੇ ਤੇ ਬਹੁਤ ਹੀ ਵਧੀਆ ਰੰਗ ਕੱਢ ਰਿਹਾ ਹੈ ਸਾਡਾ ਆਸਮਾਨ। ਡਿਫਰੈਂਟ ਲੇਅਰਸ ਦੇਖ ਸਕਦੇ ਨੇ ਦਰਸ਼ਕ ਸਾਡੇ। ਤੁਸੀਂ ਇੱਥੋਂ ਦੇ ਅਸਮਾਨ ਦੇ ਵਿੱਚ ਬਹੁਤ ਹੀ ਅਨਯੂਜੂਅਲ ਕਲਰਸ ਦੇਖੋਗੇ, ਪਿੰਕ ਦੇਖੋਗੇ, ਰੈੱਡ, ਬਲੂ, ਔਰ ਤੁਸੀਂ ਤਿੰਨੋਂ ਕਲਰ ਐਟ ਦੀ ਸੇਮ ਟਾਈਮ ਵੀ ਦੇਖ ਸਕਦੇ ਜੀ। ਸੋ ਬਹੁਤ ਹੀ ਵਧੀਆ ਇੱਥੋਂ ਦਾ ਜਿਹੜਾ ਵੈਦਰ ਕੰਡੀਸ਼ਨਸ ਬੜੀਆਂ ਖੂਬਸੂਰਤ ਨੇ, ਬਹੁਤ ਵਧੀਆ ਹੈ। ਕਲੀਅਰ ਸਕਾਈਜ਼, ਡਾਰਕ ਕਲਰਸ, ਸਪੈਸ਼ਲੀ ਜਿਹੜੀ ਸਨਰਾਈਜ਼ ਦਾ ਵੇਲਾ ਹੁੰਦਾ ਹੈ ਤੇ ਸਨਸੈਟ ਦਾ ਵੇਲਾ ਹੈ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਅਲੌਕਿਕ ਦ੍ਰਿਸ਼ ਕਹਿ ਸਕਦੇ ਹਾਂ, ਸੁਹਾਵਣਾ ਹੁੰਦਾ ਹੈ ਤੇ ਸਾਰੇ ਕਾਫੀ ਇੰਜੋਏ ਕਰਦੇ ਨੇ। ਇੱਥੇ ਬਹੁਤ ਸਾਰੀਆਂ ਹਾਊਸਿੰਗ ਪ੍ਰਾਪਰਟੀ ਤੁਸੀਂ ਦੇਖੋਗੇ, ਇਹ ਸਾਰੀਆਂ ਸੀ ਫੇਸਿੰਗ ਨੇ। ਆਈ ਗੈਸ ਅਸੀਂ ਸਮੁੰਦਰ ਦੇ ਨਾਲ ਜਾ ਰਹੇ ਹਾਂ ਉਦੋਂ ਦੇ। ਆ ਜਿਹੜੀ ਸਾਡੀ ਲੈਫਟ ਸਾਈਡ ਤੇ ਦੇਖ ਰਹੇ ਜੀ, ਦੈਟਸ ਲਾਈਕ ਅਪਾਰਟਮੈਂਟ ਬਿਲਡਿੰਗ, ਔਰ ਇਦਾਂ ਦੀਆਂ ਬਹੁਤ ਸਾਰੀਆਂ ਫੈਸਿਲਿਟੀਜ਼ ਨੇ ਇੱਥੇ। ਆਈ ਗੈਸ ਇਹ ਬੜੀ ਵਧੀਆ ਇਕਨੋਮਿਕਲ, ਇਦਾਂ ਤੁਹਾਨੂੰ ਨਾ ਬਹੁਤ ਸਾਰੀਆਂ ਸੀ ਫੇਸਿੰਗ ਅਪਾਰਟਮੈਂਟ ਵੀ ਮਿਲ ਜਾਣਗੇ ਸਕਾਰਪੀਓ ਦੇ ਵਿੱਚ, ਅਨਲਾਈਕ ਅਦਰ ਸਿਟੀਜ਼ ਯੂ نو। ਸੋ ਤੁਸੀਂ ਵਧੀਆ ਇੰਜੋਏ ਕਰ ਸਕਦੇ ਜੀ। ਸੋ ਆਈ ਗੈਸ ਨਾਓ ਵੀ ਆਰ ਹੇਅਰ ਐਟ ਬੈਲਮੀ ਐਂਡ ਕਿੰਗਸਟਨ, ਔਰ ਹੁਣੇ ਬ੍ਰਿਮਲੀ ਐਂਡ ਕਿੰਗਸਟਨ ਆਏਗਾ, ਫਿਰ ਅਸੀਂ ਉੱਥੋਂ ਸਾਊਥ ਜਾਵਾਂਗੇ।
ਤੇ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਇੱਧਰ ਵੀ ਪੈਟਰੋਲ ਪੰਪ ਅਲਟਰਾ ਮਾਲ ਦਾ ਤੇ ਇਸ ਸਾਈਡ ਗੈਸ ਸਟੇਸ਼ਨ ਸਾਡੇ ਸ਼ੈਲ ਦਾ ਹੈ। ਹਰ ਇੰਟਰਸੈਕਸ਼ਨ ਦੇ ਉੱਪਰ ਗੈਸ ਸਟੇਸ਼ਨਸ ਪ੍ਰੈਜ਼ੈਂਟ ਨੇ। ਸਭ ਤੋਂ ਜ਼ਿਆਦਾ ਇਕਨੋਮਿਕਲ ਔਰ ਸਭ ਤੋਂ ਹਮੇਸ਼ਾ ਪ੍ਰਾਈਸ ਜ਼ਿਆਦਾ ਸਸਤਾ ਰਿਹਾ ਹੈ ਹਮੇਸ਼ਾ ਤੋਂ ਜੋ ਅਸੀਂ ਦੇਖਿਆ ਹੈ, ਦੈਟ ਇਜ਼ ਪੈਟਰੋ ਕੈਨੇਡਾ। ਹਮੇਸ਼ਾ ਤੁਸੀਂ ਦੇਖੋਗੇ ਕਿ ਪੈਟਰੋ ਕੈਨੇਡਾ ਦੇ ਪ੍ਰਾਈਸਿਸ ਹਮੇਸ਼ਾ ਘੱਟ ਹੋਣਗੇ, ਪਰ ਇਹ ਆ ਕਿ ਸਾਰਿਆਂ ਦੀ ਆਪੋ ਆਪਣੀ ਪਸੰਦ ਹੈ ਕਿ ਜਿਹੜੇ ਸ਼ੈਲ ਦੇ ਲਾਇਲ ਕਸਟਮਰਸ ਹੈਗੇ ਨੇ ਹਮੇਸ਼ਾ ਸ਼ੈਲ ਸਟੇਸ਼ਨ ਦੇ ਹੀ ਜਾਂਦੇ ਨੇ। ਬਿਲਕੁਲ ਅਲਟਰਾ ਮਾਰ ਵੀ ਕਾਫੀ ਜ਼ਿਆਦਾ ਪ੍ਰਾਈਸ ਦੇ ਮੁਕਾਬਲੇ ਦੇਖਿਆ ਜਾਏ ਤੇ ਬਹੁਤ ਹੀ ਲੋ ਕਾਸਟ ਦੇ ਵਿੱਚ ਤੇਲ ਭਰਵਾਇਆ ਜਾ ਸਕਦਾ ਹੈ ਤੇ ਕੁਆਲਿਟੀ ਵੀ ਕੈਨ ਦੇ ਵਿੱਚ ਕਹਿ ਸਕਦੇ ਹਾਂ ਕਿ ਵਧੀਆ ਹੁੰਦੀ ਹੈ। ਇੰਨੀ ਬਹੁਤ ਹਾਈ ਕੁਆਲਿਟੀ ਦੇ ਤੇਲ ਵੀ ਕਾਫੀ ਵੈਰਾਈਟੀਜ਼ ਦੇ ਹੁੰਦੇ ਨੇ। ਟਿਮ ਹਾਰਟਨਸ ਐਂਡ ਸਬਵੇਜ਼, ਟਿਮ ਹਾਰਟਨਸ ਨਾਲ ਤੇ ਕੈਨੇਡਾ ਭਰਿਆ ਹੋਇਆ ਹੈ। ਬਿਲਕੁਲ ਅਸੀਂ ਦੇਖ ਸਕਦੇ ਹਾਂ ਕਿ 1 ਕਿਲੋਮੀਟਰ ਹਰ 1 ਕਿਲੋਮੀਟਰ ਬਾਅਦ ਜਿੱਧਰ ਨੂੰ ਮਰਜੀ ਜਾਓ ਤੁਸੀਂ ਕਿਸੇ ਐਸੇ ਵੀ ਇਦਾਂ ਦੇ ਪਿੰਡ ਦੇ ਵਿੱਚ ਚਲੇ ਜਾਓ, ਕਿਸੇ ਐਸੇ ਬਾਹਰ ਦੇ ਕੰਟਰੀ ਸਾਈਡ ਇਲਾਕੇ ਦੇ ਵਿੱਚ ਪਹੁੰਚ ਜਾਓ ਜਿੱਥੇ ਪੋਪੂਲੇਸ਼ਨ ਸ਼ਾਇਦ ਇੱਕ ਇਨਸਾਨ ਦੀ ਵੀ ਹੋਏ ਤੇ ਇੱਕ ਨਾਲ ਟਿਮ ਹਾਰਟਨ ਜ਼ਰੂਰ ਪ੍ਰੈਜ਼ੈਂਟ ਹੋਏਗਾ। ਹਾਂਜੀ ਹਾਂਜੀ ਬਿਲਕੁਲ, ਇਹ ਤਾਂ ਗੱਲ ਸਹੀ ਹੈ। ਅਸੀਂ ਮੈਕੋਵਨ ਟੱਪ ਰਹੇ ਹਾਂ, ਆਈ ਗੈਸ ਅਸੀਂ ਕਾਫੀ ਅੱਗੇ ਜਾਣਾ ਹੈ ਫਿਲਹਾਲ। ਤੇ ਸੋ ਤੁਸੀਂ ਰੰਧਾਵਾ ਸਾਹਿਬ ਥੋੜਾ ਦੱਸਣਾ ਚਾਹੋ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਜੇ ਤੁਸੀਂ ਕੋਈ ਨਸੀਹਤ ਦੇਣਾ ਚਾਹੋ ਜਿਹੜੇ ਕਿ ਹੁਣ ਆ ਪੈਂਡੇਮਿਕ ਦੇ ਵਿੱਚ ਕੈਨੇਡਾ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ, ਕਿਵੇਂ ਦੀ ਸਟੱਡੀ ਲੈਣੀ ਚਾਹੀਦੀ ਆ? ਬਿਲਕੁਲ ਮੈਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਜੇਕਰ ਹੋਇਆ ਸੀ ਇਹਦਾ ਸਕੋਰ 75 ਕਰੰਟ ਸਿਚੁਏਸ਼ਨ ਨੂੰ ਦੇਖਿਆ ਜਾਏ ਜੇਕਰ ਤੇ ਕੈਨੇਡਾ ਇੱਕ ਬਹੁਤ ਹੀ ਵਧੀਆ ਅਲਟਰਨੇਟਿਵ ਆਪਸ਼ਨ ਹੈ ਸਟੂਡੈਂਟਸ ਲਈ ਆਪਣਾ ਕੈਰੀਅਰ ਸੈੱਟ ਕਰਨ ਦੇ ਲਈ। ਕੈਨੇਡਾ ਬਹੁਤ ਹੀ ਸਾਰੀਆਂ ਫੈਸਿਲਿਟੀਜ਼, ਬਹੁਤ ਤਰ੍ਹਾਂ ਦੇ ਡਰਾਅ ਅੱਜ ਕੱਲ੍ਹ ਨਿਕਲ ਰਹੇ ਨੇ, ਬਹੁਤ ਸਾਰੀਆਂ ਮੀਨਸ ਕਿ ਰਿਲੈਕਸੇਸ਼ਨਸ ਅਸੀਂ ਦੇਖ ਰਹੇ ਹਾਂ ਰੂਲਸ ਦੇ ਵਿੱਚ, ਇਮੀਗ੍ਰੇਸ਼ਨ ਪਰਪਸ ਦੇ ਵਿੱਚ ਆਉਂਦੀਆਂ ਹੋਈਆਂ। ਤੇ ਮੈਨੂੰ ਲੱਗਦਾ ਹੈ ਕਿ ਆਇਲਟਸ ਨੂੰ ਲੈ ਕੇ ਜਾਂ ਕਿਸੇ ਵੀ ਹੋਰ ਰੂਲ ਨੂੰ ਲੈ ਕੇ ਕਾਫੀ ਰਿਲੈਕਸੇਸ਼ਨਸ ਪ੍ਰੋਵਾਈਡ ਕੀਤੀਆਂ ਜਾਣਗੀਆਂ। ਤੇ ਕੈਨੇਡਾ ਕਿਉਂਕਿ ਮੋਸਟ ਆਫ ਦੀ ਇਕਨੋਮੀ ਜਿਹੜੀ ਕੈਨੇਡਾ ਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਬਹੁਤ ਜ਼ਿਆਦਾ ਰਿਲਾਈ ਕਰਦੀ ਹੈ। ਆਈ ਗੈਸ 21 ਬਿਲੀਅਨ ਕੇ ਥੋੜਾ ਇਸੇ ਦੇ ਫਿਗਰ ਦੇ ਲਾਗੇ ਛਾਗੇ ਦੀ ਕੰਟਰੀਬਿਊਸ਼ਨ ਹਰ ਸਾਲ ਇੰਟਰਨੈਸ਼ਨਲ ਸਟੂਡੈਂਟ ਕਰਦਾ ਹੈ। ਤੇ ਇਸ ਟਾਈਮ ਅਸੀਂ ਦੇਖ ਸਕਦੇ ਹਾਂ ਕਿ ਪੈਂਡੈਮਿਕ ਨੂੰ ਚੱਲਦੇ ਹੋਏ ਕਾਫੀ ਕੁਝ 1 ਤੋਂ 2 ਸਾਲ 1.5 ਸਾਲ ਹੋ ਗਿਆ ਹੈ ਆਲਮੋਸਟ। ਤੇ ਇੰਟਰਨੈਸ਼ਨਲ ਸਟੂਡੈਂਟਸ ਦਾ ਆਉਣਾ ਜਾਣਾ, 에ਅਰ ਟਰੈਵਲ ਜਾਂ ਬਾਰਡਰਸ ਸੀਲ ਹੋਏ ਨੇ ਤੇ ਇੰਟਰਨੈਸ਼ਨਲ ਸਟੂਡੈਂਟ ਇੰਨੇ ਆ ਨਹੀਂ ਪਾ ਰਹੇ। ਤੇ ਇਸ ਦੇ ਕਾਰਨ ਕੈਨੇਡਾ ਕਾਫੀ ਮੀਨਸ ਕਿ ਉਹਦੀ ਇਕਨੋਮੀ ਦੇ ਉੱਪਰ ਇੰਪੈਕਟ ਪੈ ਰਿਹਾ ਹੈ, ਲੇਕਿਨ ਸਟਿਲ ਦ ਕੰਟਰੀ ਇਜ਼ ਮੈਨੇਜਿੰਗ ਟੂ ਸਰਵਾਈਵ ਐਂਡ ਦੇ ਆਰ ਗਿਵਿੰਗ ਆਊਟ ਦ ਆਫਰਸ ਟੂ ਮੇਕ ਕੈਨੇਡਾ ਲੁੱਕ ਲਾਈਕ ਐਨ ਅਟਰੈਕਟਿਵ ਆਪਸ਼ਨ ਇਨ ਫਰੰਟ ਆਫ ਆਸਟ੍ਰੇਲੀਆ, ਇੰਗਲੈਂਡ। ਔਰ ਤੁਸੀਂ ਇੱਕ ਹੋਰ ਮੈਂ ਤੁਹਾਨੂੰ ਚੀਜ਼ ਪੁੱਛਦਾ ਆ, ਵਾਟ ਅਬਾਊਟ ਲਾਈਕ ਆਸਟ੍ਰੇਲੀਆ? ਇਸ ਪੈਂਡੇਮਿਕ ਦੇ ਵਿੱਚ ਸਾਰੇ ਗੱਲਾਂ ਕਰ ਰਹੇ ਸੀ ਕਿ ਆਸਟ੍ਰੇਲੀਆ ਸ਼ੋਡ ਇਟਸ ਲਾਈਕ ਰੀਅਲ ਕਲਰਸ ਪਰ ਮੈਂ ਆਸਟ੍ਰੇਲੀਆ ਬਾਰੇ ਮੈਂ ਬਹੁਤ ਹੀ ਵਧੀਆ ਕੰਟਰੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੇਕਰ ਕਿਸੇ ਦਾ ਬੈਂਡ ਸਕੋਰ 6 ਚ ਨਹੀਂ ਆ ਰਹੇ, ਕੋਈ 5.5 ਸਕੋਰ ਕਰਦਾ ਹੈ ਤੇ ਆਸਟ੍ਰੇਲੀਆ ਜਾਇਆ ਜਾ ਸਕਦਾ ਹੈ। ਸਪੈਸ਼ਲੀ ਜੇਕਰ ਕਪਲਸ ਦੀ ਗੱਲ ਕੀਤੀ ਜਾਏ ਤੇ ਵਿਆਹ ਕਰਾ ਕੇ ਕੈਨੇਡਾ ਦੇ ਵਿੱਚ ਇਕੱਠੇ ਆਉਣਾ ਥੋੜਾ ਜਾਇਜ਼ ਨਹੀਂ ਹੈ, ਮੀਨਸ ਕਿ ਆਇਆ ਨਹੀਂ ਜਾਂਦਾ। ਇੱਕ ਪਾਰਟਨਰ ਜਿਹੜਾ ਆਇਲਟਸ ਦਾ ਪ੍ਰਾਇਮਰੀ ਪਾਰਟਨਰ ਹੈ ਉਹਨੂੰ ਪਹਿਲਾਂ ਆਉਣਾ ਪੈਂਦਾ ਹੈ ਤੇ ਫਿਰ 6 ਮਹੀਨੇ ਦੇ 1 ਸਮੈਸਟਰ ਦੇ ਗੈਪ ਦੇ ਬਾਅਦ ਦੂਸਰਾ ਪਾਰਟਨਰ ਆਉਂਦਾ ਹੈ। ਤੇ ਇਸ ਦੇ ਮੱਦੇਨਜ਼ਰ ਕਾਫੀ ਸਾਰੀਆਂ ਦਿੱਕਤਾਂ ਅਤੇ ਕਾਫੀ ਸਾਰੀਆਂ ਪ੍ਰੋਬਲਮਸ, ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਹੀ ਨੇ ਕਿ ਕਿੱਦਾਂ ਚੱਲਦੀ ਹੈ ਦੁਨੀਆ ਤੇ ਕਿੱਦਾਂ ਦੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਲੋਕੀ ਪ੍ਰੈਫਰ ਕਰਦੇ ਨੇ ਕਿ ਆਸਟ੍ਰੇਲੀਆ ਨੂੰ ਜਾਣ, ਲੇਕਿਨ ਆਸਟ੍ਰੇਲੀਆ ਇੰਨੇ ਜ਼ਿਆਦਾ ਮੀਨਸ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਪ੍ਰਤੀ ਲੀਨੀਅੰਟ ਨਹੀਂ ਹੈ। ਉੱਥੇ PR ਕਾਫੀ ਜ਼ਿਆਦਾ, ਥੋੜੀ ਨਹੀਂ ਕਹਿ ਸਕਦੇ, ਬਹੁਤ ਹੀ ਜ਼ਿਆਦਾ ਡਿਫਿਕਲਟ ਹੋ ਚੁੱਕੀ ਹੈ। ਤੇ ਨਿਤ ਨਵੇਂ ਤੋਂ ਨਵੇਂ ਰੂਲ ਆਉਂਦੇ ਨੇ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਹੱਕ ਦੇ ਵਿੱਚ ਨਹੀਂ ਬੋਲਦੇ। ਲੇਕਿਨ ਕੈਨੇਡਾ ਜਿਵੇਂ ਕਿ ਅਸੀਂ ਅਕਸਰ ਹੁਣੇ ਦੇਖਿਆ ਹੈ ਕਿ ਰੀਸੈਂਟ ਜੋ ਐਕਸਪ੍ਰੈਸ ਡਰਾਅ ਨਿਕਲਿਆ ਹੈ, ਹੈਗੇ ਨੇ ਓਪਨਲੀ ਗੱਲ ਕਰਦੇ ਆ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਤੁਸੀਂ ਇੱਥੇ ਆਓ ਔਰ ਪੜੋ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਨਾ ਰੁਕੋ ਔਰ ਇੱਥੇ ਪਰਮਨੈਂਟ ਰੈਜ਼ੀਡੈਂਟ ਹੋਵੋ। ਤੇ ਅਸੀਂ ਦੇਖਿਆ ਕਿ ਰੀਸੈਂਟ ਜਿਹੜਾ ਐਕਸਪ੍ਰੈਸ ਐਂਟਰੀ ਡਰਾਅ ਨਿਕਲਿਆ ਹੈ 2-3 ਦਿਨ ਪਹਿਲਾਂ, ਚੰਦਨਵੀਰ ਸਿੰਘ ਜੀ, ਕੱਟ ਆਫ ਸਕੋਰ 75 ਪੁਆਇੰਟਸ ਚਲਾ ਗਿਆ, ਜੋ ਕਿ ਬਿਨਾਂ ਕਿਸੇ ਐਜੂਕੇਸ਼ਨ ਦੇ, ਬਿਨਾਂ ਕਿਸੇ ਜਿਹੜਾ ਵੀ ਵੀਡੀਓ ਫਸਟ ਟਾਈਮ ਜਿੱਦਾਂ ਸੁਣ ਰਿਹਾ ਉਹਨੂੰ ਬਿਲਕੁਲ ਨਹੀਂ ਪਤਾ ਕਿ ਵਾਟ ਇਜ਼ CRS, ਕੀ ਪੁਆਇੰਟਾਂ ਦੀ ਗੱਲ ਕਰ ਰਹੇ ਆ। ਸੋ ਇਹਦੇ ਬਾਰੇ ਤੁਸੀਂ ਥੋੜਾ ਦੱਸੋ ਕਿ ਕੀ ਹਿਸਟਰੀ ਰਹੀ ਆ ਔਰ ਕਿੱਦਾਂ ਇਹ ਪੁਆਇੰਟਸ ਬਣਦੇ ਆ ਔਰ 75 ਆਉਣਾ ਮਤਲਬ ਇੰਨਾ ਜ਼ਿਆਦਾ ਹੈਰਾਨੀਜਨਕ ਕਿਵੇਂ ਰਿਹਾ ਆ, ਕਿਉਂ ਅਸੀਂ ਇਹਦੇ ਬਾਰੇ ਜ਼ਿਆਦਾ ਗੱਲ ਕਰ ਰਹੇ ਆ, ਇਹਦੇ ਬਾਰੇ ਥੋੜਾ ਦੱਸੋ। ਚੰਦਨਵੀਰ ਸਿੰਘ ਜੀ, ਮੈਂ ਬਹੁਤ ਹੀ ਆਸਾਨ ਜਿਹੇ ਸ਼ਬਦਾਂ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਸਮਰਾਈਜ਼ ਕਰਨਾ ਚਾਹਾਂਗਾ ਕਿ ਇੱਥੇ ਜਦੋਂ ਕੈਨੇਡਾ ਦੇ ਵਿੱਚ ਅਸੀਂ ਆਉਂਦੇ ਹਾਂ ਤੇ PR ਹੋਣ ਦੇ ਬਹੁਤ ਸਟੱਡੀ ਕਰਨ ਤੋਂ ਬਾਅਦ, ਪਰਮਿਟ ਲੈਣ ਤੋਂ ਬਾਅਦ ਬਿਲਕੁਲ ਬਹੁਤ ਸਾਰੇ ਰਸਤੇ ਪਹਿਲਾਂ ਜਿਹੜਾ ਪ੍ਰਸ਼ਨ ਹੁੰਦਾ ਉਸ ਵੇਲੇ ਕਿ ਆਪਾਂ ਹੁਣ PR ਕਿਵੇਂ ਹੋਣਾ ਹੈ, ਪੱਕੇ ਜਿਹੜਾ ਵੀ ਅਸੀਂ ਕਹਿੰਦੇ ਪੱਕੇ ਹੋਣਾ ਜੀ, ਪੱਕਾ ਵਸਨੀਕ ਬਣਨਾ ਕੰਟਰੀ ਦਾ, ਪਰਮਾਨੈਂਟ ਰੈਜ਼ੀਡੈਂਟ। ਸੋ ਉਹਦੇ ਬਹੁਤ ਸਾਰੇ ਤਰੀਕੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਜਿਹਦੇ ਉੱਤੇ ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ ਉਹ ਹੈ ਐਕਸਪ੍ਰੈਸ ਐਂਟਰੀ ਡਰਾਅ, ਜੋ ਕਿ ਇੱਕ ਨੇਸ਼ਨ ਵਾਈਡ ਡਰਾਅ ਨਿਕਲਦਾ ਹੈ, ਕਿਸੇ ਪ੍ਰੋਵਿੰਸ ਦੇ ਨਾਲ ਉਸ ਦਾ ਪਾਰਟਿਕੂਲਰ ਲਿੰਕ ਨਹੀਂ ਹੈ।
ਤੇ ਉਹ ਹਰ ਮਹੀਨੇ ਕਹਿ ਸਕਦੇ ਹੋ ਮਹੀਨੇ ਦੇ ਵਿੱਚ 2 ਮੀਨਸ ਕਿ ਐਵਰੀ ਨਾਓ ਐਂਡ ਦੈਨ ਡਰਾਸ ਨਿਕਲਦੇ ਰਹਿੰਦੇ ਨੇ ਤੇ ਦੇਰ ਇਜ਼ ਅ ਪੂਲ ਜਿਹਦੇ ਵਿੱਚ ਕੈਂਡੀਡੇਟਸ ਵਗੈਰਾ ਪ੍ਰੈਜ਼ੈਂਟ ਹੁੰਦੇ ਨੇ ਤੇ ਜਿਵੇਂ ਕਿ ਅਸੀਂ ਪੁਆਇੰਟਸ ਮਿਲਦੇ ਨੇ ਤੇ ਪੁਆਇੰਟ ਸਿਸਟਮ ਚੱਲ ਰਿਹਾ ਹੈ ਇਹ ਕੈਨੇਡਾ ਦੇ ਵਿੱਚ ਕਾਫੀ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਤੇ ਜਿਹੜਾ ਸਾਡੀ ਐਜੂਕੇਸ਼ਨ ਹੁੰਦੀ ਹੈ ਸਾਡੀਆਂ ਕੁਆਲੀਫਿਕੇਸ਼ਨਸ ਹੁੰਦੀਆਂ ਨੇ ਸਾਡਾ ਐਕਸਪੀਰੀਅੰਸ ਜੋ ਕਿ ਕੈਨੇਡਾ ਦਾ ਹੋ ਸਕਦਾ ਹੈ ਇੰਟਰਨੈਸ਼ਨਲ ਸਕਿਲਡ ਐਕਸਪੀਰੀਅੰਸ ਹੋ ਸਕਦਾ ਹੈ ਗ੍ਰੈਜੂਏਸ਼ਨ ਜਿਹੜੀ ਵੀ ਆ ਇੰਡੀਅਨ ਵਰਕ ਐਕਸਪੀਰੀਅੰਸ ਜੇਕਰ ਕੋਈ ਹੈਗਾ ਆ ਬਿਲਕੁਲ ਤੁਹਾਡਾ ਤੋਂ ਪਹਿਲਾਂ ਤੁਸੀਂ ਉੱਥੇ ਪਵਾ ਕੇ ਆਓ ਮੈਂਸ਼ਨ ਕਰਕੇ ਆਓ ਆਪਣੇ ਵੀਜ਼ਾ ਦੇ ਵਿੱਚ ਇੱਥੇ ਆ ਕੇ ਜਦੋਂ ਅਸੀਂ ਨਵੇਂ ਸਿਰੇ ਤੋਂ ਕੁਝ ਦੱਸਣ ਲੱਗਦੇ ਹਾਂ ਤੇ ਉਹ ਸਸਪੀਸ਼ੀਅਸ ਵੀ ਲੱਗ ਸਕਦਾ ਆ ਬਿਲਕੁਲ ਚੰਦਰ ਸਿੰਘ ਤੁਹਾਡੀ ਏਜ ਤੁਹਾਡਾ ਸਟੇਟਸ ਮੈਰੀਟਲ ਸਟੇਟਸ ਤੁਹਾਡੀ ਸਾਰਿਆਂ ਦੇ ਥੋੜੇ ਪੁਆਇੰਟਸ ਬਿਲਕੁਲ ਹਰ ਇੱਕ ਚੀਜ਼ ਨੂੰ ਵੈਲਿਡੇਟ ਕਰਕੇ ਤੁਹਾਡੀ ਇੱਕ ਪ੍ਰੋਫਾਈਲ ਕ੍ਰੀਏਟ ਕੀਤੀ ਜਾਂਦੀ ਹੈ ਜਿਹਦੇ ਵਿੱਚ ਤੁਹਾਡੇ ਸਕੋਰਸ ਆਉਂਦੇ ਨੇ ਤੇ ਮੋਸਟ ਆਫ ਦਾ ਟਾਈਮ ਅਸੀਂ ਦੇਖਦੇ ਹਾਂ ਕਿ ਕੱਟ ਆਫ ਕਾਫੀ ਸਮੇਂ ਤੋਂ 400 ਪੁਆਇੰਟ 450 ਪੁਆਇੰਟ ਮੀਨਸ 500 ਦੇ ਲਾਗੇ ਵੀ ਰਹਿੰਦਾ ਏ ਤੇ ਡਰਾ ਨਿਕਲਦੇ ਰਹਿੰਦੇ ਨੇ ਉੱਤੋਂ ਲੋਕ ਪੀਆਰ ਹੁੰਦੇ ਰਹਿੰਦੇ ਨੇ ਤੇ ਜਿਨ੍ਹਾਂ ਦੇ ਪੁਆਇੰਟਸ ਘੱਟ ਹੁੰਦੇ ਨੇ ਉਹ ਨੀਚੇ ਪ੍ਰੈਜ਼ੈਂਟ ਰਹਿੰਦੇ ਨੇ ਤੇ ਇਸ ਟਾਈਮ ਕਾਫੀ ਜ਼ਿਆਦਾ ਮੇਜਰ ਡ੍ਰੌਪ ਆਇਆ ਸੀ ਤੇ ਸਿਰਫ 75 ਸਕੋਰਸ ਜੋ ਕਿ ਜੇਕਰ ਮੈਂ ਆਸਾਨ ਸ਼ਬਦਾਂ ਵਿੱਚ ਕਹਾਂ ਤੇ ਇੰਡੀਆ ਦੇ ਵਿੱਚ ਪ੍ਰੈਜ਼ੈਂਟ ਕਿਸੇ ਵੀ ਇਨਸਾਨ ਦੇ ਕਿਸੇ ਤੁਹਾਡੇ ਪੇਰੈਂਟਸ ਦੇ ਤੁਹਾਡੇ ਜਿਹੜਾ ਵੀ ਇਨਸਾਨ ਆਏਗਾ 75 ਸਕੋਰਸ ਤੇ 110 ਸਕੋਰਸ ਤੇ ਇਕੱਲੇ ਏਜ ਦੇ ਹੀ ਹੈ ਜੇਕਰ ਏਜ ਤੁਹਾਡੀ 30 ਸਾਲ ਤੋਂ ਘੱਟ ਹੈ ਤੇ 110 ਪੁਆਇੰਟ ਤੁਹਾਨੂੰ ਮਿਲਦੇ ਨੇ ਤੇ ਕੱਟ ਆਫ ਇਸ ਟਾਈਮ 75 ਪੁਆਇੰਟਸ ਦਾ ਹੈ ਤੁਸੀਂ ਆਪੇ ਸੋਚ ਸਕਦੇ ਹੋ ਕਿ ਕੋਈ ਐਜੂਕੇਸ਼ਨ ਕੋਈ ਐਕਸਪੀਰੀਅੰਸ ਕੋਈ ਕੁਝ ਨਾ ਵੀ ਹੁੰਦੇ ਹੋਏ ਸੋ ਇਹ ਪੀਆਰ ਲਈ ਬੰਦਾ ਐਲੀਜੀਬਲ ਹੈ ਇੱਥੇ So somewhere around like 27,000 ਬੰਦੇ ਨੂੰ ਪੀਆਰ ਇੱਕੋ ਦਿਨ ਦੇ ਵਿੱਚ ਪ੍ਰੋਵਾਈਡ ਕੀਤੀ ਗਈ ਹੈ ਜੀ ਤੇ ਸੋ ਬਹੁਤ ਹੀ ਵਧੀਆ ਔਰ ਇਹਨਾਂ ਦਾ ਗੋਲ ਕੀ ਹੈਗਾ ਇਹਨਾਂ ਦੀ ਪ੍ਰੋਜੈਕਸ਼ਨ 4 ਲੱਖ ਬੰਦਾ ਪੱਕਾ ਕਰਨਾ ਹੈ ਇਹਨਾਂ ਨੇ 2022 ਤੱਕ ਜੋ ਕਿ ਅਫੀਸ਼ੀਅਲ ਸਟੇਟਮੈਂਟਸ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਐਂਡ ਬਾਈ 2023 ਜਿਹੜੀ ਪ੍ਰੋਜੈਕਸ਼ਨ ਹੈਗੀ ਆ 1.4 ਮਿਲੀਅਨ ਦੀ ਉਹਦੇ ਬਾਰੇ ਤੁਸੀਂ ਥੋੜਾ ਦੱਸੋ ਕਿ ਕੀ ਉਹ ਸਿਰਫ ਇੱਕ ਗੱਲ ਹੈਗੀ ਆ ਕੀ ਉਹ ਅਫੀਸ਼ੀਅਲ ਹੈ ਇਹ ਸਾਰੀਆਂ ਸਟੇਟਮੈਂਟਸ ਅਫੀਸ਼ੀਅਲ ਹੀ ਨੇ ਜੋ ਵੀ ਅਸੀਂ ਇਸ ਟਾਈਮ ਬੋਲ ਰਹੇ ਹਾਂ ਇਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਇਮੀਗ੍ਰੇਸ਼ਨ ਵੱਲੋਂ ਅਫੀਸ਼ੀਅਲੀ ਪ੍ਰੈਜ਼ੈਂਟ ਨੇ ਦੈਟਸ ਲਾਈਕ 1.4 ਮਿਲੀਅਨ ਉਹਨਾਂ ਨੇ ਐਪਲੀਕੈਂਟਸ ਨੂੰ ਪੀਆਰ ਦੇਣੀ ਆ ਬਾਈ 2023 ਬਿਲਕੁਲ ਚੰਦਰਵੀਰ ਸਿੰਘ ਜੀ ਸੋ ਇਦਾਂ ਹੀ ਡਰਾ ਨਿਕਲਦੇ ਰਹਿਣਗੇ ਤੇ ਅਸੀਂ ਇਸ ਟਾਈਮ ਪਹੁੰਚ ਚੁੱਕੇ ਹਾਂ ਮੈਂ ਦਿਖਾਣਾ ਚਾਹਾਂਗਾ ਉਹ ਸਾਹਮਣੇ ਜੋ ਦੀ ਕਲਾਊਡਸ ਦੇਖ ਰਹੇ ਜੇ ਉਹਨਾਂ ਦੇ ਬਿਲਕੁਲ ਹਨਾ ਥੱਲੇ ਇਹ ਜੋ ਵਿਊ ਹੈਗਾ ਹੈ ਸਾਰਾ ਲੇਕ ਓਨਟਾਰੀਓ ਹੈ ਔਰ ਬਹੁਤ ਸਾਰੀਆਂ ਕਾਰਾਂ ਇੱਥੇ ਤੁਸੀਂ ਦੇਖ ਪਾ ਰਹੇ ਹੋ ਆਈ ਗੈਸ ਸਾਰੇ ਲੱਗੀਆਂ ਹੋਈਆਂ ਨੇ ਲਾਈਟਾਂ ਜਗਾ ਕੇ ਲੋਕੀ ਵਿਊ ਦਾ ਆਨੰਦ ਮਾਣ ਰਹੇ ਨੇ ਆਪਣੇ ਨੀਅਰ ਐਂਡ ਡੀਅਰ ਵਨਸ ਦੇ ਨਾਲ ਆਏ ਹੋਏ ਨੇ ਪਹੁੰਚੇ ਹੋਏ ਨੇ ਸੋ ਬੇਸਿਕਲੀ ਇਹ ਅਗੇਨ ਮੈਂ ਤੁਹਾਨੂੰ ਦੱਸ ਦਿੰਦਾ ਆ ਇਹ ਐਗਜ਼ੈਕਟ ਜਿਹੜੀ ਲੋਕੇਸ਼ਨ ਹੈਗੀ ਆ ਸੋ ਦੈਟ ਇਜ਼ ਵੈਨ ਯੂ ਗੋ ਸਾਊਥ ਔਨ ਬ੍ਰਿਮਲੀ ਐਂਡ ਕਿੰਗਸਟਨ ਐਂਡ ਬ੍ਰਿਮਲੀ ਇੰਟਰਸੈਕਸ਼ਨ ਤੋਂ ਜਦੋਂ ਅਸੀਂ ਸਾਊਥ ਜਾਂਦੇ ਆ ਲੇਕ ਓਨਟਾਰੀਓ ਵਾਲੀ ਸਾਈਡ ਸੋ ਇੱਥੇ ਇੱਕ 360 ਪੁਆਇੰਟ ਹੈਗਾ ਆ ਔਰ ਆਲੇ ਦੁਆਲੇ ਤੁਹਾਡੇ ਸਾਰੇ ਜਿਹੜੀ ਲੇਕ ਓਨਟਾਰੀਓ ਹੀ ਆ ਇੱਥੇ ਵਧੀਆ ਸਪੌਟ ਨੇ ਬਹੁਤ ਸਾਰੇ ਪਾਰਕ ਕਰਕੇ ਸਮਰਸ ਦੇ ਵਿੱਚ ਇੱਥੇ ਰੈਂਪ ਬਣੇ ਹੋਏ ਆ ਜੇਕਰ ਤੁਹਾਡੇ ਕੋਲ ਆਪਣੇ ਕੋਲ ਪਿਕਅਪ ਟਰੱਕ ਆ ਜਾਣ ਹਨਾ ਜਿਹੜੇ ਇੱਥੋਂ ਦੇ ਕੈਨੇਡੀਅਨਸ ਨੇ ਉਹਨਾਂ ਕੋਲ ਆਪਣੀਆਂ ਤੇ ਹੁੰਦੀਆਂ ਨੇ ਯਾਟਸ ਹੁੰਦੀਆਂ ਨੇ ਬੇੜੀਆਂ ਹੁੰਦੀਆਂ ਨੇ ਤੇ ਉਹ ਲੈ ਕੇ ਆਉਂਦੇ ਨੇ ਇੱਥੇ ਔਰ ਆ ਰੈਂਪ ਦੇ ਥਰੂ ਉਹ ਕੀ ਕਰਦੇ ਨੇ ਕਿ ਆਪਣੀਆਂ ਬੇੜੀਆਂ ਨੂੰ ਲਾਂਚ ਕਰਦੇ ਨੇ ਰੈਂਪ ਹੈ ਨਾ ਲੇਕ ਓਨਟਾਰੀਓ ਦੇ ਵਿੱਚ ਔਰ ਫਿਰ ਲੋਕੀ ਬੋਟਿੰਗ ਕਰਦੇ ਨੇ ਕਾਇਕਿੰਗ ਕਰਦੇ ਨੇ ਇੱਥੇ ਸੋ ਸਮਰਸ ਵਿੱਚ ਤੇ ਬਹੁਤ ਵਧੀਆ ਆ ਸੋ ਆਈ ਗੈਸ ਤੁਸੀਂ ਹੈ ਨਾ ਆਪਣੇ ਰਾਈਟ ਸਾਈਡ ਦੇਖ ਪਾ ਰਹੇ ਜੇ ਬਿਲਕੁਲ ਇਸ ਸਮੁੰਦਰ ਤੋਂ ਪਾਣੀ ਕੱਟ ਕੇ ਇੱਕ ਲੇਕ ਦੀ ਫਾਰਮ ਦੇ ਵਿੱਚ ਬਹੁਤ ਹੀ ਸੁਹਾਵਣਾ ਇੱਕ ਕ੍ਰੀਏਟ ਕੀਤਾ ਗਿਆ ਹੈ ਆਰਟੀਫੀਸ਼ੀਅਲ ਕਿ ਨੈਚੁਰਲ ਚੰਦਰਵੀਰ ਸਿੰਘ ਜੀ ਇਹ ਜਿਹੜਾ ਲੇਕ ਓਨਟਾਰੀਓ ਹੈ ਇੱਕ ਆਰਟੀਫੀਸ਼ੀਅਲ ਜਾਂ ਨੈਚੁਰਲ ਲੇਕ ਹੈ ਓਕੇ ਨੈਚੁਰਲ ਲੇਕ ਹੈਗੀ ਆ ਬਹੁਤ ਸਾਰੀਆਂ ਸਮਾਲ ਲੇਕਸ ਹੈਗੀਆਂ ਨੇ ਜਿਹੜੀਆਂ ਕਿ ਆਰਟੀਫੀਸ਼ੀਅਲ ਨੇ ਜਸਟ ਲਾਈਕ ਯੂ نو ਸਾਡੀ ਜਿਹੜੀ ਪਰਸਨਲ ਫੇਵਰਿਟ ਰਹੀ ਹੈ ਹਮੇਸ਼ਾ ਤੋਂ ਆਪਾਂ ਬਰੈਂਪਟਨ 'ਚ ਰਹੇ ਹਾਂ ਸੋ ਦੈਟ ਵਾਸ ਪ੍ਰੋਫੈਸਰ ਲੇਕ ਔਰ ਸੋ ਅਸੀਂ ਇਸ ਟਾਈਮ ਇਸ ਪਾਰਕਿੰਗ ਦੇ ਵਿੱਚ ਗੱਡੀ ਪਾਰਕ ਕਰ ਚੁੱਕੇ ਹਾਂ ਤੇ ਅਸੀਂ ਦਰਸ਼ਕਾਂ ਨੂੰ ਥੋੜਾ ਜਿਹਾ ਗੱਡੀ 'ਚੋਂ ਬਾਹਰ ਜਾ ਕੇ ਥੋੜਾ ਵਿਊ ਦਿਖਾਉਣਾ ਚਾਹਾਂਗੇ ਕਿ ਬਾਹਰ ਕਿਸ ਤਰ੍ਹਾਂ ਦਾ ਵੈਦਰ ਹੈ ਤੇ ਠੰਡ ਬਹੁਤ ਜ਼ਿਆਦਾ ਹੈ ਤੇ ਜ਼ਿਆਦਾ ਟਾਈਮ ਬਾਹਰ ਅਸੀਂ ਸਪੈਂਡ ਨਹੀਂ ਕਰ ਪਾਵਾਂਗੇ ਸੋ ਥੋੜੀ ਜਿਹੀ ਪ੍ਰੋਬਲਮ ਆ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਬਰਫ਼ ਬਹੁਤ ਜ਼ਿਆਦਾ ਹੈ ਤੇ ਇਸ ਟਾਈਮ ਇੰਟਰਨੈਸ਼ਨਲ ਸਟੂਡੈਂਟ ਚੱਪਲਾਂ ਦੇ ਵਿੱਚ ਨਿਕਲੇ ਹੋਏ ਨੇ ਇਹਨਾਂ ਨੂੰ ਰਹਿਣਾ ਸਹਿਣਾ ਜਿਵੇਂ ਕਿ ਟਾਂਡੀ ਮੰਗਤਾ ਸਾਹਿਬ ਆਪਣੇ ਬਹੁਤ ਹੀ ਆਦਰ ਸਤਿਕਾਰ ਦੇ ਨਾਲ ਤੇ ਪੈਰਾਂ ਨੂੰ ਠੰਡ ਬਹੁਤ ਹੀ ਜ਼ਿਆਦਾ ਲੱਗ ਰਹੀ ਹੈ ਤੇ ਆਈ ਗੈਸ ਸਾਡੇ ਕੋਲੋਂ ਅੱਗੇ ਨਹੀਂ ਜਾਇਆ ਜਾਏਗਾ ਮੇਰਾ ਪੈਰ ਤੇ ਕਾਫੀ ਅੰਦਰ ਲੰਘ ਚੁੱਕਾ ਸੀ ਬਰਫ਼ ਦੇ ਤੇ ਅਸੀਂ ਦੂਸਰੀ ਸਾਈਡ ਤੋਂ ਵਿਊ ਲੈਣ ਦੀ ਕੋਸ਼ਿਸ਼ ਕਰਾਂਗੇ ਚੰਦਰਬੀਰ ਸਿੰਘ I don't think it's a good idea to go forward ਔਰ ਬੇਸਿਕਲੀ ਜਿਹੜੀ ਲੇਕ ਓਨਟਾਰੀਓ ਆ ਜਿਹੜੇ ਸ਼ੋਰਸ ਦੇ ਲਾਗੇ ਬਿਲਕੁਲ ਜੰਮੀ ਹੋਈ ਆ ਔਰ ਆਵਾਜ਼ ਇਸ ਟਾਈਮ ਦਰਸ਼ਕ ਦੇਖ ਸਕਦੇ ਨੇ ਕਿ ਕੈਨੇਡਾ ਗੂਸ ਦੀ ਇੱਥੋਂ ਦਾ ਜਿਹੜਾ ਨੈਸ਼ਨਲ ਬਰਡ ਹੈਗਾ ਆ
ਬੜੇ ਵੀਅਰਡ ਰੂਲਸ ਹੈਗੇ ਨੇ। ਜੇਕਰ ਤੁਸੀਂ ਕੈਨੇਡਾ ਗੂਸ ਨੂੰ ਹੈ ਨਾ ਕਿਸੇ ਵੀ ਕਿਸਮ ਦਾ ਨੁਕਸਾਨ ਪਹੁੰਚਾਉਂਦੇ ਹੋ ਤੇ ਤੁਹਾਨੂੰ ਇੰਡੀਆ ਵਾਪਸ ਭੇਜ ਦਿੱਤਾ ਜਾਂਦਾ ਆ। ਔਰ ਜੇਕਰ ਕੈਨੇਡਾ ਗੂਸ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਆ ਔਰ ਜਿਹੜੀ ਕੈਨੇਡੀਅਨ ਗਵਰਨਮੈਂਟ ਹੈਗੀ ਆ ਤੁਹਾਨੂੰ ਕੰਪਨਸੇਟ ਕਰਦੀ ਆ ਵਿਦ PR ਔਰ ਦੈਟਸ ਰੀਅਲ। ਸੋ ਅਸੀਂ ਲੱਗਦਾ ਹੈ ਗੱਡੀ ਦੇ ਵਿੱਚ ਵਾਪਸ ਜਾਣਾ ਪਏਗਾ। ਅਸੀਂ ਤੇ ਚਾਹੁੰਦੇ ਸੀ ਕਿ ਅਸੀਂ ਥੋੜਾ ਲੇਕ ਦੇ ਲਾਗੇ ਜਾ ਪਾਈਏ, ਲੇਕਿਨ ਜਿਵੇਂ ਕਿ ਮੇਰਾ ਪੈਰ ਕਾਫੀ ਅੰਦਰ ਜਾ ਚੁੱਕਾ ਸੀ ਬਰਫ਼ ਦੇ, ਤੇ ਮੈਨੂੰ ਨਹੀਂ ਲੱਗਾ ਕਿ ਅੱਗੇ ਜਾਣਾ ਵਾਜਿਬ ਆਪਸ਼ਨ ਸੀ ਸਾਡੇ ਦੇ ਲਈ। ਲੇਕਿਨ ਅਸੀਂ ਫਿਰ ਵੀ ਦੂਸਰੀ ਸਾਈਡ ਤੋਂ ਲੇਕ ਦਾ ਵਿਊ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਅਸੀਂ ਇਸ ਟਾਈਮ ਕਿੱਥੇ ਪਹੁੰਚੇ ਹੋਏ ਹਾਂ। ਸੋ ਆ ਤੁਹਾਡੇ ਸਾਹਮਣੇ ਮਾਊਂਟੇਨਸ ਨੇ, ਸਮਾਲ ਮਾਊਂਟੇਨਸ। ਬਿਲਕੁਲ ਹਿਲੀ ਏਰੀਆ ਹੈ ਸਕਾਰਪੋ ਰੀਜਨ, ਇੱਕ ਪਲੇਨ ਸਿੱਧਾ ਏਰੀਆ ਨਹੀਂ ਹੈ। ਤੁਸੀਂ ਇਧਰ ਜਾਣਾ ਚਾਹੋਗੇ ਥੋੜਾ ਲਾਈਕ ਐਕਸਪਲੋਰ ਦੈਟ ਏਰੀਆ? ਯਾ ਵੀ ਕੈਨ ਗੋ, ਯੂ ਕੈਨ ਟਰਾਈ ਯੂ ਨੋ। Yeah. ਇੱਥੇ ਕੀ ਹੈਗਾ ਹੈ? ਔਰ ਤੁਹਾਡੀ ਲੈਫਟ ਸਾਈਡ ਤੇ ਦੇਖ ਸਕਦੇ ਜੀ ਸਮਾਲ ਹਾਊਸਿਸ ਤੁਸੀਂ ਰੈਂਟ ਕਰ ਸਕਦੇ ਜੇ। ਇਹ ਬੋਟਸ ਹੈਗੀਆਂ ਨੇ, ਬੋਟ ਹਾਊਸਿਸ ਨੇ ਔਰ ਥੋੜੇ ਪੈਸੇ ਦੇ ਕੇ ਤੁਸੀਂ ਇੱਥੇ ਹੈ ਨਾ ਰਹਿ ਸਕਦੇ ਜੇ। ਬਿਲਕੁਲ ਬੋਟਸ ਨੇ ਪਾਣੀ ਦੇ ਵਿੱਚ ਖੜੀਆਂ ਹੋਈਆਂ ਬਹੁਤ ਨੇ ਹੀ ਉੱਥੇ। ਖੂਬਸੂਰਤ ਇਲਾਕਾ ਹੈ ਮਤਲਬ ਹੈ ਨਾ। ਇਫ ਯੂ ਡੂ ਗੁੱਡ ਇਨ ਕੈਨੇਡਾ ਸੋ ਯੂ ਕੈਨ ਐਕਸਪੀਰੀਅੰਸ ਸੋ ਮੈਨੀ ਬਿਊਟੀਫੁਲ ਥਿੰਗਸ। ਔਰ ਇਹ ਤੁਹਾਡੇ ਸਾਹਮਣੇ ਸਾਰੀਆਂ ਜਿਹੜੀਆਂ ਬਿਗ ਸ਼ਿਪਸ ਹੈਗੀਆਂ ਨੇ ਜਿਹੜੀਆਂ ਕਿ ਇਸ ਵੇਲੇ ਠੰਡ ਦੇ ਕਰਕੇ ਬਰਫ਼ ਉਹਨਾਂ ਦੇ ਨੇ ਨਾਲ ਢੱਕੀਆਂ ਹੋਈਆਂ ਨੇ ਪਾਰਕ ਕੀਤੀਆਂ ਹੋਈਆਂ ਨੇ। ਹਾਂਜੀ, ਤੇ ਸਭ ਸਮੁੰਦਰੀ ਜਹਾਜ਼ ਨੇ, ਜਿਵੇਂ ਕਿ ਤੁਸੀਂ ਇਹਨਾਂ ਦੇ ਉੱਪਰ ਇਹ ਪਾਈਪਸ ਲੱਗੇ ਹੋਏ ਦੇਖ ਸਕਦੇ ਹੋ, ਜਿਨ੍ਹਾਂ ਦੇ ਉੱਪਰ ਸੇਲਸ ਸੈੱਟ ਕਰਕੇ ਬਾਅਦ ਵਿੱਚ ਹਵਾ ਦੇ ਹੈਲਪ ਦੇ ਨਾਲ ਇਹਨਾਂ ਨੂੰ ਆਪਰੇਟ ਕੀਤਾ ਜਾ ਸਕਦਾ ਤੁਸੀਂ ਹੈ। ਰੈਂਟ ਕਰ ਸਕਦੇ ਜੀ। ਇਹਨਾਂ ਦਾ ਜਿਹੜਾ ਐਵਰੇਜ ਪ੍ਰਾਈਸ ਹੈਗਾ ਆ ਕੋਈ $5000 ਤੋਂ ਸ਼ੁਰੂ ਹੁੰਦਾ ਹੈ ਐਂਡ ਦੈਟ ਗੋਜ਼ ਅਪ। ਛੋਟੀ boat ਦਾ 5000 ਛੋਟੀ ਬੋਟ ਦਾ ਹਾਂਜੀ। ਔਰ $10-15,000 ਦੀ ਇੱਕ ਵਧੀਆ ਬੋਟ ਆ ਜਾਂਦੀ ਹੈ ਐਂਡ ਦੈਟ ਗੋਜ਼ ਅਪ ਟੂ ਲਾਈਕ ਮਿਲੀਅਨਸ। ਐਂਡ ਸਾਡੇ ਸਾਹਮਣੇ ਇਸ ਟਾਈਮ ਪਹਾੜੀਆਂ ਨੇ ਤੇ ਜੀ ਇਹਨਾਂ ਦੇ ਉੱਪਰ ਲਾਈਟਾਂ ਵੀ ਲੱਗੀਆਂ ਹੋਈਆਂ ਹੈਗਾ। ਚੰਦਰਵੀਰ ਸਿੰਘ ਜੀ ਉੱਪਰ ਘਰ ਯੂਰ ਲੈਫਟ ਯੂ ਨੋ ਤੁਸੀਂ ਦੇਖ ਸਕਦੇ ਜੀ ਜੰਮੀ ਹੋਈ ਲੇਕ ਓਨਟਾਰੀਓ, ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਤੇ ਅਸੀਂ ਜੀ ਦੂਸਰੀ ਸਾਈਡ ਤੇ ਜਾ ਕੇ ਚੰਦਰਾਂ ਨੂੰ ਆਪਣੇ ਦਰਸ਼ਕਾਂ ਨੂੰ ਹਾਂਜੀ ਅਸੀਂ ਬਿਲਕੁਲ ਦਿਖਾਉਣਾ ਚਾਹਾਂਗੇ। ਲਾਗੇ ਚਲੇ ਜਾਣਾ ਗਾਇਸ ਹੁਣੇ। ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਨੇ ਇੱਕ ਵਧੀਆ ਸਪੌਟ ਹੈ ਨਾ ਮੇਬੀ ਲੱਭ ਰਹੀਆਂ ਐਂਡ ਆਈ ਗੈਸ ਇਹ ਇਨਸਾਨ ਔਰ ਆਈ ਗੈਸ ਇਹ ਓ ਵੀਡੀਓ ਵਾਓ ਦਿਸ ਰਿਕਾਰਡਿੰਗ ਇਜ਼ ਸਿਟੀ ਨਿਊਜ਼। ਸੋ ਦਿਸ ਇਜ਼ City ਸਿਟੀ ਨਿਊਜ਼ ਲਾਈਕ ਚੈਨਲ ਅਸੀਂ ਰੋਜ਼ ਦੇਖਦੇ ਹਾਂ। ਨਿਊਜ਼ ਚੈਨਲ ਸਾਡਾ ਇਹ ਕੈਨੇਡਾ ਦਾ, ਤੇ ਇਹ ਉਹਨਾਂ ਦੀ ਰਿਪੋਰਟਿੰਗ ਆਈ ਗੈਸ ਤੇ ਵਿਊ ਵਗੈਰਾ ਕੈਪਚਰ ਕਰਨ ਆਏ ਹੋਏ ਇੱਥੋਂ ਨੇ। ਦੇ ਪ੍ਰਵਕਤਾ ਨੇ। ਬਿਲਕੁਲ ਇਹ ਗੋਦੀ ਮੀਡੀਆ ਦਾ ਆਪੋਜ਼ਿਟ ਜਿਹੜਾ ਵੀ ਵਰਡ ਹੁੰਦਾ ਹੈ। ਹਾਂਜੀ ਹਾਂਜੀ। ਸੋ ਤੁਹਾਡੇ ਲੈਫਟ ਸਾਈਡ ਬਾਓ ਯੂ نو ਸੋ ਇਹ ਰੈਂਪਸ ਹੈਗੇ ਨੇ। ਇੱਥੋਂ ਤੁਸੀਂ ਆਪਣੀ Boats. ਪ੍ਰਾਈਵੇਟ ਬੋਟ ਜਿਹੜੀ ਆ ਲਾਂਚ ਕਰਦੇ ਹੋ ਹੈ ਨਾ ਔਰ ਉਹ ਸਾਹਮਣੇ ਇੱਥੋਂ ਸਮੁੰਦਰ ਸ਼ੁਰੂ ਹੋ ਜਾਂਦਾ ਹੈ। ਔਰ ਇਹ ਵਾਓ ਦੈਟਸ ਯੂ نو ਇਹ ਸਾਰੀਆਂ ਜਿਹੜੀਆਂ ਕੈਨੇਡਾ ਗੂਸ ਨੇ ਸ਼ੋਰ ਲੱਗ ਆਈਆਂ ਹੋਈਆਂ ਨੇ 50-60 ਕੈਨੇਡਾ ਗੂਸ। ਤੇ ਅਸੀਂ ਲਾਗੋ ਦਰਸ਼ਕਾਂ ਨੂੰ ਦਿਖਾਉਣਾ ਚਾਹਾਂਗੇ ਤੇ ਇੱਥੇ ਗੱਡੀ ਲੱਗੀ ਹੋਈ ਹੈ। ਇੱਥੇ ਆਈ ਗੈਸ ਇਹ ਵੀ ਸਾਰੇ ਲੋਕ ਲਾਈਟਾਂ ਚੱਲ ਰਹੀਆਂ ਨੇ ਆਈ ਗੈਸ ਗੱਡੀ ਦੇ ਵਿੱਚ ਲੋਕ ਪ੍ਰੈਜ਼ੈਂਟ ਨੇ ਤੇ ਵਿਊ ਇੰਜੋਏ ਕਰ ਰਹੇ ਨੇ ਸਾਰੇ, ਜਿਵੇਂ ਸਿਨੇਮਾ ਹਾਲ ਦੇ ਵਿੱਚ ਲੋਕ ਆਏ ਹੋਏ ਹੁੰਦੇ ਨੇ ਹਾਂਜੀ ਤੇ ਗੱਡੀਆਂ ਦੇ ਵਿੱਚ ਫਿਲਮ ਦੇਖ ਰਹੇ ਹੁੰਦੇ ਨੇ ਪੈਂਡੈਮਿਕ ਦੇ ਮੱਦੇਨਜ਼ਰ। ਬਿਲਕੁਲ ਬਿਲਕੁਲ। ਸੋ ਇੱਥੇ ਕਾਫੀ ਗੱਡੀਆਂ ਪ੍ਰੈਜ਼ੈਂਟ ਨੇ ਤੇ ਕੈਨੇਡਾ ਆਪਣੇ ਸੀਨਰਿਕ ਵਿਊਜ਼ ਨੂੰ ਲੈ ਕੇ ਹਮੇਸ਼ਾ ਬਹੁਤ ਖੂਬਸੂਰਤ ਹੀ ਰਿਹਾ ਹੈ। ਔਰ ਆਈ ਗੈਸ ਅਸੀਂ ਹੋਰ ਲਾਗੇ ਨਹੀਂ ਜਾ ਸਕਦੇ। ਅਸੀਂ ਆਪਣੀ ਕਾਰ ਨੂੰ ਲੈ ਕੇ ਇੱਥੇ ਕਿਤੇ ਵੀ ਆਪਣੀ ਕਾਰ ਨੂੰ ਪਾਰ ਕਰ ਸਕਦੇ ਹਾਂ। ਆਈ ਗੈਸ ਅਸੀਂ ਕੱਲ ਥੋੜਾ ਇੱਥੇ ਜਾਣਿਆ ਸੀ ਹਨਾ। ਅਸੀਂ ਆਏ ਇੱਥੇ ਇੱਕ ਸਪੌਟ ਹੈਗਾ ਨਾ ਜਿਹੜਾ ਕਿ ਬਿਲਕੁਲ ਲੇਕ ਓਨਟਾਰੀਓ ਦੇ ਨਾਲ ਜਾਂਦਾ ਹੈ। ਪਾਰਕਿੰਗ ਲੋਟ ਹੈਗਾ ਹੈ। ਉਹ ਆਈ ਗੈਸ ਪਿੱਛੇ ਸੀ ਚੰਦਰਵੀਰ ਸਿੰਘ ਜੀ ਕਾਫੀ। ਤੇ ਅਸੀਂ ਦੇਖ ਸਕਦੇ ਹਾਂ ਕਿ ਬਰਫ਼ ਦੇ ਉੱਪਰ ਗੱਡੀ ਪੂਰੀ ਸਮੂਥਲੀ ਚੱਲ ਰਹੀ ਹੈ। ਤੁਸੀਂ ਕੁਝ ਸੋਚਦੇ? ਇਹ ਤਾਂ ਚੰਦਰਵੀਰ ਸਿੰਘ ਜੀ ਤੁਹਾਨੂੰ ਪਤਾ ਹੋਏਗਾ ਕਿ ਕੰਟਰੋਲਸ ਗੱਡੀ ਦੇ ਕਿਸ ਤਰ੍ਹਾਂ ਦੇ ਨਾਲ ਪਰਫਾਰਮ ਕਰ ਰਹੇ ਨੇ ਤੇ ਕੀ ਇਹ ਜੇਕਰ ਤੁਸੀਂ 180 ਡਿਗਰੀ ਦੀ ਕੁਝ ਪਰਫਾਰਮੈਂਸ ਕਰਨਾ ਚਾਹੋ ਤੇ ਬਿਲਕੁਲ ਇਹ ਵੈਸੇ ਜੇਕਰ ਅਸੀਂ ਇੱਥੇ ਹੈ ਨਾ 360 ਕਿਦਾਂ ਕੁਝ ਆਪਾਂ ਪਰਫਾਰਮੈਂਸ ਕਰਦੇ ਤੇ ਸਾਨੂੰ ਸਿਟੀ ਟੀਵੀ ਜਿਹੜਾ ਹੈਗਾ ਬਿਲਕੁਲ ਕਵਰ ਕਰ ਸਕਦਾ ਤੇ ਸਾਡੇ ਉੱਪਰ ਥੋੜੇ ਜਿਹੇ ਐਕਸ਼ਨਸ ਵੀ ਆ ਸਕਦੇ ਨੇ। ਅਸੀਂ ਲਾਈਵ ਇਸ ਟਾਈਮ ਹੋ ਸਕਦੇ ਹਾਂ ਕਿਸੇ ਚੈਨਲ ਦੇ ਉੱਪਰ। ਜੀ ਤੁਹਾਡੇ ਸਾਹਮਣੇ ਅਗੇਨ ਯੂ نو ਆ ਸਾਰੀ ਜਿਹੜੇ ਘਰ ਹੈਗੇ ਨੇ ਇਹ ਰੈਂਟਲ ਹਾਊਸਿਸ ਨੇ। $150 $200 ਇਹਨਾਂ ਦੀ ਇੱਕ ਨਾਈਟ ਹੈ ਨਾ ਇਹਦਾ ਕਿਰਾਇਆ ਹੈ। ਬਹੁਤ ਹੀ ਖੂਬਸੂਰਤ ਤੁਸੀਂ ਇੱਥੇ ਰਹਿ ਸਕਦੇ ਜੀ ਹੈ ਨਾ। ਬੋਟ ਹਾਊਸ ਦੇ ਵਿੱਚ ਇੱਕ ਨਵਾਂ ਐਕਸਪੀਰੀਅੰਸ
ਤੇ ਚੰਦਨਵੀਰ ਸਿੰਘ ਤੁਸੀਂ ਸੋ ਲੈਫਟ ਲੈ ਕੇ ਅਸੀਂ ਗਏ ਸੀ ਇੱਧਰ ਲੈਫਟ ਕਿ ਨਹੀਂ ਗਏ ਸੀ? ਮੈਨੂੰ ਲੱਗਦਾ ਆ ਆਈ ਗੈਸ ਅਸੀਂ ਕੋਈ ਤੁਹਾਨੂੰ ਵਧੀਆ ਏਰੀਆ ਲੱਭਦਾ ਜਿੱਥੇ ਤੁਸੀਂ ਥੋੜੀ ਜੀ ਯਾ ਮੈਨੂੰ ਲੱਗਦਾ ਅਸੀਂ ਹੈ ਨਾ ਕਾਫੀ ক্লোਜ਼ ਜਾ ਸਕਦੇ ਹਾਂ ਸੋ ਵੀ ਗੋਣਾ ਟਰਾਈ ਜੇਕਰ ਅਸੀਂ ਲਾਗੇ ਜਾ ਸਕੀਏ ਤੇ ਬਹੁਤ ਵਧੀਆ ਇਹਨਾਂ ਨੇ ਮੇਨਟੇਨ ਕੀਤਾ ਸੜਕਾਂ ਨੂੰ। ਲੱਗਦਾ ਨਹੀਂ ਹੈ ਕਿ 25 ਸੈਂਟੀਮੀਟਰ ਸਨੋ ਪਈ ਹੋਏਗੀ ਇੱਕ ਹੈ ਨਾ ਇੱਕ ਰਾਤ ਪਹਿਲਾਂ ਇੱਥੇ। ਤੇ ਗੱਡੀ ਦੇ ਉੱਪਰ ਵੀ ਕਾਫੀ ਡਿਪੈਂਡ ਕਰਦਾ ਹੈ ਕਿ ਅਸੀਂ ਕਿਸ ਕਾਰ ਦੇ ਵਿੱਚ ਬਾਹਰ ਨਿਕਲੇ ਆ ਇਹੋ ਜਿਹੇ ਮੌਸਮ ਦੇ ਵਿੱਚ, ਕਿਉਂਕਿ ਜਿਹੜੀ ਰੋਡਸ ਸਲਿਪਰੀ ਹੋਏ ਹੁੰਦੇ ਨੇ ਤੇ ਸਨੋ ਕਾਫੀ ਹਰਡਲਸ ਤੁਹਾਡੇ ਕੋਲ ਪਿਕਅਪ ਟਰੱਕ ਹੈਗਾ ਆ ਔਰ ਜਾਂ ਫਿਰ ਤੁਹਾਡੇ ਕੋਲ 4 ਵੀਲ ਜਰਮਨ ਕਾਰ ਆ that makes a lot of difference। ਇਹ ਜਿਹੜੀ ਕਾਰ ਹੁਣੀ ਤੁਸੀਂ ਦੇਖੀ ਆਈ ਗੈਸ ਯਾਰਡ ਜਿੱਥੇ ਪਾਰਕਿੰਗ ਹੈਗੀ ਉੱਥੋਂ ਆ ਰਹੀ ਹੈ ਗੈਸ। ਤੇ ਸਾਡੇ ਇਸ ਸਾਈਡ ਦੇ ਉੱਪਰ ਸਮੁੰਦਰ ਹੀ ਚੱਲ ਰਿਹਾ ਹੈ। ਅਸੀਂ ਸਮੁੰਦਰ ਦੇ ਬਿਲਕੁਲ ਨਾਲ ਹੀ ਲਾਈਟਾਂ ਲੱਗੀਆਂ ਹੋਈਆਂ ਨੇ। ਇਹ ਅਸੀਂ ਯਾਚ ਪਾਰਕਿੰਗ ਜਿਹੜੇ ਉਹਨਾਂ ਦੇ ਸਟੇਸ਼ਨਸ ਨੇ ਉਹਨਾਂ ਦੀਆਂ ਨੇ। ਤੁਸੀਂ ਪਾਣੀ ਵੀ ਦੇਖ ਸਕਦੇ ਹੋ ਇਸ ਟਾਈਮ। ਤੇ ਕੋਈ ਵਧੀਆ ਐਮਟੀ ਪਾਰਕਿੰਗਸ ਲੋਟ ਦੇਖ ਕੇ ਚੰਦਨਵੀਰ ਸਿੰਘ ਜੀ ਕੁਝ ਆਪਣੇ ਦਰਸ਼ਕਾਂ ਗੱਡੀ ਘੁਮਾ ਦਿਓ। ਖਾਸ ਪਰਫਾਰਮੈਂਸ ਦਿਖਾਣਾ ਚਾਹੋ। ਦੇਖ ਰਿਹਾ ਕਾਫੀ ਸਮੇਂ ਤੋਂ ਕਿ ਤੁਸੀਂ ਕਾਫੀ ਸ਼ਾਰਪ ਕੱਟ ਲਗਾ ਰਹੇ ਹੋ। ਮੈਂ ਸ਼ਾਰਪ ਕੱਟ ਲਗਾ ਰਿਹਾ ਕਿਉਂਕਿ ਮੈਨੂੰ ਸਟੀਅਰਿੰਗ ਕਰਨ 'ਚ ਬਹੁਤ ਜ਼ਿਆਦਾ ਕੌਨਫੀਡੈਂਸ ਮਹਿਸੂਸ ਹੁੰਦਾ ਹੈ। ਪਰ ਆਈ ਗੈਸ ਅਨਲਾਈਕ ਯੈਸਟਰਡੇ ਜੀ ਸੋ ਇਹ ਕੋਈ ਵਧੀਆ ਖਬਰ ਨਹੀਂ ਹੈ ਜੋ ਮੋਟਿਵ ਨਾਲ ਤੁਸੀਂ ਇੱਧਰ ਨੂੰ ਹੈਡ ਕੀਤਾ ਸੀ। ਹਾਂਜੀ ਹਾਂਜੀ ਇਹ ਪਾਰਕਿੰਗ ਲੋਟ ਵਿੱਚ ਸਨੋ ਰਿਮੂਵ ਕਰ ਦਿੱਤੀ ਗਈ ਹੈ ਤੇ ਫਿਰ ਵੀ ਥੋੜਾ ਬਹੁਤਾ ਕਰਦੀ ਹੈ ਗੱਡੀ ਘੁੰਮੀ, ਲੇਕਿਨ ਪਰ ਆਈ ਗੈਸ ਜੋ ਸੀ ਨਾ ਸੋਚ ਰਹੇ ਸੀ ਆਪਾਂ ਆਲ ਟਾਈਮ ਬੈਸਟ ਪਰਫਾਰਮੈਂਸ ਜੇਕਰ ਚਾਹੁੰਦੇ ਜੇ ਤੁਹਾਨੂੰ ਯਾਦ ਹੈ ਆਪਾਂ ਗਰਮੀਆਂ ਵਿੱਚ ਜਦੋਂ ਉੱਥੇ ਆਏ ਸੀ ਬਲਫਰ ਪਾਰਕ, ਇਹ ਉਹੀ ਪਹਾੜੀਆਂ ਨੇ ਜਿੱਥੇ ਆਪਾਂ ਹਨਾ ਕਲਾਈਮਿੰਗ ਕੀਤੀ ਕਿ ਉਹ ਸਾਡੇ ਕੋਲ ਤਸਵੀਰਾਂ ਹੈਗੀਆਂ ਨੇ ਗਰਮੀਆਂ ਦੀਆਂ। ਅਸੀਂ ਇਹਨਾਂ ਦੇ ਉੱਪਰ ਗਏ ਸੀ ਆਈ ਗੈਸ ਤੇ ਜਾਂਦੇ ਹੋਏ ਫਿਰ ਵਾਪਸ ਜਾਣ ਦੀ ਸਾਡੀ ਹਿੰਮਤ ਨਹੀਂ ਸੀ ਕਿ ਨਹੀਂ ਉਹ ਗਾਂ ਅੱਗੇ ਚਲੇ ਗਏ ਸੀ। ਹਾਂ ਅੱਗੇ ਦੇ ਅੱਗੇ ਨਿਕਲ ਗਏ ਸੀ ਕਿਸੇ ਦੂਸਰੀ ਸਾਈਡ ਨੂੰ ਹੀ। ਸਾਨੂੰ ਉੱਥੇ ਇੱਕ ਬੜਾ ਵਧੀਆ ਗੁਜਰਾਤੀ ਕਪਲ ਮਿਲਿਆ ਸੀ ਆਈ ਗੈਸ, ਉਹ ਵੀ ਕਲਾਈਮ ਕਰ ਰਹੇ ਸੀ ਔਰ ਫਿਰ ਤੁਹਾਨੂੰ ਆਏਗਾ ਮੈਂ ਪੁੱਛ ਰਿਹਾ ਸੀ ਤੁਹਾਨੂੰ ਕਿ ਜੇਕਰ ਮੈਂ ਉੱਪਰ ਨਾ ਪਹੁੰਚ ਸਕਿਆ ਸੰਬੋਧਨ ਕਰ ਰਹੇ ਸੀ ਮੈਨੂੰ ਨੀਚੇ ਤੇ ਮੈਂ ਉੱਪਰ ਹੈਰਾਨ ਹੋ ਰਿਹਾ ਸੀ ਕਿ ਹਾਂ ਇਸ ਟਾਈਮ ਅਸੀਂ ਘੁੰਮ ਰਹੇ ਹਾਂ ਸਕਾਰਪੀਓ ਰੀਜਨ ਟੋਰਾਂਟੋ ਤੇ ਟੈਂਪਰੇਚਰ ਇਸ ਟਾਈਮ -9 ਡਿਗਰੀ ਤੇ ਫੀਲਸ ਲਾਈਕ -14 ਡਿਗਰੀ ਹੈ। तो चंद्रवीर सिंह जी किसे दसना चाहोगे कि एक्चुअल टेंपरेचर और फील्स लाइक ਦੇ ਵਿੱਚ ਕਾਫੀ ਅੰਤਰ ਆ ਜਾਂਦਾ ਹੈ ਤੇ ਕਈ ਵਾਰ ਤੇ ਕਿ ਕਿਹੜਾ ਐਕਚੁਅਲ ਕੀ ਚੀਜ਼ ਹੈ ਇਹਨਾਂ ਦੇ ਵਿੱਚ? ਸੋ ਜੋ ਤੁਹਾਨੂੰ ਅਸਲ 'ਚ ਮਹਿਸੂਸ ਹੁੰਦਾ ਹੈ ਜਿੱਦਾਂ ਵਿੱਚ ਨਾ ਕਹਿੰਦੇ ਨੇ ਕਿ ਫੀਲਸ ਲਾਈਕ, ਸੋ ਐਕਚੁਅਲੀ ਉਹੀ ਟੈਂਪਰੇਚਰ ਜਿਹੜਾ ਹੁੰਦਾ ਹੈ। ਸੋ ਇਸ ਤਰ੍ਹਾਂ ਹੈ ਕਿ ਜਦੋਂ ਥੋੜਾ ਜਿਹਾ ਵੀ ਬਾਹਰ ਏਰੀ ਜਾਂ ਹੈ ਥੋੜਾ ਵਿੰਡੀ ਵੈਦਰ ਹੋ ਜਾਂਦਾ ਹੈ ਤਾਂ ਹਵਾ ਜਿਹੜੀ ਇੰਨੀ ਜ਼ਿਆਦਾ ਪੈਨੀਟ੍ਰੇਟ ਕਰਦੀ ਹੈ ਕਿ ਤੁਸੀਂ ਕਿਸੇ ਵੀ ਚੀਜ਼ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ। ਸੋ ਈਵਨ ਕਈ ਵਾਰੀ ਇਦਾਂ ਹੁੰਦਾ ਕਿ 0 ਡਿਗਰੀ Celsius temperature ਹੈਗਾ ਆ and that feels like -8, so that actually feels like -8 because of windy weather, so feels like ਜਿਹੜਾ ਹੈਗਾ ਆ actually ਤੇ ਉਹੀ ਹੈ ਜੋ ਤੁਸੀਂ ਵਾਕਈ ਫੀਲ ਕਰਦੇ ਹੋ ਤੇ ਇਹਦਾ ਕੋਈ ਵੀ ਮਤਲਬ ਹੱਲ ਨਹੀਂ। ਜਦੋਂ ਮਤਲਬ ਕਿ ਏਅਰ ਹੀ ਹੋ ਜਾਂਦਾ ਹੈ ਆਲੇ ਦੁਆਲੇ ਹੈ ਨਾ ਐਟਮੋਸਫੇਅਰ, ਆਪਾਂ ਕੁਝ ਨਹੀਂ ਕਰ ਸਕਦੇ ਉਹਦੇ ਵਿੱਚ। ਜੇਕਰ ਟੈਂਪਰੇਚਰ -15 -20 ਤੱਕ ਵੀ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਪੋਜ਼ ਕਰਦਾ ਕੰਮ ਦੇ ਮੁਕਾਬਲੇ ਦੇਖਿਆ ਜਾਏ, ਲੇਕਿਨ ਜਦੋਂ ਵੀ ਥੋੜੀ ਜਿਹੀ ਵੀ ਹਵਾ ਚੱਲਦੀ ਹੈ ਤੇ ਜਿਹੜਾ -5 ਡਿਗਰੀ ਟੈਂਪਰੇਚਰ ਵੀ ਹੈ ਉਹ ਵੀ ਬਰਦਾਸ਼ਤ ਕਰਨ ਦੀ ਅਵਸਥਾ ਤੋਂ ਬਾਹਰ ਚਲਾ ਜਾਂਦਾ ਹੈ ਕਿਉਂਕਿ ਜਿਹੜੀ 에ਅਰ ਪੈਨੀਟ੍ਰੇਸ਼ਨ ਕੈਪੈਸਿਟੀ ਹੈ ਤੇ ਬਹੁਤ ਹੀ ਜ਼ਿਆਦਾ ਹੈ। ਤੇ ਸਾਡੇ ਜੇਕਰ ਇੰਡੀਆ ਦੇ ਕੱਪੜੇ ਨੇ ਜੇਕਰ ਤੁਹਾਡੇ ਕੋਲ ਤੇ ਕੈਨੇਡਾ ਦੀ ਕੋਈ ਪਾਰਟਿਕੂਲਰ ਥਰਮਲ ਜੈਕਟ ਵਗੈਰਾ ਨਹੀਂ ਹੈ ਤੇ ਫਿਰ ਤੁਹਾਡੇ ਲਈ ਕਾਫੀ ਦਿੱਕਤ ਆ ਸਕਦੀ ਹੈ। ਅਕਸਰ ਅਸੀਂ ਇੰਡੀਆ ਤੋਂ ਜਦੋਂ ਸਟੂਡੈਂਟਸ ਆਉਂਦੇ ਆ ਤੇ ਕਾਫੀ ਅਸੀਂ ਲੈ ਕੇ ਆਉਂਦੇ ਆ ਕੱਪੜੇ ਨਾਲ, ਬੜੀਆਂ ਵੱਡੀਆਂ ਜੈਕਟਾਂ ਲੈ ਕੇ ਆਉਂਦੇ ਆ। ਉਹ ਇੰਨੀਆਂ ਜ਼ਿਆਦਾ ਕਾਮਯਾਬ ਜਾਂ ਕਾਰਗਰ ਸਾਬਤ ਨਹੀਂ ਹੁੰਦੀਆਂ ਇਹੋ ਜਿਹੇ ਵੈਦਰ ਕੰਡੀਸ਼ਨਸ ਦੇ ਵਿੱਚ ਕਿਉਂਕਿ ਤੇ ਬਿਲਕੁਲ ਸਹੀ ਗੱਲ ਹੈ ਜੀ। ਉਹ ਹੀਟ ਤੇ ਪ੍ਰੋਵਾਈਡ ਕਰ ਦਿੰਦੀਆਂ ਨੇ ਲੇਕਿਨ ਅਸੀਂ ਅਕਸਰ ਦੇਖਿਆ ਕਿ ਸਨੋ ਜਿਹੜਾ ਹੈ ਨਾ ਪਾਣੀ ਵਗੈਰਾ ਵਾਟਰ ਪ੍ਰੋਟੈਕਸ਼ਨ ਸਭ ਕੁਝ ਚਾਹੀਦਾ ਹੈ। ਸੋ ਆਈ ਗੈਸ ਸਾਡੇ ਦਰਸ਼ਕਾਂ ਨੂੰ ਪੈਸੇ ਜਿਹੜੇ ਖਰਚਣੇ ਨੇ ਤੁਸੀਂ ਜਿਹੜੇ ਇੱਥੇ ਆ ਕੇ ਖਰਚਣੇ ਚਾਹੀਦੇ ਨੇ। ਹਾਂਜੀ ਬਿਲਕੁਲ, ਕਿਉਂਕਿ ਉਨੇ ਇੱਕ ਪ੍ਰਾਈਸ ਦੇ ਵਿੱਚ ਉਨੀ ਪ੍ਰਾਈਸ ਰੇਂਜ ਦੇ ਵਿੱਚ ਇੱਥੋਂ ਵੀ ਸਭ ਕੁਝ ਲਿਆ ਜਾ ਸਕਦਾ ਹੈ ਤੇ ਉਹ ਇੱਥੋਂ ਲਈ ਹੀ ਬਣਿਆ ਹੋਇਆ ਹੈ। ਤੇ ਸੋ ਮੈਂ ਦਰਸ਼ਕਾਂ ਨੂੰ ਆਪਣਾ ਐਡਵਾਈਸ ਦੇਣਾ ਚਾਹਾਂਗਾ ਕਿ ਕਿਸੇ ਤਰ੍ਹਾਂ ਦੀ ਜੈਕਟ ਜੇਕਰ ਤੁਸੀਂ ਬਿਗ ਬ੍ਰਾਂਡ ਦੇ ਪਿੱਛੇ ਜਾ ਰਹੇ ਹੋ ਜਾਂ ਕੁਝ ਵੱਡੀ ਮਹਿੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਪੈਸੇ ਨਾਲ ਲੈ ਆਓ ਤੇ ਇੱਥੋਂ ਲਓ ਤਾਂ ਕਿ ਅਡੈਪਟ ਕਰ ਸਕੋ। $150 ਵਿੱਚ ਤੁਹਾਨੂੰ ਇੱਕ ਬਹੁਤ ਵਧੀਆ ਜਿਹੜੀ ਹੈ ਨਾ
ਲਾਈਕ ਇਨਸੂਲੇਟਡ ਔਰ ਹੈ ਨਾ ਸੀਕੇ ਦੀ ਤੁਹਾਨੂੰ ਜੈਕਟ ਮਿਲ ਜੇਗੀ ਗਾਇਸ ਇੱਥੋਂ। ਔਰ ਅਸੀਂ ਟਰਾਈ ਕਰਦੇ ਹਾਂ ਜੇਕਰ ਹੈ ਨਾ ਸਾਨੂੰ ਕਿਤੇ ਕੋਈ ਵਧੀਆ ਸਪੌਟ ਲੱਭਦਾ ਆ। ਸੋ ਯਾ ਇਸ ਟਾਈਮ ਅਸੀਂ ਦੇਖ ਰਹੇ ਹਾਂ ਕਿ ਕਾਫੀ ਹਨੇਰਾ ਵੀ ਵੱਧਦਾ ਜਾ ਰਿਹਾ ਹੈ। ਅਸਮਾਨ ਆਪਣੀ ਡਿਫਰੈਂਟ ਤਰ੍ਹਾਂ ਦੀ ਡਾਰਕ ਬਲੂ ਜਾਂ ਨੇਵੀ ਬਲੂ ਲਾਈਟ ਛੱਡ ਰਿਹਾ ਹੈ ਤੇ ਕੁਝ ਹੀ ਪਲਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਇੱਕ ਪਿੰਕਿਸ਼ ਗਲੋ ਆਏਗੀ ਅਸਮਾਨ ਦੇ ਵਿੱਚ, ਜੋ ਕਿ ਪਾਣੀ ਦੇ ਕਾਰਨ ਹੋਏਗੀ ਤੇ ਸਨਸੈਟ ਤੇ ਤੋਂ ਬਾਅਦ ਦੇਖ ਰਹੇ ਜੀ ਬਹੁਤ ਸਾਰੀਆਂ ਗੱਡੀਆਂ ਨੇ ਜਿਨ੍ਹਾਂ ਲੋਕਾਂ ਨੇ ਹਨਾ ਇੱਥੇ ਪਾਰਕ ਕੀਤੀਆਂ ਨੇ ਔਰ ਲੋਕ ਇਸ ਗਿਲਡਵੁੱਡ ਪਾਰਕ ਦਾ ਹਨਾ ਆਨੰਦ ਇਸ ਮਾਣ ਰਹੇ ਅਲੌਕਿਕ ਨੇ। ਵਿਊ ਦਾ ਨਜ਼ਾਰਾ ਲੈ ਰਹੇ ਨੇ। That seems suspicious, but still. ਸੋ ਇੱਕ ਤੇ ਗਾਇਸ ਇਹੀ ਸਪੌਟ ਹੈਗਾ ਆ ਗਿਲਡਵੁੱਡ ਪਾਰਕ ਔਰ ਇਦਾਂ ਦੇ ਬਹੁਤ ਸਾਰੇ ਸਪੌਟਸ ਹੈਗੇ ਨੇ ਜਿਹੜੇ ਕਿ ਲੇਕ ਓਨਟਾਰੀਓ ਦੇ ਬਿਲਕੁਲ ਇੱਕਦਮ ਕੋਸਟ ਦੇ ਲਾਗੇ ਤੁਸੀਂ ਹੈ ਨਾ ਦੇਖ ਸਕਦੇ ਹੋ। ਔਰ ਖਾਸ ਕਰ ਜੇ ਤੁਸੀਂ ਸਕਾਰਬਰੋ ਦੇ ਵਾਸੀ ਹੋ ਜਾਂ ਬਰੈਂਪਟਨ ਦੇ ਜਾਂ ਹੈ ਨਾ ਟੋਰਾਂਟੋ ਏਰੀਆ ਜੀਟੀ ਤੇ ਕਿਤੇ ਵੀ ਰਹਿੰਦੇ ਹੋ ਤੁਸੀਂ, ਸੋ ਅਸੀਂ ਬਿਲਕੁਲ ਰਿਕਮੈਂਡ ਕਰਾਂਗੇ ਤੁਸੀਂ ਹੈ ਨਾ ਬਲਫਰਸ ਪਾਰਕ। ਇਹ ਦੇਖੋ ਚੰਦਰਵੀਰ ਸਿੰਘ ਜੀ ਅਗਲੀ ਗੱਡੀ ਕਿੱਦਾਂ ਹੁਣੇ ਘੁੰਮੀ ਹੈ। ਪਿਛਲੀ ਟਾਇਰ ਹਾਂਜੀ। ਇਹ ਆਲ ਵੀਲ ਡਰਾਈਵ ਇਹ ਪਿਕਅਪ ਟਰੱਕ ਹੈ, ਲੇਕਿਨ ਇਹ ਆਲ ਵੀਲ ਡਰਾਈਵ ਹੈ ਕਿ ਹੋਣਾ ਚਾਹੀਦਾ ਸੀ, ਲੇਕਿਨ ਇਹ ਕੀ ਆਲ ਵੀਲ ਡਰਾਈਵ ਗੱਡੀ ਹੈ। ਨਹੀਂ ਜਿਵੇਂ ਤੁਸੀਂ ਦੇਖ ਰਹੇ ਹੋ that ਕਾਫੀ slow- struggling a lot ਯਾ ਇਹ ਸਲੋਪ just to ਕਾਫੀ ਆਈ climb ਹੈ। up or we are not even on sports mode that's just like you know simple ਲੇਕਿਨ ਸਨੋ ਰਿਮੂਵ ਕਰ ਦਿੱਤੀ ਗਈ ਹੈ ਸੜਕ ਦੇ ਉੱਪਰੋਂ ਤੇ oh my god that will be like very embarrassing ਉਹ ਸੋਚ ਰਿਹਾ ਹੋਊਗਾ ਕਿ ਲਾਈਕ ਇਹਨੂੰ ਸੈਡਾਨ ਜਿਹੜੀ ਕਿਦਾਂ ਚਲੇਗੀ ਲੱਗੂ, ਪਰ ਇਹ ਆ ਕਿ ਹਾਂ that's reality gotta be having you know ਸੋ ਸਾਡੇ ਦਰਸ਼ਕਾਂ ਨੂੰ ਐਡਵਾਈਸ ਹੈ ਕਿ ਇਹੋ ਜਿਹੇ ਵੈਦਰ ਕੰਡੀਸ਼ਨਸ ਵਿੱਚ ਬਹੁਤ ਹੀ ਇਹਤਿਆਤ ਵਰਤਦੇ ਹੋਏ ਲਾਈਕ ਜਿੱਦਾਂ ਅਸੀਂ ਜਿਸ ਤਰ੍ਹਾਂ ਸਾਡੇ ਘੁੰਮਣ ਸਾਹਿਬ ਕੋਸ਼ਿਸ਼ ਕਰ ਰਹੇ ਨੇ ਕਾਫੀ ਸਮੇਂ ਤੋਂ, ਜੋ this ਕਿ is how ਆਪਣੀ not to drive car ਬਿਲਕੁਲ ਆਪਣੀ 180 ਡਿਗਰੀ ਗੱਡੀ ਘੁਮਾਉਣ ਵਾਲੀ ਪਰਫਾਰਮੈਂਸ ਆਈ ਗੈਸ ਨਹੀਂ ਦੇ ਪਾਏ ਕੁਝ ਕਾਰਨਾਵਸ਼ ਤੇ ਉਹ ਸੜਕ ਦੇ ਉੱਪਰ ਹੀ ਕੁਝ ਇਹ ਬਿਲਕੁਲ ਜਨਾਬ ਸਾਹਿਬ ਮੈਨੂੰ ਮੈਂ ਤਾਂ ਨਹੀਂ ਪਰਫਾਰਮੈਂਸ ਦੇ ਪਾਇਆ ਕਿਉਂਕਿ ਇੱਥੇ ਸਫੀਸ਼ੀਐਂਟ ਸਨੋ ਨਹੀਂ ਸਫੀਸ਼ੀਐਂਟ ਸਨੋ ਨਹੀਂ ਸੀ ਤੇ ਸਨੋ ਦਾ ਟੈਕਸਚਰ ਵੀ ਬਹੁਤ ਮੈਟਰ ਕਰਦਾ ਹੈ ਹਾਂ, ਤੇ yeah. ਗੱਡੀਆਂ ਵੀ ਕਾਫੀ ਸਕੈਟਰ ਹੋ ਕੇ ਪਾਰਕ ਹੋਈਆਂ ਹੋਈਆਂ ਸੀ, ਕੋਈ ਵਧੀਆ ਮੈਦਾਨ ਦਿਖਿਆ ਨਹੀਂ ਜੀ ਜਿੱਥੇ ਇਦਾਂ ਦਾ ਰਿਸਕ ਲਿਆ ਜਾ ਸਕੇ। ਸੋ ਜਿਹੜਾ ਇਹ ਬਲਫਰ ਪਾਰਕ ਹੈਗੀ ਆ ਤੁਸੀਂ ਦੇਖਿਆ ਹੈ ਕਿ ਹਨਾ ਕਾਫੀ ਆਕਿਊਪਾਈਡ ਵੀ ਸੀ ਅੱਜ, ਬਹੁਤ ਸਾਰੀਆਂ ਗੱਡੀਆਂ ਕੱਲ ਰਾਤ ਦੇ ਮੁਕਾਬਲੇ ਚੰਦਨਵੀਰ ਸਿੰਘ ਜੀ ਇੱਥੇ ਕਾਫੀ ਜ਼ਿਆਦਾ ਦੁਨੀਆ ਇਸ ਬਹੁਤ ਟਾਈਮ ਸਾਰੇ ਆਈ ਹੋਈ ਲੋਕ ਸੀ। ਸੀ ਅੱਜ ਇੱਥੇ। ਲੋਕ ਮਤਲਬ ਕਿ ਇਦਾਂ ਪੀਸਫੁਲ ਔਰ ਹਨਾ ਇਦਾਂ ਦੇ ਸਾਇਲੈਂਟ ਸਪੌਟ ਲੱਭਦੇ ਰਹਿੰਦੇ ਨੇ, ਸਾਡੇ ਵਾਂਗੂ ਲੋਕ ਐਕਸਪਲੋਰ ਹਨਾ ਕਰਦੇ ਰਹਿੰਦੇ ਨੇ। ਬਿਲਕੁਲ ਕੈਨੇਡੀਅਨ ਕਮਿਊਨਿਟੀ ਬਹੁਤ ਹੀ ਫਰੈਂਡਲੀ ਤੇ ਬਹੁਤ ਹੀ ਵਧੀਆ ਨੇਚਰ ਦੇ ਲੋਕ ਆ, ਜੇਕਰ ਇਹਨਾਂ ਨਾਲ ਗੱਲਬਾਤ ਕੀਤੀ ਜਾਏ ਤੇ ਬਹੁਤ ਹੀ ਹੈਲਪਫੁਲ, ਕੁਆਇਟ ਲਵਿੰਗ ਪੀਪਲ ਯੂ نو ਬਿਲਕੁਲ ਬਹੁਤ ਹੀ ਚੰਗੇ ਲੋਕ ਕਹਿ ਸਕਦੇ ਹਾਂ ਅਸੀਂ ਐਸ ਕੰਪੇਅਰ ਟੂ ਅਦਰ ਕਮਿਊਨਿਟੀਜ਼। ਕੈਨੇਡਾ ਆ ਕੇ ਹਰ ਇੱਕ ਇਨਸਾਨ ਨੂੰ ਭਾਵੇਂ ਉਹ ਪੰਜਾਬੀ ਹੋਵੇ ਭਾਵੇਂ ਉਹ ਚਾਈਨੀਜ਼ ਹੈ ਨਾ ਜਿੱਥੋਂ ਵੀ ਆਂਦਾ ਇਵਨ ਉਹ ਸਾਰਿਆਂ ਨੂੰ ਇੱਕ ਵਾਰੀ ਮੌਕਾ ਮਿਲਦਾ ਹੈ ਕਿ ਦੇ ਕੈਨ ਲਿਵ ਯੂ نو ਵਿਦ ਟ੍ਰੈਂਕੁਇਲਿਟੀ, ਉਹ ਮਤਲਬ ਸ਼ਾਂਤੀ ਦੇ ਨਾਲ ਰਹਿ ਸਕਦੇ ਨੇ। ਪਰ ਜਿਹੜੇ ਸ਼ਰਾਰਤੀ ਅਨਸਰ ਹੈਗੇ ਨੇ ਹਨਾ ਉਹ ਸੇਮ ਹੀ ਰਹਿੰਦੇ ਨੇ, ਉਹ ਜਿੱਥੇ ਮਰਜ਼ੀ ਚਲੇ ਜਾਣ ਇਦਾਂ ਦੇ ਹੈ ਨਾ ਟ੍ਰੈਂਕੁਇਲ ਲਾਈਕ ਐਟਮੋਸਫੇਅਰ ਵਿੱਚ ਵੀ ਆ ਜਾਣ ਉਹਨਾਂ ਨੇ ਇੱਥੇ ਵੀ ਮਤਲਬ ਕੁਛ ਨਾ ਕੁਛ ਸ਼ਰਾਰਤਾਂ ਕਰਨੀਆਂ ਨੇ। ਕੈਨੇਡਾ ਬਹੁਤ ਹੀ ਵਧੀਆ ਕੰਟਰੀ ਹੈ, ਇਟਸ ਲਾਈਕ ਹੈ ਪੈਰਾਡਾਈਜ਼ ਔਨ ਅਰਥ ਤੇ ਬਹੁਤ ਸਾਰੀਆਂ ਓਪਰਚੁਨਿਟੀਜ਼ ਪ੍ਰੋਵਾਈਡ ਕਰਦਾ ਹੈ ਇੰਟਰਨੈਸ਼ਨਲੀ ਸਕਿਲਡ ਵਰਕਰਸ ਨੂੰ, ਇੰਟਰਨੈਸ਼ਨਲੀ ਐਜੂਕੇਟਿਡ ਪੀਪਲ, ਸਾਰਿਆਂ ਨੂੰ ਓਪਰਚੁਨਿਟੀਜ਼ ਪ੍ਰੋਵਾਈਡ ਕਰਦਾ ਆਪਣਾ ਵਧੀਆ ਕਰੀਅਰ ਸੈੱਟ ਕਰਨ ਦੀਆਂ, ਅਮੀਰ ਹੋਣ ਦੀਆਂ, ਗਰੋ ਕਰਨ ਦੀਆਂ ਇਕੁਅਲ ਓਪਰਚੁਨਿਟੀਜ਼। ਦੇयर इज ਵੈਰੀ ਲੈਸ discrimination present, although there is somewhat, but it is negligible as compared to ਸਰਵੇਜ਼ ਗਾਇਜ਼ ਆਉਂਦੇ ਰਹਿੰਦੇ ਨੇ, ਤੁਸੀਂ ਸਰਵੇਜ਼ ਦੇਖਦੇ ਰਹੋਗੇ, ਉਹਨਾਂ ਦੇ ਉੱਪਰ ਬਿਲੀਵ ਕਰਨ ਦਾ ਕੋਈ ਫਾਇਦਾ ਨਹੀਂ। ਜੋ ਗਰਾਊਂਡ ਰਿਐਲਿਟੀ ਆ ਔਰ ਜੋ ਇੰਡੋਰਸ ਕੀਤਾ ਜਾਂਦਾ ਹੈ, ਕਈ ਵਾਰੀ ਮੈਂ ਹੈਰਾਨ ਰਹਿ ਜਾਂਦਾ। ਮੇਰੇ ਪੇਰੈਂਟਸ ਕਈ ਵਾਰੀ ਮੈਨੂੰ ਕਹਿੰਦੇ ਨੇ ਕਿ ਬਰੈਂਪਟਨ ਦੇ ਕੁਝ ਐਵੇਂ ਹੋ ਰਿਹਾ ਕਿ ਵਾਕਈ ਉੱਥੇ ਇਦਾਂ ਦਾ ਮਾਹੌਲ ਆ ਸੋ ਮੈਂ ਕਈ ਵਾਰੀ ਹੈਰਾਨ ਬਰੈਂਪਟਨ ਕਾਫੀ ਬਦਨਾਮ ਬੈਡ ਨੇਮ ਗੇਨ ਕਰ ਚੁੱਕਾ ਹੈ ਲੋਕਾਂ ਦੀ ਨਜ਼ਰ ਦੇ ਵਿੱਚ, ਸਪੈਸ਼ਲੀ ਜੇਕਰ ਪਾਰਟਿਕੂਲਰ ਏਰੀਆਜ਼, ਉਹ ਬਿਲਕੁਲ ਵੀ ਇਦਾਂ ਨਹੀਂ ਹੈ ਕੁਝ ਵੀ। ਬਿਲਕੁਲ ਪਾਰਟਿਕੂਲਰ ਏਰੀਆਜ਼ ਜਿਵੇਂ ਕਿ ਅਕਸਰ ਨਿਊਜ਼ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੇ ਟਿਕਟੌਕ ਜਾਂ ਅਦਰ ਸੋਸ਼ਲ ਪਲੇਟਫਾਰਮਸ ਦੇ ਉੱਪਰ ਸਾਡੇ ਦਰਸ਼ਕ ਦੇਖਦੇ ਹੋਣਗੇ ਕਿ ਸ਼ੈਰੀਟਨ ਪਲਾਜ਼ਾ, ਸ਼ੈਰੀਟਨ ਕਾਲਜ,
ਕਿੱਦਾਂ ਉੱਥੇ ਲੜਾਈਆਂ ਹੁੰਦੀਆਂ ਨੇ, ਪੰਜਾਬੀ ਕੁਝ ਸ਼ਰਾਰਤੀ ਅਨਸਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਕਮਿਊਨਿਟੀ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਤੇ ਸੋ ਐਕਚੁਅਲੀ ਇਦਾਂ ਹੈ, ਦੇਖੋ ਨਾ ਰੰਧਾਵਾ ਸਾਹਿਬ, ਜਿਹੜਾ ਕੰਟੈਂਟ ਹੈਗਾ ਹੈ ਨਾ, ਜਿਹੜਾ ਕਿ ਵੀਡੀਓਜ਼ ਹੈਗੀਆਂ ਨੇ ਉਹ ਫਾਈਨਾਈਟ ਹੀ ਨੇ। ਸੋ ਜਦੋਂ ਵੀ ਕੋਈ ਚੀਜ਼ ਹੁੰਦੀ ਆ ਉਹ ਸਾਰੀਆਂ ਚੀਜ਼ਾਂ ਰੀਪੋਸਟ ਹੋਣ ਪੈਂਦੀਆਂ ਨੇ ਔਰ ਸਾਰਾ ਸੋਸ਼ਲ ਮੀਡੀਆ ਭਰ ਜਾਂਦਾ ਹੈ ਕਿ ਕੋਈ ਛੋਟਾ ਜਿਹਾ ਇਨਸੀਡੈਂਟ ਹੁੰਦਾ ਤੇ ਪੁਰਾਣੀਆਂ ਵੀਡੀਓਜ਼ ਵੀ ਵਿੱਚ ਐਡ ਕਰਕੇ ਬਹੁਤ ਵੱਡਾ ਮੁੱਦਾ ਬਣਾ ਦਿੱਤਾ ਜਾਂਦਾ ਹੈ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਿਛਲੇ ਸਾਲ ਦੀ ਗੱਲ ਹੈ, ਐਕਚੁਅਲੀ ਇਹ ਹਿਊਮਨ ਬਿਹੇਵੀਅਰ ਹੈ, ਸਿਰਫ ਇੱਥੇ ਨਹੀਂ ਆ। ਪਿਛਲੇ ਸਾਲ ਦੀ ਗੱਲ ਹੈ ਜਦੋਂ ਮੇਰੇ ਆਪਣੇ ਸ਼ਹਿਰ ਦੇ ਵਿੱਚ ਬਟਾਲੇ ਵਿੱਚ ਦੀਵਾਲੀ ਦੇ ਲਾਗੇ ਇੱਕ ਨਾ ਮੰਦਭਾਗੀ ਘਟਨਾ ਹੋਈ ਸੀ, ਜਿਹਦੇ ਵਿੱਚ ਪਟਾਕਾ ਫੈਕਟਰੀ ਦੇ ਵਿੱਚ ਇੱਕ ਬਲਾਸਟ ਹੋ ਗਿਆ ਸੀ ਉਹਦੇ ਨਾਲ, ਹੈ ਨਾ, ਮਤਲਬ ਬਹੁਤ ਜਾਨੀ ਮਾਲੀ ਨੁਕਸਾਨ ਹੋਇਆ। ਜਿਹੜੀ WhatsApp ਦੇ ਉੱਪਰ ਵੀਡੀਓ ਬਹੁਤ ਵਾਇਰਲ ਹੋਈ ਔਰ ਸਾਰਿਆਂ ਨੇ ਦੇਖੀ, ਘਰ ਘਰ ਵੇਖੀ ਕਿ ਇਹ ਤੇ ਇਸ ਤਰ੍ਹਾਂ ਹੋਇਆ ਆ। ਉਹ ਜਿਹੜੀ ਵੀਡੀਓ ਹੈ, ਜੇ ਤੁਸੀਂ ਉਹਨੂੰ ਧਿਆਨ ਦੇ ਨਾਲ ਦੇਖੋ ਤੇ ਉਹ ਇੱਕ ਸੀਰੀਆ ਦੇ ਚੈਨਲ ਦੀ ਇੱਕ ਬੰਬ ਬਲਾਸਟ ਦੀ ਵੀਡੀਓ ਆ। ਸੋ ਜਿਨ੍ਹਾਂ ਦਾ ਦੂਰ ਤੱਕ ਕੋਈ ਲਿੰਕ ਨਹੀਂ ਸੀ ਆਪੋ ਦੇ ਵਿੱਚ, ਹੈ ਨਾ, ਕੋਈ ਲਿੰਕ ਨਹੀਂ ਆ। ਮੈਨੂੰ ਮੇਰੀ ਮਦਰ ਨੇ ਆ ਵੀਡੀਓ ਭੇਜੀ ਕਿ ਲਾਈਕ ਸੀ ਵਾਟ ਹੈਪਨ ਇਨ ਬਟਾਲੇ ਤੋਂ, ਮੈਂ ਤੇ ਕੈਨੇਡਾ ਆ ਔਰ ਮੈਂ ਦੇਖ ਰਿਹਾ ਵਾਹ, ਮੈਂ ਕਿਹਾ ਇਹ ਕਿੱਦਾਂ ਆ, ਮਤਲਬ ਕਿ ਸੀਰੀਆ ਦਾ ਇੱਕ ਟੀਵੀ ਚੈਨਲ ਹੈਗਾ ਆ, ਨਿਊਜ਼ ਚੈਨਲ ਆ, ਔਰ ਉਹ ਸਾਡੇ ਬਟਾਲੇ ਦੀ ਖਬਰ ਕਿਉਂ ਦਿਖਾ ਰਿਹਾ। ਬਿਲਕੁਲ। ਸੋ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਤਰ੍ਹਾਂ ਦੀਆਂ ਇਦਾਂ ਅਫਵਾਹਾਂ ਤੋਂ ਬਲੀਵ ਨਾ ਕਰੋ। ਅਸੀਂ ਇੰਡੀਆ ਦੇ ਵਿੱਚ ਅਕਸਰ ਹੁੰਦੇ ਹਾਂ ਕਿ ਜਦੋਂ ਕੋਈ ਇੰਟਰਨੈਸ਼ਨਲ ਵਿਦਿਆਰਥੀ ਆਪਣਾ ਪਲਾਨ ਬਣਾਉਂਦਾ ਕਿ ਮੈਂ ਕੈਨੇਡਾ ਮੂਵ ਹੋ ਰਿਹਾ, ਮੈਂ ਕੈਨੇਡਾ ਜਾ ਰਿਹਾ, ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਨਹੀਂ ਜੀ, ਟੋਰਾਂਟੋ ਏਰੀਆ ਦੇ ਵਿੱਚ ਨਾ ਜਾਓ, ਟੋਰਾਂਟੋ ਤੇ ਕੰਮ ਹੈ ਨਹੀਂ ਹੈ ਕਿਉਂਕਿ ਉੱਥੇ ਬਹੁਤ ਸਾਰਾ ਸਟੂਡੈਂਟ ਪਹੁੰਚ ਚੁੱਕਿਆ ਹੈ। ਸਕਾਰਪਰੋ ਨਾ ਜਾਓ, ਸਕਾਰਪਰੋ ਦੇ ਵਿੱਚ ਕੰਮ ਨਹੀਂ ਪ੍ਰੈਜ਼ੈਂਟ, ਬਰੈਂਪਟਨ ਜਾਓ। 4 ਮਹੀਨੇ ਜਿਹੜਾ ਹੈਗਾ ਆ ਸਨੋ ਕਰਕੇ ਕੈਨੇਡਾ ਬੰਦ ਰਹਿੰਦਾ ਆ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਲੋਕੀ ਆਪਣੇ ਘਰਾਂ 'ਚ ਚਲੇ ਜਾਂਦੇ ਨੇ ਰੋਟੀ ਲੈ ਕੇ। ਬਿਲਕੁਲ, ਲੋਕੀ ਉੱਥੇ ਅੰਡਰਕਵਰ ਹਾਈਬਰਨੇਸ਼ਨ ਦੇ ਵਿੱਚ ਚਲੇ ਜਾਂਦੇ ਨੇ, ਇਗਲੂ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਲੋਕ ਕਰ ਲੈਂਦੇ ਨੇ ਆਪਣੇ ਆਪ ਨੂੰ। ਲਾਈਕ ਇਸ ਵੇਲੇ ਆਲਮੋਸਟ 2 ਇਅਰਸ। ਮੈਨੂੰ ਨਹੀਂ ਲੱਗਦਾ ਕਿ ਮੈਂ ਇੱਕ ਦਿਨ ਵੀ ਛੁੱਟੀ ਕੀਤੀ ਹੋਏਗੀ ਕੰਮ ਤੋਂ, ਜਿੱਦਨ ਹੈ ਨਾ, ਮਤਲਬ ਡਿਊ ਟੂ ਥੀਸ ਸਨੋਈ ਔਰ ਕੋਲਡ ਕੰਡੀਸ਼ਨਸ, ਵੈਦਰ ਕੰਡੀਸ਼ਨਸ ਬਹੁਤ ਹੀ ਅਨਪ੍ਰੈਡਿਕਟੇਬਲ ਇਹ ਕਹਿ ਸਕਦੇ ਅਸੀਂ। ਅਨਪ੍ਰੈਡਿਕਟੇਬਲ ਵੈਦਰ ਹੈ, ਲੇਕਿਨ ਕੈਨੇਡਾ ਇੱਕ ਐਸੀ ਕੰਟਰੀ ਹੈ ਜਿਹੜੀ 24/7 ਚੱਲਦੀ ਹੈ। ਸੋ ਜੇਕਰ ਜਿੱਦਾਂ ਸਨੋ ਦੇ ਨਾਲ ਕੋਈ ਕੰਮ ਬੰਦ ਹੋ ਵੀ ਜਾਂਦੇ ਆ ਨਾ, ਉਹਦੇ ਨਾਲ 10 ਚੀਜ਼ਾਂ ਖੁੱਲ ਵੀ ਜਾਂਦੀਆਂ ਨੇ। ਸਨੋ ਰਿਮੂਵਲ ਦੇ ਨਾਲ ਕਈ ਸੀਜ਼ਨਲ ਬਿਜ਼ਨੈਸਿਸ ਹੈਗੇ ਨੇ, ਸਾਲਟ ਮੈਨੂਫੈਕਚਰਿੰਗ, ਪਤਾ ਨਹੀਂ ਕੀ ਆ, ਹੈ ਨਾ, ਜੋ ਸਨੋ ਦੇ ਆਉਣ ਦੇ ਨਾਲ ਜਿਹੜੀਆਂ ਪਾਰਟਿਕੂਲਰ ਸਪੋਰਟਸ ਦੀ ਆਪਾਂ ਗੱਲ ਕਰੀਏ ਤੇ ਜਿਹੜੀਆਂ ਸਕੇਟਿੰਗ ਵਗੈਰਾ, ਹਾਂਜੀ ਤੇ ਉਹ ਜਿਹੜੀਆਂ ਚੀਜ਼ਾਂ, ਇਕਵਿਪਮੈਂਟਸ ਨੇ ਉਹਨਾਂ ਦੀ ਮੈਨੂਫੈਕਚਰਿੰਗ ਔਰ ਬਿਲਕੁਲ ਕਾਊਂਟਲੈਸ ਚੀਜ਼ਾਂ ਡਿਪੈਂਡ ਹੀ ਕਰਦੀਆਂ ਨੇ ਕਿ ਸਨੋ ਪਏਗੀ ਤੇ ਬਿਜ਼ਨਸ ਸਟਾਰਟਅਪ ਹੋਣਗੇ। ਸੋ ਓਪਰਚੁਨਿਟੀਆਂ ਸੋਹਣੀਆਂ ਰਹਿੰਦੀਆਂ ਨੇ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਦੇ ਵਿੱਚ ਬਿਲੀਵ ਨਹੀਂ ਕਰਨਾ, ਲੋਕਾਂ ਦੇ ਕਹਿਣ ਤੇ ਬਿਲਕੁਲ ਨਾ ਜਾਓ। ਆਓ ਇੱਥੇ, ਜੇਕਰ ਤੁਸੀਂ ਹਾਰਡ ਵਰਕਿੰਗ ਹੋ, ਜੇਕਰ ਤੁਹਾਡੀ ਮਨਸ਼ਾ ਕੈਨੇਡਾ ਆਉਣ ਦੀ ਸਾਫ਼ ਹੈ, ਤੁਹਾਨੂੰ ਆਪਣਾ ਫਿਊਚਰ ਪਲਾਨਡ ਹੈ ਤੁਹਾਡਾ, ਤੇ ਤੁਹਾਨੂੰ ਬਿਲਕੁਲ ਕੈਨੇਡਾ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਪ੍ਰੋਵਾਈਡ ਕਰੇਗਾ ਇੱਥੇ ਆਣ ਕੇ ਆਪਣੇ ਆਪ ਨੂੰ ਸੈਟਅਪ ਕਰਨ ਦੀ ਤੇ ਫਲਰਿਸ਼ ਕਰਨ ਦੀ। ਕਿਸੇ ਦੇ ਬਾਰੇ ਨਾਲ ਸੁਣਨ ਦੀ ਲੋੜ ਨਹੀਂ ਹੈ ਵੀ ਟੋਰਾਂਟੋ ਨਾ ਆ ਜਾਓ ਜੀ, ਦੂਸਰੀ ਸਾਈਡ ਤੇ ਚਲੇ ਜਾਓ, ਇੱਧਰ ਚਲੇ ਜਾਓ, ਉੱਧਰ ਚਲੇ ਜਾਓ, ਉੱਥੇ ਤੇ ਸਟੂਡੈਂਟ ਬਹੁਤ ਪਹੁੰਚ ਚੁੱਕੇ ਨੇ, ਉੱਥੇ ਕੰਮ ਹੈ ਨਹੀਂ, ਬਿਲਕੁਲ ਉੱਥੇ ਰਸ਼ ਹੋ ਗਿਆ ਆ, ਬੜਾ ਰਸ਼ ਹੋ ਗਿਆ, ਲਾਈਕ ਬਾਬੇ ਦਾ ਮੇਲਾ ਲੱਗ ਗਿਆ ਕਿਤੇ। ਬਿਲਕੁਲ, ਤੁਸੀਂ ਦੇਖ ਸਕਦੇ ਬਿਲਕੁਲ, ਇਹ ਮਤਲਬ ਇਹ ਬੜਾ ਹੈਰਾਨੀ ਸੀ। ਇਲੌਜੀਕਲ ਚੀਜ਼ਾਂ ਨੇ, ਕੋਈ ਲੌਜੀਕ ਇਹਦੇ ਵਿੱਚ ਪ੍ਰੈਜ਼ੈਂਟ ਨਹੀਂ ਹੈ। ਆਉਣ ਵਾਲੇ 50 ਸਾਲ ਇੱਥੇ ਇਦਾਂ ਨਹੀਂ ਹੋ ਸਕਦਾ ਜੋ ਮੈਂ ਚੀਜ਼ਾਂ ਇੰਡੀਆ ਸੋਚਦਾ ਰਿਹਾ ਆ, ਮਤਲਬ ਬਿਲਕੁਲ। ਸੋ ਇੱਥੇ ਪੋਪੂਲੇਸ਼ਨ ਬਹੁਤ ਹੀ ਸਕਾਰਸ ਹੈ ਤੇ ਬਹੁਤ ਸਾਰੀਆਂ ਓਪਰਚੁਨਿਟੀਆਂ, ਬਹੁਤ ਸਾਰੇ ਰੈਸਟੋਰੈਂਟਸ ਨੇ ਤੇ ਸਭ ਕੁਝ ਐਟ ਇਟਸ ਬੈਸਟ ਪ੍ਰੈਜ਼ੈਂਟ ਹੈ ਇੱਥੇ। ਵਧੀਆ ਖਾਣ ਪੀਣ ਹੈ, ਵਧੀਆ এনवायरमेंट ਹੈ, ਵਧੀਆ ਲੋਕ ਨੇ। ਸੋ ਰੰਧਾਵਾ ਸਾਹਿਬ, ਅਸੀਂ ਥੋੜੀਆਂ ਨਸੀਹਤਾਂ ਬਾਰੇ ਗੱਲ ਕਰ ਲਈਏ ਜਿਹੜੀਆਂ ਅਸੀਂ ਦੇ ਸਕਦੇ ਹਾਂ ਇੱਕ ਨਵੇਂ ਆਉਣ ਵਾਲੇ ਲਾਈਕ ਸਟੂਡੈਂਟ ਨੂੰ, ਉਹਨੂੰ ਕੀ ਕਰਕੇ ਆਉਣਾ ਚਾਹੀਦਾ ਆ ਇੰਡੀਆ ਤੋਂ, ਕਿਹੜੀਆਂ ਚੀਜ਼ਾਂ ਹੈਲਪਫੁਲ ਹੋ ਸਕਦੀਆਂ ਨੇ। ਇੱਕ ਤੇ ਚੀਜ਼ ਅਸੀਂ ਗੱਲ ਕੀਤੀ ਕਿ ਉਹਨੂੰ ਹੈ ਨਾ ਕੀ ਲੈ ਕੇ ਆਉਣਾ ਚਾਹੀਦਾ ਆ, ਕਿ ਵਿੰਟਰ ਦੀ ਸ਼ਾਪਿੰਗ ਇੰਡੀਆ ਤੋਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇੱਕ ਅਸੀਂ ਗੱਲ ਕੀਤੀ ਕਿ ਜੇ ਲਾਈਕ ਵੀਜ਼ਾ ਅਪਲਾਈ ਕਰਨ ਵੇਲੇ, ਹੈ ਨਾ, ਜੇਕਰ ਅਸੀਂ ਆਪਣਾ ਇੰਡੀਆ ਦਾ ਕੋਈ ਐਕਸਪੀਰੀਅੰਸ ਵਿੱਚ ਐਡ ਕਰ ਸਕਦੇ ਹਾਂ ਤੇ ਉਹ ਬੜਾ ਬੈਨੀਫੀਸ਼ੀਅਲ ਬਾਅਦ ਚ ਰਹੂਗਾ। ਵਰਕ ਐਕਸਪੀਰੀਅੰਸ ਦੀ ਅਸੀਂ ਗੱਲ ਕੀਤੀ। ਹੋਰ ਤੁਸੀਂ ਕੀ ਗੱਲ ਕਰਨਾ ਚਾਹੋਗੇ? ਕੀ ਤੁਸੀਂ ਕ੍ਰੈਡਿਟ ਸਕੋਰ ਬਾਰੇ ਜਾਂ ਤੁਸੀਂ ਟੈਕਸ ਫਾਈਲਿੰਗ ਦੇ ਬਾਰੇ ਕੋਈ ਸਲਾਹ ਦੇਣਾ ਚਾਹੋਗੇ? ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਕਿ ਜਿਹੜੀਆਂ ਅਸੀਂ ਇੰਡੀਆ ਦੇ ਵਿੱਚ ਨਹੀਂ, ਸਾਨੂੰ ਇੰਨੀ ਜ਼ਿਆਦਾ ਜਾਣਕਾਰੀ ਉਹਨਾਂ ਦੇ ਪ੍ਰਤੀ ਹੁੰਦੀ, ਸਪੈਸ਼ਲੀ ਜੇਕਰ ਟੈਕਸ ਫਾਈਲਿੰਗ ਦੀ ਗੱਲ ਕੀਤੀ ਜਾਏ ਤੇ ਇੰਡੀਆ ਦੇ ਵਿੱਚ ਮੋਸਟ ਆਫ ਦਾ ਟਾਈਮ ਅਸੀਂ ਕੈਸ਼ ਨਾਲ ਡੀਲ ਕਰਦੇ ਹਾਂ ਤੇ ਹਰ ਕੋਈ ਬੰਦਾ ਉੱਥੇ ਕੈਸ਼ ਕੈਰੀ ਕਰਦਾ ਹੈ। ਅਸੀਂ ਦੁਕਾਨ ਤੋਂ ਸਮਾਨ ਲੈਣੇ ਆ ਤੇ ਕੈਸ਼ ਨਾਲ ਪੇਮੈਂਟ ਕਰਦੇ ਹਾਂ, ਲੇਕਿਨ ਕੈਨੇਡਾ ਥੋੜੇ ਜਿਹੇ ਡਿਫਰੈਂਟ ਬੇਸਿਸ ਦੇ ਉੱਪਰ ਚੱਲਦਾ ਹੈ ਤੇ ਆਈ ਗੈਸ ਕੈਸ਼ ਹੀ ਜਿਹੜਾ ਮੇਨ ਕਾਰਨ ਹੈ ਕਰਪਸ਼ਨ ਦਾ। ਜੀ, ਕਰਪਸ਼ਨ ਐਂਡ ਕੈਸ਼ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਈਚ ਅਦਰ। ਤੇ ਜਿੰਨਾ ਜ਼ਿਆਦਾ ਕੈਸ਼ ਡੀਲਿੰਗ ਹੋਏਗੀ ਉਨੀ ਜ਼ਿਆਦਾ ਕਰਪਸ਼ਨ। ਸਟੂਡੈਂਟ ਨੂੰ ਮਤਲਬ ਦੱਸੋ ਕਿ ਉਹਨੂੰ ਆਉਣ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ, ਆਉਣ ਤੋਂ ਬਾਅਦ ਵੀ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖੇ, ਬਹਿਕਾਵੇ ਵਿੱਚ ਨਾ ਆਏ। ਪਹਿਲੇ ਨੰਬਰ ਤੇ ਮੈਂ ਸਟੂਡੈਂਟ ਨੂੰ ਦੱਸਣਾ ਚਾਹਾਂਗਾ ਕਿ ਕੀ ਉਹਨੂੰ ਆਪਣਾ ਇੰਡੀਆ ਦੇ ਉੱਪਰੋਂ ਤੁਸੀਂ ਡਰਾਈਵਿੰਗ ਐਕਸਪੀਰੀਅੰਸ ਵਗੈਰਾ, ਡਰਾਈਵਿੰਗ ਲਾਇਸੈਂਸ ਤੁਸੀਂ ਜਿੰਨੀ ਜਲਦੀ ਬਣਾ ਸਕਦੇ ਹੋ ਤੇ 18 ਸਾਲ ਦੀ ਉਮਰ ਜਿਵੇਂ ਕਿ ਤੁਸੀਂ ਗੇਨ ਕਰਦੇ ਹੋ ਤੇ ਆਪਣਾ ਪ੍ਰੋਪਰ ਡਰਾਈਵਿੰਗ ਲਾਇਸੈਂਸ ਬਣਾਓ
ਤਾਂ ਕਿ ਤੁਹਾਡਾ ਰੈਕੋਰਡ ਸ਼ੋ ਹੋ ਸਕੇ ਜਦੋਂ ਤੁਸੀਂ ਇੱਥੇ ਆਉਂਦੇ ਹੋ ਤੇ ਇਹੋ ਜਿਹੇ ਵੈਦਰ ਕੰਡੀਸ਼ਨਸ ਦੇ ਵਿੱਚ ਜਦੋਂ ਤੁਸੀਂ ਕਾਰ ਲੈਣ ਦੇ ਬਾਰੇ ਜਾਂ ਕੁਝ ਵੀ ਕਰਨ ਦੇ ਬਾਰੇ ਕੁਝ ਸਾਲਾਂ ਬਾਅਦ ਸੋਚਦੇ ਹੋ ਤੇ ਕਈ ਵਾਰ ਪ੍ਰੋਬਲਮ ਪੋਜ਼ ਹੁੰਦੀ ਹੈ ਕਿ ਸਾਡੇ ਕੋਲ ਇੰਡੀਆ ਦਾ ਐਕਸਪੀਰੀਅੰਸ ਨਹੀਂ ਹੁੰਦਾ ਤੇ ਇੱਥੇ ਵੇਟ ਕਰਨੀ ਪੈਂਦੀ ਹੈ ਕਾਫੀ ਇੰਡੀਆ ਜ਼ਿਆਦਾ। ਦਾ ਐਕਸਪੀਰੀਅੰਸ ਤੋਂ ਭਾਵ ਅਸੀਂ ਇਹ ਕਹਿ ਰਹੇ ਹਾਂ ਕਿ ਤੁਹਾਡਾ ਇੰਡੀਅਨ ਡਰਾਈਵਿੰਗ ਲਾਇਸੈਂਸ ਜਿਹੜਾ ਹੈਗਾ ਆ ਉਹ ਜਿੰਨਾ ਪੁਰਾਣਾ ਹੋਵੇ ਕੈਨੇਡਾ ਵਿੱਚ ਤੁਹਾਨੂੰ ਉਹਦੀ ਮਦਦ ਮਿਲੂਗੀ। ਮਦਦ ਮਿਲੇਗੀ। ਕੈਨੇਡਾ ਵਿੱਚ 2-3 ਸਾਲ ਦਾ ਤੁਹਾਡਾ ਇੰਡੀਆ ਦਾ ਐਕਸਪੀਰੀਅੰਸ ਕਾਊਂਟ ਇੱਥੇ ਕਰਕੇ ਤੇ ਤੁਸੀਂ ਸਕਿਪ ਕਰ ਸਕਦੇ ਹੋ ਕਾਫੀ ਸਟੈਪਸ ਨੂੰ ਤੇ ਡਾਇਰੈਕਟਲੀ ਮੇਨ ਮੇਜਰ ਜਿਹੜਾ ਲਾਇਸੈਂਸ ਚਾਹੀਦਾ ਹੈ ਗੱਡੀ ਡਰਾਈਵ ਕਰਨ ਲਈ ਔਨ ਹਾਈਵੇਜ਼ ਐਂਡ ਵਿਦਆਊਟ ਐਨੀ ਰਿਸਟ੍ਰਿਕਸ਼ਨਸ ਤੁਸੀਂ ਉਹ ਗੇਨ ਕਰ ਸਕਦੇ ਹੋ। ਤੇ ਹੁਣ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਕੈਨੇਡਾ ਦੇ ਵਿੱਚ ਤੁਸੀਂ ਕੋਈ ਟਰੱਕ ਦਾ ਇੰਡੀਆ ਤੋਂ ਵੱਡਾ ਮੀਨਸ ਕਿ ਤੁਸੀਂ ਹੈਵੀ ਲਾਇਸੈਂਸ ਬਣਾਓ ਤੇ ਪੈਸੇ ਖਰਚੋ, ਕੋਈ ਫਾਇਦਾ ਨਹੀਂ ਹੈ। ਇੱਥੇ ਇੰਡੀਆ ਦਾ ਲਾਇਸੈਂਸ ਵੈਲਿਡ ਨਹੀਂ ਹੈ। ਕੈਲਗਰੀ ਸਾਈਡ ਦੇ ਉੱਪਰ 6 ਮਹੀਨਿਆਂ ਦੇ ਲਈ ਲਾਇਸੈਂਸ ਚੱਲਦਾ ਹੈ। ਆਸਟ੍ਰੇਲੀਆ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਇੰਡੀਆ ਦਾ ਲਾਇਸੈਂਸ ਆਈ ਗੈਸ ਹਮੇਸ਼ਾ ਚੱਲਦਾ ਹੈ ਜਾਂ ਥੋੜੇ ਇੱਕ ਸਾਲ ਦੀ ਆਈ ਗੈਸ ਟਾਈਮ ਪੀਰੀਅਡ ਮੈਨੂੰ ਕਨਫਰਮ ਨਹੀਂ ਹੈ ਲੇਕਿਨ ਚੱਲਦਾ ਹੈ। ਲੇਕਿਨ ਕੈਨੇਡਾ ਦੇ ਵਿੱਚ ਟੋਰਾਂਟੋ ਏਰੀਆ ਦੇ ਵਿੱਚ ਇੰਡੀਆ ਦਾ ਲਾਇਸੈਂਸ ਬਿਲਕੁਲ ਵੀ ਵੈਲਿਡ ਨਹੀਂ ਹੈ। ਤੁਸੀਂ ਗੱਡੀ ਨਹੀਂ ਡਰਾਈਵ ਕਰ ਸਕਦੇ, ਭਾਵੇਂ ਉਹ ਹੈਵੀ ਹੋਵੇ ਭਾਵੇਂ ਤੁਸੀਂ ਜਹਾਜ਼ ਦਾ ਲਾਇਸੈਂਸ ਲੈ ਕੇ ਆ ਜਾਓ ਇੱਥੇ ਬਿਲਕੁਲ ਉਹਨੂੰ ਕੰਸੀਡਰੇਸ਼ਨ ਕਾਰ ਮਤਲਬ ਇਹਦਾ ਨਹੀਂ ਚਲਾ ਪਾਓਗੇ ਟੋਰਾਂਟੋ ਕਾਰ ਨਹੀਂ ਚਲਾ ਸਕਦੇ ਇੰਡੀਆ ਦਾ ਲਾਇਸੈਂਸ ਦੇ ਨਾਲ। ਪ੍ਰੋਸੈਸ ਦੇ ਥਰੂ ਲੰਘਣਾ ਪਊਗਾ। So all you need is experience of at least 2 years or you can say 3 years so that you can skip few steps in making your license, getting your car license. So ਮੈਂ ਦਰਸ਼ਕਾਂ ਨੂੰ ਕਹਾਂਗਾ ਕਿ ਆਪਣਾ ਜਲਦੀ ਤੋਂ ਜਲਦੀ ਆਪਣੇ ਡਾਕੂਮੈਂਟਸ ਜਿਹੜੇ ਕਿ ਪ੍ਰੋਪਰ ਆਰਡਰ ਦੇ ਵਿੱਚ ਕਰ ਲੈਣੇ ਚਾਹੀਦੇ ਨੇ ਤੇ ਕੈਨੇਡਾ ਆਣ ਕੇ ਆਪਣੇ ਕ੍ਰੈਡਿਟ ਦੇ ਉੱਪਰ ਵੀ ਫੋਕਸ ਕਰਨਾ ਚਾਹੀਦਾ ਹੈ। ਕ੍ਰੈਡਿਟ ਸਾਨੂੰ ਕ੍ਰੈਡਿਟ ਸਕੋਰ ਕਿਵੇਂ ਆ, ਮਤਲਬ ਕ੍ਰੈਡਿਟ ਸਕੋਰ ਕੀ ਚੀਜ਼ ਆ ਔਰ ਇਹਦਾ ਮਤਲਬ ਕਿਵੇਂ? ਦੋ ਤਰ੍ਹਾਂ ਦੇ ਕਾਰਡਸ ਹੁੰਦੇ ਨੇ, ਇੱਕ ਡੈਬਿਟ ਕਾਰਡ ਹੁੰਦਾ, ਇੱਕ ਕ੍ਰੈਡਿਟ ਕਾਰਡ ਹੁੰਦਾ ਤੇ ਇੰਡੀਆ ਦੇ ਵਿੱਚ ਜਿਹੜਾ ਅਸੀਂ ATM ਕਾਰਡ ਕਹਿੰਦੇ ਆ ਉਹ ਡੈਬਿਟ ਕਾਰਡ ਹੁੰਦਾ ਹੈ। ਤੇ ਇੱਥੇ ਆਣ ਕੇ ਅਸੀਂ ਦੇਖਾਂਗੇ ਕਿ ਸਾਨੂੰ ਮੋਸਟ ਆਫ ਦਾ ਸਟੂਡੈਂਟਸ ਆਈ ਗੈਸ ICICI ਬੈਂਕ ਜਾਂ ਸਕੋਸ਼ੀਆ ਬੈਂਕ, ਦੋ ਹੀ ਬੈਂਕ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੂੰ GIC ਅਕਾਊਂਟ ਖੋਲ ਕੇ ਇੰਡੀਆ ਤੋਂ ਇੱਥੇ ਆਣ ਕੇ ਉਹੀ ਦੋ ਹੀ ਬੈਂਕਾਂ ਨਾਲ ਜ਼ਿਆਦਾਤਰ ਡੀਲ ਕਰਦੇ ਨੇ। ਤੇ ਸਕੋਸ਼ੀਆ ਬੈਂਕ ਜਿਹੜਾ ਕਿ ਜ਼ਮੀਨ ਅਸਮਾਨ ਦਾ ਫਰਕ ਪਾਉਂਦਾ ਹੋਇਆ ਬਹੁਤ ਹੀ ਵਧੀਆ ਹੈ ICICI ਬੈਂਕ ਨੂੰ। ਹਾਂਜੀ, ਗੋ ਫॉर ਸਕੋਸ਼ੀਆ, ਨੈਵਰ ਚੂਜ਼ ICICI। ਐਂਡ ਲੇਟਰ ਔਨ ਤੁਹਾਨੂੰ ਇੱਥੇ ਆਉਂਦਿਆਂ ਹੀ ਕ੍ਰੈਡਿਟ ਕਾਰਡ ਵੀ ਪ੍ਰੋਵਾਈਡ ਕਰਦੇ ਨੇ ਜਿਹਦੀ ਲਿਮਿਟ ਪਹਿਲਾਂ ਤਾਂ $1000 ਹੁੰਦੀ ਸੀ, $1000 ਤੁਹਾਨੂੰ ਕ੍ਰੈਡਿਟ ਲਿਮਿਟ ਪ੍ਰੋਵਾਈਡ ਕੀਤੀ ਜਾਂਦੀ ਸੀ। ਲੇਕਿਨ ਜਦੋਂ ਦਾ ਪੈਂਡੈਮਿਕ ਸਟਾਰਟ ਹੋਇਆ ਹੈ ਤੇ ਥੋੜ੍ਹੀਆਂ ਜਿਹੀਆਂ ਇਕਨੋਮਿਕਲੀ ਕੰਡੀਸ਼ਨਸ ਥੋੜ੍ਹੀਆਂ ਜਿਹੀਆਂ ਟਾਈਟ ਹੋ ਚੁੱਕੀਆਂ ਨੇ, ਸੀਵੀਅਰ ਹੋ ਚੁੱਕਾ ਹੈ ਸਿਚੁਏਸ਼ਨ ਤੇ $500 ਦੀ ਲਿਮਿਟ ਪ੍ਰੋਵਾਈਡ ਕਰ ਰਹੇ ਨੇ। ਸੋ ਇਹ ਲਿਮਿਟ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਅਸੀਂ ਆਪਣਾ ਕ੍ਰੈਡਿਟ ਕਾਰਡ ਡੇਲੀ ਬੇਸਿਸ ਦੇ ਉੱਪਰ ਗਰੋਸਰੀ ਕਰਨ ਦੇ ਲਈ, ਕਿਸੇ ਵੀ ਹੋਰ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਸ਼ਾਪਿੰਗ, ਕਿਸੇ ਤਰ੍ਹਾਂ ਦੀ ਸਭ ਕੁਝ ਖਰੀਦਾ ਫਰੋਖਤ ਕਰਨ ਦੇ ਲਈ ਅਸੀਂ ਵਰਤਦੇ ਹਾਂ ਕ੍ਰੈਡਿਟ ਕਾਰਡ। ਤੇ ਆਫਟਰ ਅ ਮੰਥ ਇਹਦਾ ਬਿੱਲ ਕ੍ਰੀਏਟ ਹੁੰਦਾ ਹੈ। ਸੋ ਸਾਨੂੰ ਉਹ ਟਾਈਮਲੀ ਪੇਮੈਂਟ ਕਰਨੀ ਚਾਹੀਦੀ ਹੈ, ਉਹ ਮਿਸ ਨਹੀਂ ਕਰਨੀ ਚਾਹੀਦੀ। ਵਧੀਆ ਹਿਸਟਰੀ ਕ੍ਰੀਏਟ ਹੁੰਦੀ ਹੈ। ਤੇ ਕੈਨੇਡਾ ਦੇ ਵਿੱਚ ਤੁਸੀਂ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦਾ ਲੋਨ ਲੈਣਾ ਹੈ, ਗੱਡੀ ਲੈਣੀ ਹੈ, ਘਰ ਲੈਣਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਫਾਈਨੈਂਸਿੰਗ ਆਪਸ਼ਨਸ ਨੂੰ ਆਪਟ ਕਰਨਾ ਹੈ ਫॉर ਟਰੱਕ ਲਾਇਸੈਂਸ ਔਰ ਐਨੀਥਿੰਗ ਸਿਮਿਲਰ, ਸੋ ਤੁਹਾਡੀ ਕ੍ਰੈਡਿਟ ਹਿਸਟਰੀ ਦੇਖ ਕੇ ਹੀ ਤੁਹਾਨੂੰ ਲੋਨ ਅਮਾਉਂਟ। ਸੋ ਵਾਟ ਅਬਾਊਟ ਲਾਈਕ ਆਈਫੋਨ? ਕੀ ਇੱਕ ਸਟੂਡੈਂਟ ਨੂੰ ਜਿਹੜਾ ਆਈਫੋਨ ਜੇ ਕੋਈ ਚਾਹਵਾਨ ਹੈਗਾ ਹੈ ਕਿ ਆਈਫੋਨ ਲੈਣਾ ਇੱਕ ਵਧੀਆ ਚੀਜ਼ ਹੈਗੀ ਹੈ? ਚੰਦਰਬੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇੱਥੇ ਗੱਲ ਆਉਂਦੀ ਹੈ ਕਿ ਸਾਡੇ ਸ਼ੌਂਕ ਕੀ ਨੇ, ਕਿ ਸ਼ੌਂਕ ਦਾ ਮੁੱਲ ਨਹੀਂ ਹੁੰਦਾ, ਸ਼ੌਂਕ ਦਾ ਮੁੱਲ ਨਹੀਂ ਹੁੰਦਾ ਤੇ ਅਸੀਂ ਕਹਿ ਸਕਦੇ ਹਾਂ ਕਿ ਫਿਰ ਉਸਨੂੰ ਨਾ ਰੋਕਿਆ ਜਾ ਸਕਦਾ ਹੈ ਨਾ ਪ੍ਰਮੋਟ ਕੀਤਾ ਜਾ ਸਕਦਾ ਹੈ। ਸੋ ਜਿਹੜਾ ਬੰਦਾ ਤੇ ਆਈਫੋਨ ਆਪਣਾ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ। ਕੋਈ ਵੀ ਚੀਜ਼ ਹੈ, ਗੱਡੀ ਹੈ, ਆਈਫੋਨ ਹੈ, ਮੀਨਸ ਕਿ ਕੋਈ ਵੀ ਐਕਸਪੈਂਸਿਵ ਚੀਜ਼ ਹੈ, ਨੈਸੈਸਿਟੀ ਦੇਖਣੀ ਚਾਹੀਦੀ ਹੈ ਕਿ ਇਹ ਚੀਜ਼ ਨੈਸੈਸਰੀ ਹੈ, ਇਹਦੇ ਤੋਂ ਬਿਨਾਂ ਸਰਦਾ ਨਹੀਂ ਹੈ ਸਾਡਾ, ਜਾਂ ਸਾਡੇ ਕੋਲ ਕੋਈ ਐਕਸੈਸਿਵ ਮਨੀ ਹੈ, ਜਾਂ ਮੀਨਸ ਕਿ ਸਾਡੇ ਕੋਲ ਕੋਈ ਜਿੱਦਾਂ ਫੰਕਸ਼ਨਲ ਫੋਨ ਨਹੀਂ ਹੈ ਤੇ ਆਪਾਂ ਨਵਾਂ ਲੈਣਾ ਹੈ ਤੇ ਗੋ ਫॉर ਆਈਫੋਨ। ਬਿਲਕੁਲ, ਕਈ ਵਾਰ ਕੈਨੇਡਾ ਦੇ ਵਿੱਚ ਆਪਾਂ ਆਉਂਦੇ ਹਾਂ ਤੇ ਸਾਡਾ ਇੰਡੀਆ ਵਾਲਾ ਜਿਹੜਾ ਫੋਨ ਹੈ ਉਹ ਇੱਥੋਂ ਦੇ ਨੈਟਵਰਕਸ ਨੂੰ ਸਪੋਰਟ ਨਹੀਂ ਕਰ ਪਾਉਂਦਾ ਤੇ ਅਸੀਂ ਦੇਖਦੇ ਹਾਂ ਕਿ ਫਿਰ ਸਾਨੂੰ ਨਵਾਂ ਫੋਨ ਬਾਏ ਕਰਨਾ ਚਾਹੀਦਾ ਹੈ ਤੇ ਡਿਫਰੈਂਟ ਪਲਾਨਸ ਅਵੇਲੇਬਲ ਨੇ। ਤੇ ਮੋਸਟ ਆਫ ਦਾ ਸਟੂਡੈਂਟਸ ਆਈਫੋਨ ਦੇ ਲਈ ਜਾਂਦੇ ਨੇ ਤੇ ਇੰਨਾ ਜ਼ਿਆਦਾ ਇੱਥੇ ਅਫੋਰਡੇਬਲ ਹੈ, ਆਈ ਗੈਸ ਇੰਨਾ ਜ਼ਿਆਦਾ ਪ੍ਰੋਬਲਮੈਟਿਕ ਨਹੀਂ ਹੈ ਆਈਫੋਨ ਲੈਣਾ। ਆਈ ਗੈਸ ਲਾਈਕ $120 ਪਰ ਮੰਥ ਦੀ ਇੰਸਟਾਲਮੈਂਟ ਦੇ ਨਾਲ 24 ਇੰਸਟਾਲਮੈਂਟ ਨਾਲ ਤੁਸੀਂ ਆਈਫੋਨ ਜਿਹੜਾ 12 ਹੈਗਾ ਹੈ ਜਾਂ ਹੈ ਨਾ ਕੋਈ ਵੀ ਆਈਫੋਨ ਨਵਾਂ ਲੈ ਸਕਦੇ ਹਾਂ। ਇੱਥੇ ਕਾਮਨ ਚੀਜ਼ ਹੈ ਤੇ ਪਰ ਲੇਕਿਨ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ। ਤੇ ਮੈਨੂੰ ਕੈਨੇਡਾ ਇਹਨੂੰ ਆਈ ਗੈਸ ਕੁਝ 2 ਸਾਲ ਹੋ ਗਏ ਨੇ ਅਪਰੋਕਸੀਮੇਟਲੀ। ਹਾਂਜੀ। ਤੇ ਇਸ ਟਾਈਮ ਤੱਕ ਮੈਂ ਆਈਫੋਨ ਓਨਰ ਨਹੀਂ ਬਣਿਆ ਕਿਉਂਕਿ ਮੈਂ ਪਰਸਨਲੀ ਜ਼ਿਆਦਾ ਮੀਨਸ ਕਿ hotspot for Apple, so I'm an Android user, so I guess ਜੇਕਰ ਮੈਂ ਫੋਨ ਬਾਏ ਵੀ ਕਰਾਂਗਾ ਤਾਂ ਮੈਂ ਦੁਬਾਰਾ Android ਵੱਲ ਹੀ ਜਾਵਾਂਗਾ ਤੇ ਆਪਣੀ ਆਪਣੀ ਪਰਸਨਲ ਚੋਇਸ ਹੈ। ਸੋ ਵਾਟ ਅਬਾਊਟ ਟੈਕਸੇਸ਼ਨ? ਜਿਹੜਾ ਟੈਕਸ ਚੀਜ਼ ਹੈਗੀ ਆ, ਜਿਹੜੇ ਸਟੂਡੈਂਟਸ ਫੀਸ ਭਰਦੇ ਆ ਕਿ ਉਹਨਾਂ ਨੂੰ ਆਪਣੀ ਫੀਸ ਦਾ ਵੀ ਕੁਝ ਆਈ ਥਿੰਕ ਵਾਪਸ ਰਿਬੇਟ ਆਉਂਦਾ। ਸਾਨੂੰ ਇੱਥੇ ਟੈਕਸ ਫਾਈਲ ਕਰਨਾ ਪੈਂਦਾ ਏ ਤੇ ਆਪਣੇ
ਡਿਫਰੈਂਟ ਤਰ੍ਹਾਂ ਦੇ ਫਾਰਮਸ ਹੁੰਦੇ ਨੇ ਐਜੂਕੇਸ਼ਨ ਦੇ ਉੱਪਰ ਸਾਨੂੰ ਕ੍ਰੈਡਿਟਸ ਮਿਲਦੇ ਨੇ ਜਿਹੜੇ ਅਸੀਂ ਫੀਸਾਂ ਭਰ ਕੇ ਆਉਂਦੇ ਆ ਇੰਡੀਆ ਤੋਂ ਹਾਂਜੀ ਸਟੂਡੈਂਟਸ ਜਿਨ੍ਹਾਂ ਫੀਸਾਂ ਭਰੀਆਂ ਨੇ ਹਨਾ 4 ਸਮੈਸਟਰਾਂ ਦੀਆਂ ਭਰਨੀਆਂ ਨੇ ਲਾਈਕ ਹੈ ਨਾ ਜਿਵੇਂ ਬਿਲਕੁਲ ਉਸ ਤਰ੍ਹਾਂ $18,000 ਤੁਹਾਡੀ ਸਾਲ ਦੀ ਫੀਸ ਹੁੰਦੀ ਹੈ ਤੇ ਜਦੋਂ ਅਸੀਂ ਟੈਕਸ ਫਾਈਲ ਕਰਦੇ ਹਾਂ ਤੇ ਸਾਨੂੰ T2202 ਇਹ ਫਾਰਮ ਉੱਥੋਂ ਲੈ ਕੇ ਅਸੀਂ ਆਪਣੇ ਕਾਲਜ ਤੋਂ ਬਿਲਕੁਲ ਕਾਲਜ ਤੋਂ ਲੈ ਕੇ ਆਪਣੀ ਕ੍ਰੈਡਿਟਸ ਲੈ ਸਕਦੇ ਹਾਂ ਅਮਾਉਂਟ ਪਾਰਟਿਕੂਲਰ ਤੁਹਾਨੂੰ ਮੀਨਸ ਕਿ ਬਾਈ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਨਹੀਂ ਡਿਪੋਜ਼ਿਟ ਹੁੰਦੀ ਤਾਂ ਤੁਹਾਨੂੰ ਕ੍ਰੈਡਿਟਸ ਮਿਲ ਜਾਂਦੇ ਨੇ ਆਨਲਾਈਨ ਜਿਨ੍ਹਾਂ ਨੂੰ ਤੁਸੀਂ ਯੂਟਿਲਾਈਜ਼ ਕਰ ਸਕਦੇ ਹੋ ਬਾਅਦ ਵਿੱਚ ਕੈਂਸਲ ਕਰਨ ਦੇ ਲਈ ਅਮਾਉਂਟ ਤੇ ਜੋ ਬਾਕੀ ਜਿੱਦਾਂ ਵੀ ਅਸੀਂ ਕਿਤੇ ਵੀ ਕੰਮ ਕਰਦੇ ਆ ਤੇ ਸਾਨੂੰ ਟੈਕਸ ਕੱਟ ਕੇ ਅਰਨਿੰਗਸ ਆਪਣੀ ਇਨਕਮ ਮਿਲਦੀ ਹੈ ਤੇ ਜਦੋਂ ਅਸੀਂ ਟੈਕਸ ਫਾਈਲ ਕਰਦੇ ਆ ਤੇ ਸਾਨੂੰ ਰਿਫੰਡ ਮਿਲਦਾ ਹੈ ਫੈਡਰਲ ਟੈਕਸ ਦਾ ਕਾਫੀ ਹਿੱਸਾ ਸਾਨੂੰ ਵਾਪਸ ਮਿਲ ਜਾਂਦਾ ਹੈ ਸੋ ਬਹੁਤ ਵਧੀਆ ਪਾਲਿਸੀਜ਼ ਇਨ ਪਲੇਸ ਨੇ ਤੇ ਕਾਫੀ ਲੋਕ ਫੋਲੋ ਕਰਦੇ ਨੇ ਸਾਹਿਬ ਕੋਈ ਨਵਾਂ ਸਟੂਡੈਂਟ ਆਂਦਾ ਆ ਹੈਨਾ ਔਰ ਪੜ੍ਹਾਈ ਦੇ ਨਾਲ ਕੋਈ ਪਾਰਟ ਟਾਈਮ ਕੰਮ ਕਰਨਾ ਚਾਹੁੰਦਾ ਆ ਕਿਹੜਾ ਇਦਾਂ ਦਾ ਪਾਰਟ ਟਾਈਮ ਕੰਮ ਹੈਗਾ ਆ ਜਿਹੜਾ ਬਹੁਤ ਫਲੈਕਸੀਬਲ ਆ ਔਰ ਨਾਲ ਸਭ ਤੋਂ ਵਧੀਆ ਮੈਂ ਇੱਥੇ ਇੱਕ ਚੀਜ਼ ਹੈ ਸਾਰਿਆਂ ਨੇ ਸੁਣਿਆ ਹੋਵੇਗਾ ਉਬਰ ਈਟਸ ਦਾ ਨਾਮ ਸ਼ਾਇਦ ਬਹੁਤ ਹੀ ਪਪੂਲਰ ਹੈ ਇਹ ਇੱਕ ਫੂਡ ਡਿਲੀਵਰਿੰਗ ਆਨਲਾਈਨ ਪਲੇਟਫਾਰਮ ਇੱਕ ਐਪ ਦੇ ਨਾਲ ਚੱਲਦਾ ਹੈ ਜਿਹਦੇ ਵਿੱਚ ਅਸੀਂ ਜਾਂ ਕੋਈ ਵੀ ਸਟੂਡੈਂਟ ਕਹਿ ਸਕਦਾ ਹੈ ਕਦੇ ਵੀ ਆਨਲਾਈਨ ਹੋ ਕੇ ਕਦੇ ਵੀ ਕਿਸੇ ਵੀ ਟਾਈਮ 24/7 ਦਿਨ ਹੋਏ ਰਾਤ ਹੋਏ ਕੋਈ ਲਿਮਿਟ ਨਹੀਂ ਹੈ ਕਿੰਨਾ ਕੰਮ ਕਰਨਾ ਹੈ ਕਿੰਨੇ ਤੁਸੀਂ ਟਾਈਮ ਆਨਲਾਈਨ ਰਹਿਣਾ ਹੈ ਕੋਈ ਤੁਹਾਡੀ ਸੁਪਰਵਿਜ਼ਨ ਨਹੀਂ ਹੈ ਯੂ ਆਰ ਐਨ ਇੰਡੀਪੈਂਡੈਂਟ ਕੰਟਰੈਕਟਰ ਥੋੜਾ ਦੱਸ ਦਿਓ ਇਹਦਾ ਕੀ ਤੁਸੀਂ ਪੋਟੈਂਸ਼ੀਅਲ ਇਹਦਾ ਬਹੁਤ ਜ਼ਿਆਦਾ ਵੇਰੀ ਕਰਦਾ ਹੈ ਡਿਪੈਂਡਿੰਗ ਅਪਨ ਦਾ ਲੋਕੇਸ਼ਨ ਤੁਸੀਂ ਕਿੱਥੇ ਕਰ ਰਹੇ ਹੋ ਦਾ ਬੈਸਟ ਸਪੌਟ ਫॉर ਉਬਰ ਈਟਸ ਇਨ ਦਿਸ ਟੋਰਾਂਟੋ ਇਜ਼ ਦਾ ਡਾਊਨਟਾਊਨ ਟੋਰਾਂਟੋ ਦੇ ਵਿੱਚ ਅਗਰ ਅਸੀਂ ਜਾਂਦੇ ਹਾਂ ਜਿੰਨੀ ਕੁ ਅਸੀਂ ਅਰਨਿੰਗ ਕਰਦੇ ਹਾਂ ਉਹਦੇ ਇਕੁਇਵਲੈਂਟ ਅਮਾਉਂਟ ਤੇ ਸਾਨੂੰ ਟਿਪ ਮਿਲਦੀ ਹੈ ਤੇ ਕੈਨੇਡੀਅਨਸ ਦੇ ਵਿੱਚ ਆਈ ਗੈਸ ਇੱਕ ਬਹੁਤ ਹੀ ਵਧੀਆ ਕਲਚਰ ਪ੍ਰੈਜ਼ੈਂਟ ਹੈ ਕਿ ਜਦੋਂ ਵੀ ਕੋਈ ਫੂਡ ਡਿਲੀਵਰੀ ਵਗੈਰਾ ਜਾਂ ਕੋਈ ਵੀ ਇਦਾਂ ਦੀ ਡਿਲੀਵਰੀ ਪਰਸਨਲ ਆਉਂਦਾ ਹੈ ਤੇ ਟਿਪ ਦੇਣਾ ਇੱਕ ਕਲਚਰ ਹੈ ਇੱਥੋਂ ਦੀ ਇੱਥੋਂ ਦਾ 10% 20% ਟਿਪ ਆਉਂਦੀ ਹੈ ਸੋ ਜੇਕਰ ਕੋਈ $100 ਦਾ ਫੂਡ ਆਰਡਰ ਕਰਦਾ ਹੈ ਤੇ ਤੁਸੀਂ ਉਹਨੂੰ ਡਿਲੀਵਰ ਕਰਦੇ ਹੋ ਤਾਂ ਤੁਹਾਨੂੰ $10 ਤੇ ਟਿਪ ਹੀ ਪ੍ਰੈਜ਼ੈਂਟ ਹੋਏਗੀ ਤੇ ਬਾਕੀ $7-8 ਪਰ ਆਰਡਰ ਤੁਸੀਂ ਅਰਨਿੰਗ ਕਰ ਸਕਦੇ ਹੋ ਸੋ $150 ਤੋਂ $200 ਦੀ ਪਰ ਡੇ ਵਿਦਿਨ 10 ਆਵਰਸ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਹੀ ਵਧੀਆ ਅਰਨਿੰਗ ਸਕੋਪ ਹੈ ਤੇ ਇਹ ਕੰਮ ਸਾਰਿਆਂ ਲਈ ਅਵੇਲੇਬਲ ਹੈ ਇਹਦੇ ਵਿੱਚ ਕੋਈ ਇਦਾਂ ਨਹੀਂ ਹੈ ਕਿ ਮੈਨੂੰ ਕੰਮ ਨਹੀਂ ਮਿਲ ਰਿਹਾ ਉਬਰ ਈਟਸ ਦੇ ਲਈ ਹਰ ਕੋਈ ਸਾਈਨ ਅਪ ਕਰ ਸਕਦਾ ਹੈ ਜਿਹੜੇ ਬੰਦ ਬੜੀ ਹੁੰਦੇ ਨੇ ਜਲਦੀ ਹੈ ਨਾ ਬਿਲਕੁਲ ਇਹ ਸੈਂਸਿਟਿਵ ਇੱਕ ਚੀਜ਼ ਹੈ ਤੇ ਸਾਨੂੰ ਕੇਅਰ ਕਰਨੀ ਪੈਂਦੀ ਹੈ ਆਰਡਰ ਦੀ ਤੇ ਕਿਉਂਕਿ ਆਰਡਰਸ ਦੇ ਵਿੱਚ ਡਰਿੰਕਸ ਪ੍ਰੈਜ਼ੈਂਟ ਹੁੰਦੇ ਨੇ ਕਈ ਮੀਨਸ ਕਿ ਲਿਕੁਇਡ ਚੀਜ਼ਾਂ ਪ੍ਰੈਜ਼ੈਂਟ ਹੁੰਦੀਆਂ ਨੇ ਬਹੁਤ ਹੀ ਕੇਅਰ ਦੇ ਨਾਲ ਬਹੁਤ ਹੀ ਸੰਭਾਲ ਦੇ ਨਾਲ ਮੇਨਟੇਨ ਕਰਨੇ ਪੈਂਦੇ ਨੇ ਸਟੈਂਡਰਡ ਸੈੱਟ ਨੇ ਜਾਂਦਾ ਸਿੰਘ ਜੀ ਕੋਈ ਵੀ ਦਰਸ਼ਕ ਸਾਡਾ ਠੰਡਾ ਹੋਇਆ ਖਾਣਾ ਜਾਂ ਡੁੱਲਿਆ ਹੋਇਆ ਜਾਂ ਇਦਾਂ ਦੀ ਚੀਜ਼ ਨਹੀਂ ਪਸੰਦ ਕਰੇਗਾ ਸੋ ਇਦਾਂ ਦੀ ਚੀਜ਼ਾਂ ਹੁੰਦੀਆਂ ਨੇ ਤੇ ਉਬਰ ਜਿਹੜੀ ਹੈ ਬੜੀ ਜਲਦੀ ਬੰਦ ਹੋ ਜਾਂਦੀ ਹੈ ਔਰ ਪਰਮਾਨੈਂਟਲੀ ਲਾਈਫ ਟਾਈਮ ਬੰਦ ਕਰਦੇ ਨੇ ਜੇਕਰ ਕਈ ਵਾਰ ਕੀ ਹੁੰਦਾ ਹੈ ਅਸੀਂ ਅਕਸਰ ਕੁਝ ਸ਼ਰਾਰਤੀ ਅਨਸਰ ਦੇਖਦੇ ਹਾਂ ਕਿ ਆਰਡਰ ਪਿਕ ਕਰ ਲੈਂਦੇ ਨੇ ਤੇ ਬਾਅਦ ਵਿੱਚ ਆਰਡਰ ਮਾਰ ਕੇ ਡਿਲੀਵਰ ਨਹੀਂ ਕਰਦੇ ਉਹਨੂੰ ਤੇ ਆਪ ਖਾ ਲੈਂਦੇ ਨੇ ਜਾਂ ਇਦਾਂ ਦੇ ਕੁਝ ਬੈਡ ਪ੍ਰੈਕਟਿਸਿਸ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਇਹੋ ਜਿਹੇ ਕੰਮ ਜੇਕਰ ਕਰਾਂਗੇ ਤੇ ਆਬਵੀਅਸ ਜੀ ਗੱਲ ਹੈ ਕੋਈ ਵੀ ਬਿਜ਼ਨਸ ਸੈਟਅਪ ਹੈ ਤੇ ਉਹਨੂੰ ਐਕਸ਼ਨ ਲੈਣਾ ਪਏਗਾ ਆਪਣੇ ਸਟੈਂਡਰਡਸ ਨੂੰ ਮੇਨਟੇਨ ਕਰਨ ਦੇ ਲਈ ਸੋ ਇਦਾਂ ਹੀ ਚੱਲਦਾ ਹੈ ਕੰਮ ਤੇ ਬਹੁਤ ਹੀ ਵਧੀਆ ਆਪਸ਼ਨ ਹੈ ਉਬਰ ਈਟਸ ਦੇ ਨਾਲ ਬਹੁਤ ਸਾਰੀਆਂ ਆਲਰੇਡੀ ਹੋ ਦੂਸਰੀਆਂ ਵੀ ਐਪਸ ਨੇ ਲੇਕਿਨ ਜੇ ਬੈਸਟ ਦੀ ਗੱਲ ਕਰੀਏ ਤਾਂ ਬੈਸਟ ਆਫ ਬੈਸਟ ਇਜ਼ ਉਬਰ ਸੋ ਉਬਰ ਕਿਹੜੇ ਵਹੀਕਲ ਉੱਪਰ ਚਲਾਉਂਦੇ ਰਹੇ ਹੋ ਤੁਸੀਂ ਆਪ ਵੀ ਜਿਵੇਂ ਕਾਰ ਉੱਪਰ ਚੱਲਦੀ ਹੈ ਬਾਈਸਾਈਕਲ ਉੱਪਰ ਚੱਲਦੀ ਹੈ ਮੈਂ ਇੱਥੇ ਇੱਕ ਬਹੁਤ ਹੀ ਇਸਕੀ ਵੱਡਾ ਬਿਆਨ ਦੇਣ ਲੱਗਾ ਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਫੀਸਾਂ ਜਦੋਂ ਇੰਟਰਨੈਸ਼ਨਲ ਸਟੂਡੈਂਟ ਹੁੰਦਾ ਤੇ ਫੀਸ ਕੱਢਣੀ ਉਹਦੇ ਲਈ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਕਿ ਮੈਨੂੰ ਇੰਡੀਆ ਤੋਂ ਪੈਸੇ ਨਾ ਮੰਗਾਉਣੇ ਪੈਣ ਤੇ ਮੈਂ ਆਪ ਆਪਣਾ ਸਰਵਾਈਵ ਕਰ ਸਕਾਂ ਤੇ ਕਿਉਂਕਿ ਕੰਮ ਦੀ ਇੱਥੇ ਕਈ ਵਾਰ ਕੁਝ ਲੋਕ ਮੀਨਸ ਕਿ ਮੈਂ ਕਿੱਲਤ ਨਹੀਂ ਕਹਿ ਸਕਦਾ ਵੀ ਕੰਮ ਦੀ ਕਿੱਲਤ ਹੁੰਦੀ ਹੈ ਲੋਕਾਂ ਦੀ ਐਫਰਟਸ ਨਹੀਂ ਹੁੰਦੇ ਉਹਨੇ ਲੱਭਣ ਦੇ ਲਈ ਕੰਮ ਜਿਨ੍ਹਾਂ ਦੇ ਕਾਰਨ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੇ ਮੈਂ ਜਦੋਂ ਕੈਨੇਡਾ ਆਇਆ ਸੀ ਤੇ ਮੈਂ 1 ਮਹੀਨਾ ਤੇ ਵੈਸੇ ਨਹੀਂ ਸੀ ਕੰਮ ਕੀਤਾ ਮੀਨਸ ਕਿ ਨਾ ਕੋਸ਼ਿਸ਼ ਕੀਤੀ ਤੇ ਸਿਰਫ ਜਿੱਦਾਂ ਇੰਜੋਏ ਕੀਤਾ ਸੀ ਕੈਨੇਡਾ ਆਉਣਾ ਖੁਸ਼ੀ ਦੇ ਪਲ ਥੋੜੇ ਜਿਹੇ ਮੈਂ ਕਰ ਲਈਏ ਤੇ 1 ਮਹੀਨੇ ਬਾਅਦ ਮੈਂ ਸਾਈਨ ਅਪ ਕਰ ਲਿਆ ਸੀ ਉਬਰ ਈਟ ਦੇ ਲਈ ਸੋ ਮੈਂ 80% ਰਿਲਾਈ ਕੀਤਾ ਹੈ ਉਬਰ ਈਟਸ ਦੇ ਉੱਪਰ ਕਿਉਂਕਿ ਇਹ ਬਹੁਤ ਹੀ ਫਲੈਕਸੀਬਲ ਸੀ ਮੈਂ ਆਪਣੀ ਸਟੱਡੀ ਦੇ ਟਾਈਮ ਦੇ ਨਾਲ ਜਦੋਂ ਮਰਜ਼ੀ ਆਪਣਾ ਫ੍ਰੀ ਟਾਈਮ ਦੇਖ ਕੇ ਉਬਰ ਈਟਸ ਲਈ ਜਾਂਦਾ ਸੀ ਤੇ ਮੈਂ ਆਪਣੀਆਂ ਦੋਨੇ ਫੀਸਾਂ ਮੈਂ ਕਹਿ ਸਕਦਾ ਕਿ ਉਬਰ ਈਟਸ ਸਾਈਕਲ ਦੇ ਉੱਪਰ ਕਰਕੇ ਤੇ ਫੀਸਾਂ ਮੈਨੇਜ ਕੀਤੀਆਂ ਸੀ ਜੋ ਕਿ ਅਰਾਊਂਡ $18,000 ਇੰਡੀਆ ਦਾ ਕੁਝ 10 ਲੱਖ ਰੁਪਇਆ ਓਵਰ ਅ ਪੀਰੀਅਡ ਆਫ 1.5 year you can say or 1 year you can say 1 ਤੋਂ 1.5 ਸਾਲ ਦੇ ਵਿੱਚ ਇੰਡੀਆ ਦਾ 10 ਲੱਖ ਰੁਪਇਆ ਮੈਂ ਸਾਈਕਲ ਤੇ ਉਬਰ ਈਟਸ ਕਰਕੇ ਹੀ ਕਮਾ ਲਿਆ ਸੀ ਸੇਵ ਕੀਤਾ ਸੀ yeah of course so this clearly depicts the potential of that app if you are like sincere if you are maintaining the quality standards and never try Uber bicycle on a car even your friend's car any kind of fraudulent activity detected can lead to permanent your lifetime ਤੁਸੀਂ ਕੋਈ plea ਨਹੀਂ ਪਾ ਸਕਦੇ ਕੁਝ ਨਹੀਂ ਕਰ ਸਕਦੇ like you gone so ਇਦਾਂ
ਦੀਆਂ ਚੀਜ਼ਾਂ ਪ੍ਰੈਜ਼ੈਂਟ ਨੇ ਇੱਥੇ ਇਨ ਪਲੇਸ ਨੇ, ਸੋ ਕਿਸੇ ਤਰ੍ਹਾਂ ਦਾ ਘਬਰਾਉਣ ਦੀ ਲੋੜ ਨਹੀਂ ਹੈ। ਸਟੂਡੈਂਟ ਨੂੰ ਮਤਲਬ ਆਪਣੀ ਟੈਕਸੇਸ਼ਨ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਆਪਣੀ ਫੀਸ ਤੋਂ ਮਿਲਣ ਵਾਲੀ ਰਿਬੇਟ ਜ਼ਰੂਰ ਅਵੇਲ ਕਰੇ। ਹਰ ਸਾਲ ਟੈਕਸ ਫਾਈਲ ਕਰਨਾ ਚਾਹੀਦਾ ਹੈ, ਬਹੁਤ ਸਾਰੇ ਪੈਸੇ ਵਾਪਿਸ ਆਉਂਦੇ ਨੇ ਸਾਨੂੰ, ਤੇ ਅਸੀਂ ਕਮਿਊਨਿਟੀ ਵਿੱਚ ਲਾਜ਼ ਨੂੰ ਫੋਲੋ ਕਰਦੇ ਹਾਂ। ਇਲੀਗਲ ਹੈ ਇੱਥੇ ਬਿਨਾਂ ਟੈਕਸ ਫਾਈਲ ਕੀਤੇ। ਮੈਂ ਕੀਤੇ। ਥੋੜਾ ਜਿਹਾ ਦੱਸਣਾ ਚਾਹੂੰਗਾ, ਜਿਹੜਾ ਵੀ ਇੰਟਰਨੈਸ਼ਨਲ ਸਟੂਡੈਂਟ ਆਂਦਾ ਆ ਹੈਨਾ, ਜੇਕਰ ਉਹ ਊਬਰ ਈਟਸ ਕਰ ਪਾਉਂਦਾ ਹੈ ਬਹੁਤ ਵਧੀਆ ਗੱਲ ਹੈ ਹੈਨਾ, ਔਰ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਿੰਨੀ ਜਲਦੀ ਲਾਇਸੈਂਸ ਬਣਾ ਲਏ ਜਾਣ ਉਨਾ ਹੀ ਵਧੀਆ। ਕਾਰ ਦਾ ਲਾਇਸੈਂਸ ਜਿੰਨੀ ਜਲਦੀ ਬਣਦਾ ਆ ਬਹੁਤ ਵਧੀਆ, ਜਿੰਨਾ ਪੁਰਾਣਾ ਹੋਈ ਜਾਏਗਾ ਬਹੁਤ ਸਾਰੀਆਂ ਜੌਬ ਓਪਰਚੁਨਿਟੀਜ਼ ਦੇ ਵਿੱਚ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ ਬੈਨੀਫਿਟ ਮਿਲੇਗਾ, ਇੰਸ਼ੋਰੈਂਸ ਤੁਹਾਡੀ ਘੱਟ ਹੋਏਗੀ, ਇੰਸ਼ੋਰੈਂਸ ਸਸਤੀ ਹੋਏਗੀ ਔਰ ਬਹੁਤ ਸਸਤੀ ਹੋਏਗੀ, ਬਹੁਤ ਅੱਧੋ ਅੱਧਾ ਫਰਕ ਵੀ ਪੈ ਸਕਦਾ ਹੈ। ਬਿਲਕੁਲ। ਸੋ ਆਪਣੇ ਇੰਡੀਆ ਤੋਂ ਵੀ ਆਪਣੀਆਂ ਚੀਜ਼ਾਂ ਆਰਡਰਸ ਦੇ ਵਿੱਚ ਰੱਖੀਆਂ ਜਾਣ ਤੇ ਬਾਕੀ ਆਣ ਕੇ ਵਧੀਆ ਸਟੱਡੀ। ਸਿਕਿਉਰਿਟੀ ਲਾਇਸੈਂਸ ਜਿਹੜਾ ਹੁੰਦਾ ਆ, ਸਿਕਿਉਰਿਟੀ ਗਾਰਡ ਦਾ ਜਿਹੜਾ ਨੌਕਰੀ ਹੈਗੀ ਹੈ, ਇੱਕ ਲਾਇਸੈਂਸ ਲੈਣਾ ਪੈਂਦਾ ਆ ਹੈਨਾ, ਉਹ ਵੀ ਚੀਜ਼ ਜਿੰਨੀ ਜ਼ਿਆਦਾ ਪੁਰਾਣੀ ਹੋਈ ਜਾਏਗੀ, ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਹਾਇਰ ਕਰਦੀਆਂ ਜਿਨ੍ਹਾਂ ਦਾ ਲਾਇਸੈਂਸ 1 ਸਾਲ ਪੁਰਾਣਾ ਹੁੰਦਾ ਹੈ ਜਾਂ 1 ਸਾਲ ਤੋਂ ਜ਼ਿਆਦਾ ਪੁਰਾਣਾ ਹੁੰਦਾ ਹੈ। ਕੋਈ ਵੀ ਇੰਟਰਨੈਸ਼ਨਲ ਵਿਦਿਆਰਥੀ ਇੱਥੇ ਹੁੰਦਾ ਤੇ ਵਿਦਿਨ ਫਿਊ ਮੰਥਸ ਆਈ ਗੈਸ ਉਸਨੂੰ ਸਿਕਿਉਰਿਟੀ ਦਾ ਲਾਇਸੈਂਸ ਬਣਾ ਲੈਣਾ ਚਾਹੀਦਾ ਹੈ, ਤੇ ਅਪਰੋਕਸੀਮੇਟਲੀ 300 ਤੋਂ 350 ਡਾਲਰ ਦਾ ਖਰਚਾ ਹੋਏਗਾ। ਫੋਰ ਕਲਿਪ ਦਾ ਲਾਇਸੈਂਸ ਬਣਾਉਣਾ ਚਾਹੀਦਾ ਆ। ਉਹਦੇ ਵਿੱਚ ਵੀ ਸੇਮ ਚੀਜ਼ ਹੈਗੀ ਆ, ਮੈਂ ਕੰਮ ਕੀਤਾ ਹੈ ਬਹੁਤ ਜ਼ਿਆਦਾ, ਕਿ ਜਿੰਨਾ ਤੁਹਾਡਾ ਲਾਇਸੈਂਸ ਪੁਰਾਣਾ ਆ ਉਹਨੇ ਤੁਹਾਨੂੰ ਪਰ ਆਰ ਵੇਜ ਜ਼ਿਆਦਾ ਮਿਲੇਗੀ, ਔਰ ਇਹ ਮੰਨਿਆ ਜਾਏਗਾ ਕਿ ਪਿਛਲੇ 1 ਸਾਲ ਤੋਂ ਫੋਰ ਕਲਿਪ ਹੀ ਚਲਾ ਰਹੇ ਹੋਵੋਗੇ। ਸੋ ਆਈ ਗੈਸ ਕਿ ਇਹ ਚੀਜ਼ ਬਹੁਤ ਵਧੀਆ ਆ। ਆਪਣੇ ਲਾਇਸੈਂਸ ਟਾਈਮ ਸਿਰ ਬਣਾਓ ਔਰ ਉਹਨਾਂ ਨੂੰ ਪੁਰਾਣੇ ਥੋੜਾ ਹੋਣ ਦਿਓ, ਉਹਨਾਂ ਨੂੰ ਮੈਚੁਰ ਹੋਣ ਦਿਓ, ਤਾਂ ਜੋ ਫਿਊਚਰ ਵਿੱਚ ਤੁਹਾਨੂੰ ਵੱਡੀਆਂ ਕੰਪਨੀਆਂ ਜਦੋਂ ਹਾਇਰ ਕਰਦੀਆਂ ਨੇ ਔਰ ਉਹਨਾਂ ਦਾ ਇਹ ਪੈਰਾਮੀਟਰ ਰਹਿੰਦਾ ਆ ਕਿ ਉਹਨਾਂ ਦੇ ਲਾਇਸੈਂਸ ਜਿਹੜੇ ਹੈਗੇ ਐਪਲੀਕੈਂਟ ਦੇ ਸਾਲ ਪੁਰਾਣਾ ਐਕਸਪੀਰੀਅੰਸ, 2 ਸਾਲ ਪੁਰਾਣਾ ਐਕਸਪੀਰੀਅੰਸ ਉਹ ਮੰਗਦੇ ਨੇ। ਸੋ ਆਹ ਚੀਜ਼ ਦਾ ਖਿਆਲ ਰੱਖੋ। ਸਿਕਿਉਰਿਟੀ ਦਾ ਲਾਇਸੈਂਸ ਬਣਾਓ, ਫੋਰ ਕਲਿਪ ਦਾ ਲਾਇਸੈਂਸ ਬਣਾਓ, ਆਪਣੀ ਕਾਰ ਦਾ ਲਾਇਸੈਂਸ ਬਣਾਉਣ ਵੱਲ ਤੁਰ ਪਓ। ਸੋ ਆਹ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਨੇ। ਬੇਹੋਸ਼ੀ ਦੇ ਵਿੱਚ ਜੇ ਜੀਣਾ ਹੈਗਾ ਤੇ ਫਿਰ ਆਈ ਗੈਸ ਕੈਨੇਡਾ ਆਉਂਦਾ ਕੋਈ ਫਾਇਦਾ ਹੀ ਨਹੀਂ। ਬਿਲਕੁਲ। ਇੱਥੇ ਆ ਕੇ ਹਾਂ ਅਟੈਂਟਿਵ ਰਹਿਣਾ ਜ਼ਰੂਰੀ ਆ, ਰੋਜ਼ ਆਪਣਾ ਓਪਰਚੁਨਿਟੀਜ਼, ਕਿਉਂਕਿ ਓਪਰਚੁਨਿਟੀ ਨੂੰ ਗ੍ਰੈਬ ਕਰਨਾ ਪੈਂਦਾ ਹੈ, ਉਹ ਆਪੇ ਚੱਲ ਕੇ ਤੁਹਾਡੇ ਵੱਲ ਨਹੀਂ ਆਏਗੀ। ਜੀ ਦੇ ਆਰ ਪ੍ਰੈਜ਼ੈਂਟ देयर ਬਟ ਯੂ ਨੀਡ ਟੂ ਫਾਈਂਡ them, ਯੂ ਨੀਡ ਟੂ ਗ੍ਰੈਬ them, ਤੇ ਤਾਂ ਹੀ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ ਜਾ ਸਕਦਾ ਹੈ। ਸੋ ਤੇ ਇੱਕ ਸਮਾਰਟ ਸਰਵ ਦਾ ਲਾਇਸੈਂਸ ਵੀ ਹੁੰਦਾ ਹੈ ਇੱਥੇ। ਸਮਾਰਟ ਸਰਵ ਜੇਕਰ ਤੁਸੀਂ ਟੂ ਕੈਰੀ ਅਲਕੋਹਲ, ਟੂ ਸੈਲ ਅਲਕੋਹਲ, ਜੇਕਰ ਤੁਸੀਂ ਕਿਸੇ ਬਾਰ ਦੇ ਵਿੱਚ ਕੰਮ ਕਰਦੇ ਹੋ, ਤੁਸੀਂ ਕਿਸੇ ਲੀਕਰ ਸਟੋਰ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਤੇ ਇੱਥੇ ਕਾਫੀ LCBO ਵਗੈਰਾ ਪ੍ਰੈਜ਼ੈਂਟ ਨੇ। 35-38 ਡਾਲਰਸ ਵਿੱਚ $35 ਦੀ ਇਨਵੈਸਟਮੈਂਟ ਹੈ। ਕਿਸੇ ਟਾਈਮ ਆਫਰਸ ਚੱਲ ਰਹੇ ਹੁੰਦੇ ਨੇ ਤੇ ਫ੍ਰੀ ਆਫ ਕਾਸਟ ਵੀ ਬਣ ਜਾਂਦਾ ਹੈ। ਜੇਕਰ ਤੁਸੀਂ ਉਬਰ ਈਟਸ ਕਰ ਰਹੇ ਹੋ ਤੇ ਤੁਸੀਂ ਅਲਕੋਹਲ ਕੈਰੀ ਕਰ ਰਹੇ ਹੋ ਡਿਲੀਵਰੀਜ਼ ਦੇ ਵਿੱਚ, ਕਿਉਂਕਿ ਕਈ ਵਾਰ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨੇ, ਡਿਸ਼ਸ ਨੇ ਜਿਨ੍ਹਾਂ ਨੂੰ ਅਲਕੋਹਲ ਦੇ ਨਾਲ ਪ੍ਰਪੇਅਰ ਕੀਤਾ ਜਾਂਦਾ ਹੈ, ਤੇ ਨਾਲ ਸਰਵ ਵੀ ਵਾਈਨ ਕੀਤੀ ਜਾਂਦੀ ਹੈ ਜਾਂ ਬੀਅਰ ਸਰਵ ਹੁੰਦੀ ਹੈ। ਹਾਂਜੀ। ਸੋ ਉਹ ਚੀਜ਼ ਦੇ ਲਈ ਤੁਹਾਡੇ ਕੋਲ ਸਮਾਰਟ ਸਰਵ ਦਾ ਲਾਇਸੈਂਸ ਹੋਣਾ ਚਾਹੀਦਾ ਹੈ, ਜੋ ਕਿ ਸਰਕਾਰੀ ਗਵਰਨਮੈਂਟ ਅਪਰੂਵਡ। ਜਿਹੜੇ ਸਾਰੇ ਲਾਇਸੈਂਸਸ ਹੈਗੇ ਨੇ ਇਹ ਟਾਈਮ ਸਿਰ ਬਣਾਉਣੇ ਇੰਪੋਰਟੈਂਟ ਨੇ। ਵਿਦਿਨ 2-3 ਮੰਥਸ ਗੋ ਫॉर एवरीथिंग। ਅਸੀਂ ਦੇਖ ਸਕਦੇ ਹਾਂ ਕਿ ਇਸ ਟਾਈਮ ਰਾਤ ਦੇ 7 ਵੱਜ ਚੁੱਕੇ ਨੇ ਤੇ ਪੂਰੀ ਤਰ੍ਹਾਂ ਹਨੇਰਾ ਪੈ ਚੁੱਕਾ ਹੈ, ਤੇ ਅਸੀਂ ਆਈ ਗੈਸ ਹੁਣ ਘਰ ਵੱਲ ਹੈਡ ਕਰ ਰਹੇ ਹਾਂ। ਇਸ ਵੇਲੇ ਅਸੀਂ ਹੈਗੇ ਹਾਂ ਐਲਜ਼ਮੇਰ ਐਂਡ ਮਾਰਕਮ ਇੰਟਰਸੈਕਸ਼ਨ ਤੇ, ਔਰ ਅਸੀਂ ਘਰ ਜਾ ਰਹੇ ਹਾਂ ਘੁੰਮਦੇ ਘੁੰਮਾਉਂਦੇ। ਬਿਲਕੁਲ। ਤੇ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਨਾਲ ਬੱਸਿਸ TTC ਦੀ ਬੱਸ ਲੱਗੀ ਹੋਈ ਹੈ, ਤੇ ਤੋਂ ਥੋੜੀ ਜਿਹੀ ਦੂਰ ਹੀ ਇੱਕ ਉਹ ਵੀ ਬੱਸ ਹੀ ਹੈ। ਤੇ ਸੋ ਬੱਸ ਸਰਵਿਸ ਬਹੁਤ ਹੀ ਵਧੀਆ ਹੈ ਕੈਨੇਡਾ ਦੀ, ਤੇ ਖਾਸ ਕਰ ਐਵਰੀ ਰੀਜਨ ਦੀ ਬਿਲਕੁਲ ਜਿਹੜੀ ਟੋਰਾਂਟੋ ਟ੍ਰਾਂਜ਼ਿਟ ਦੀ ਸਰਵਿਸ ਹੈ, it is much better as compared to the Brampton Transit or MI Way or similar transits, Durham Transit। ਤੇ ਸਭ ਕੁਝ ਕਾਰਡਸ ਦੇ ਨਾਲ ਪੇ ਹੁੰਦਾ, ਇਹਦੇ ਵਿੱਚ ਕੋਈ ਫੇਅਰ ਬੱਸ ਦੇ ਵਿੱਚ ਨਹੀਂ ਹੁੰਦਾ। ਤੁਸੀਂ ਮੰਥਲੀ ਪਾਸ ਪਵਾ ਸਕਦੇ ਹੋ ਤੇ ਫਿਕਸਡ ਅਮਾਉਂਟ ਹੈ। 325 ਦਾ ਟੈਪ ਵੱਜਦਾ ਹੈ ਜੇਕਰ ਤੁਹਾਡੇ ਕੋਲ ਪ੍ਰੈਸਟੋ ਕਾਰਡ ਪ੍ਰੈਜ਼ੈਂਟ ਹੈ, ਤੇ ਬੱਸ ਦੇ ਵਿੱਚ ਫੇਅਰ $3.25 ਦੇ ਕੇ ਤੁਸੀਂ 2 ਘੰਟੇ ਟਰੈਵਲ ਕਰ ਸਕਦੇ ਹੋ। 2 ਘੰਟੇ ਦੀ ਤੁਹਾਨੂੰ ਰਿਲੈਕਸੇਸ਼ਨ ਮਿਲਦੀ ਹੈ। ਸੋ 2 ਘੰਟੇ ਤੁਸੀਂ ਜਿਹੜੀ ਮਰਜ਼ੀ ਬੱਸ ਚੇਂਜ ਕਰੋ, ਜਿੱਧਰ ਮਰਜ਼ੀ ਚਲੋ, ਤੁਹਾਡਾ ਟੈਪ ਇੱਕ ਹੀ ਹੁੰਦਾ ਹੈ ਤੇ ਉਹੀ ਟ੍ਰਾਂਸਫਰ ਹੋਈ ਜਾਂਦਾ ਹੈ। ਸੋ ਆਈ ਗੈਸ ਇਹ ਚੀਜ਼ ਵਧੀਆ ਵੀ ਹੈ ਤੇ ਥੋੜੀ ਨੁਕਸਾਨਦਾਇਕ ਵੀ ਹੈ। ਕਈ ਵਾਰ ਅਸੀਂ ਬਹੁਤ ਲਾਗੇ ਜਾਣਾ ਹੁੰਦਾ ਹੈ, ਮੇਬੀ ਤੁਸੀਂ 2 ਮਿੰਟ ਲਈ ਟਰੈਵਲ ਕਰਨਾ ਹੈ ਬੱਸ ਦੇ ਵਿੱਚ, ਤੇ ਤੁਹਾਡੀ ਅਮਾਊਂਟ ਸੇਮ ਰਹਿੰਦੀ ਹੈ। ਇੰਡੀਆ ਦੇ ਨਹੀਂ, ਟਿਕਟ ਦੀ ਅਮਾਊਂਟ ਨਾ ਵੱਧਦੀ ਹੈ ਨਾ ਘਟਦੀ ਹੈ। ਤੁਸੀਂ 325 ਪੇ ਕਰੋਗੇ ਤੇ ਬੱਸ ਦੇ ਵਿੱਚ ਬੈਠੋਗੇ ਤੇ ਬੱਸ 'ਚ ਉਤਰ ਜਾਓਗੇ। ਭਾਵੇਂ ਤੁਸੀਂ ਹੁਣੇ ਉਤਰ ਜਾਓ ਤੇ ਭਾਵੇਂ ਤੁਸੀਂ 2 ਘੰਟੇ ਟਰੈਵਲ ਕਰਦੇ ਰਹੋ, ਬੱਸਾਂ ਬਦਲਦੇ ਰਹੋ, ਤੇ ਤੁਹਾਡੀ ਅਮਾਊਂਟ ਸੇਮ ਰਹਿੰਦੀ ਹੈ। ਸੋ ਤੁਸੀਂ ਦੇਖ ਪਾ ਰਹੇ ਜੀ ਆਪਣੇ ਰਾਈਟ ਦੇ ਵਿੱਚ ਇਹ ਮੈਡਕੈਪ ਫੈਸਿਲਿਟੀ ਆਈ ਗੈਸ, ਔਰ ਇਦਾਂ ਸਾਰੀਆਂ ਅਪਾਰਟਮੈਂਟ ਜਿਹੜੇ ਹੈਗੇ ਨੇ, ਹਾਊਸਿੰਗ ਫੈਸਿਲਿਟੀ ਆ ਇਹਨਾਂ ਦੇ ਵਿੱਚ, ਹਨਾ ਸਿਕਿਉਰਿਟੀ ਦੀਆਂ ਜੌਬਸ ਹੁੰਦੀਆਂ ਨੇ, ਹਨਾ ਤੁਸੀਂ ਲੈ ਸਕਦੇ ਹੋ ਜੀ ਇੱਥੇ। ਮੈਂ ਪਰਸਨਲੀ ਆਪ ਲੌਜਿਕ ਸਿਕਿਉਰਿਟੀ ਵਿੱਚ ਕੰਮ ਕਰਦਾ ਹਾਂ ਗਾਇਸ। ਬਹੁਤ ਸਾਰੀਆਂ ਵੱਡੀਆਂ ਸਿਕਿਉਰਿਟੀ ਕੰਪਨੀਜ਼ ਹੈਗੀਆਂ ਨੇ ਇੱਥੇ ਟੋਰਾਂਟੋ ਦੇ ਵਿੱਚ, ਕੰਪੈਟੀਟਿਵ ਨੇ, ਤੁਹਾਨੂੰ ਵਧੀਆ ਪੈਸੇ ਕਮਾਉਣ ਦਾ ਮੌਕਾ ਮਿਲੇਗਾ। ਔਰ ਕਈ ਵਾਰੀ ਤਾਂ ਇਦਾਂ ਵੀ ਹੁੰਦਾ ਹੈ ਕਿ ਲਾਈਕ $250 $288 ਜਿਹੜੇ ਆ ਪਰ ਡੇ
ਵੀ ਬਣਾਏ ਨੇ ਮੈਂ। ਸੋ ਸਿਕਿਉਰਿਟੀ ਫੀਲਡ ਜਿਹੜੀ ਹੈ ਤੁਹਾਡੇ ਵਾਸਤੇ ਵਧੀਆ ਕੰਮ ਕਰੇਗੀ ਜੇ ਤੁਸੀਂ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਜੇ। ਪਾਰਟ ਟਾਈਮ ਫੁੱਲ ਟਾਈਮ ਦੋਨਾਂ ਲਈ ਬਹੁਤ ਹੀ ਵਧੀਆ ਦੋਨਾਂ ਲਈ ਅਟਰੈਕਟਿਵ ਬਹੁਤ ਆਪਸ਼ਨ ਹੈ। ਵਧੀਆ, ਇਹਦੇ ਵਿੱਚ ਜ਼ਿਆਦਾ ਹਾਂਜੀ। ਕੋਈ ਹਾਰਡ ਵਰਕ ਜਾਂ ਕਹਿ ਸਕਦੇ ਹਾਂ ਅਸੀਂ ਕਿ ਕੋਈ ਸਿਰਫ ਲੱਕ ਤੋੜ protocols ਮਿਹਨਤ ਨਹੀਂ follow ਕਰਨ ਦੀ ਕਰਨੇ ਨੇ ਲੋੜ। ਤੁਸੀਂ ਸਿੰਪਲ ਔਰ- ਤੁਸੀਂ ਬੈਠ ਕੇ ਜਾਂ ਪੈਟਰੋਲਿੰਗ ਕਰਨੀ ਹੈ ਜਾਂ ਸਿਕਿਉਰਿਟੀ ਹਾਂਜੀ, ਇੰਸ਼ੋਰ ਕਰਨੀ ਹੈ, ਬਹੁਤ ਹੀ ਈਜ਼ੀ ਜੌਬ। ਤੁਸੀਂ ਮੋਬਾਈਲ ਫੋਨ ਯੂਜ਼ ਕਰ ਆਪਣੀ ਸਕਦੇ ਮੈਮੋ ਹੋ। ਬੁੱਕ ਮੇ ਵੀ ਅਪਡੇਟ ਕਰੋਗੇ ਤੁਸੀਂ ਹੈ ਨਾ ਆਫਟਰ ਐਵਰੀ 30 ਮਿੰਟਸ ਔਰ ਰਿਪੋਰਟ ਬਣਾਓਗੇ ਬਾਈ ਦੀ ਐਂਡ ਆਫ ਦਾ ਡੇ। ਦੈਟਸ ਇਟ, ਲਾਈਕ ਨਥਿੰਗ ਐਲਸ। ਸੋ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਆ ਰਹੇ, ਮੈਂ ਦਰਸ਼ਕਾਂ ਨੂੰ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਕਿ ਆਪਣੀਆਂ ਕੰਪਿਊਟਰ ਸਕਿੱਲਸ, ਆਪਣਾ ਮਾਈਕਰੋਸਾਫਟ ਆਫਿਸ ਵਗੈਰਾ ਇੱਦਾਂ ਦੀਆਂ, ਮੈਂ MS ਐਕਸਲ ਐਂਡ ਇੱਦਾਂ ਦੀਆਂ ਸਿੰਪਲ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਜਾਣਕਾਰੀ ਹੋਣੀ ਬਹੁਤ ਇੰਪੋਰਟੈਂਟ ਹੈ। ਸੋ ਥੋੜ੍ਹੀਆਂ, ਕਿਉਂਕਿ ਕਿਸੇ ਵੀ ਕੰਪਨੀ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਕਿਸੇ ਵੀ ਤਰ੍ਹਾਂ ਦੀ ਇੱਥੇ ਰਿਕਾਰਡ ਕੀਪਿੰਗ, ਡਾਕੂਮੈਂਟੇਸ਼ਨ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ। ਤੁਸੀਂ ਕੋਈ ਵੀ B ਕਲਾਸ ਜੌਬ ਕਰਦੇ ਹੋ, ਤੁਸੀਂ ਰਿਸੈਪਸ਼ਨਿਸਟ ਦੀ ਜੌਬ ਕਰਦੇ ਹੋ, ਤੁਸੀਂ ਈਵਨ ਕਿ ਸਿਕਿਉਰਿਟੀ ਡੈਸਕ ਦੇ ਉੱਪਰ ਵੀ ਰਿਪੋਰਟ ਸਬਮਿਟ ਕਰਨੀਆਂ ਹੁੰਦੀਆਂ ਨੇ, ਈਵਨ ਕਿ ਫੈਕਟਰੀਜ਼ ਦੇ ਵਿੱਚ ਵੀ ਅਸੀਂ ਕੰਮ ਕਰਦੇ ਹਾਂ ਤਾਂ ਡੇਲੀ ਰਿਪੋਰਟ ਤਿਆਰ ਹੁੰਦੀ ਹੈ। ਤਾਂ ਸਾਨੂੰ ਥੋੜ੍ਹਾ ਬਹੁਤਾ ਜਾਣਕਾਰੀ ਹੋਏ ਤੇ ਵਧੀਆ ਗੱਲ ਹੈ। ਕੰਪਿਊਟਰ ਕਿੱਦਾਂ ਜੀ। ਚੱਲਦਾ ਹੈ, ਕੰਪਿਊਟਰ ਬਹੁਤ ਹੀ ਐਸੈਂਸ਼ੀਅਲ ਸਕਿੱਲ ਹੈ ਸਾਡੇ CV ਦੇ ਉੱਪਰ, ਰੈਜ਼ਿਊਮੇ ਦੇ ਉੱਪਰ ਵੀ ਕਾਫੀ ਵਧੀਆ ਲੱਗਦਾ ਹੈ ਇੱਦਾਂ ਦੀਆਂ ਸਕਿੱਲਸ ਨੂੰ ਡਿਸਪਲੇ ਕਰਨਾ। ਸੋ ਅਸੀਂ ਇੱਕ ਹੋਰ ਚੀਜ਼, ਇੱਕ ਟੌਪਿਕ ਟੱਚ ਕਰਾਂਗਾ ਅੱਜ ਮੈਂ। ਵਾਟ ਅਬਾਊਟ ਲਾਈਕ ਜੇ ਤੁਸੀਂ ਇਨਵੈਸਟਮੈਂਟ ਕਰਨੀ ਆ ਲੌਂਗ ਟਾਈਮ, ਜੇ ਕੋਈ PR ਹੋ ਚੁੱਕਿਆ ਆ ਜਾਂ ਫਿਰ ਜੇ ਕੋਈ ਵਰਕ ਪਰਮਿਟ ਦੇ ਉੱਪਰ ਆ ਔਰ ਉਹ ਪੈਸੇ ਇਨਵੈਸਟ ਕਰਨਾ ਚਾਹੁੰਦਾ ਆ, ਕੋਈ ਆਪਣਾ ਕੰਮ ਖੋਲ੍ਹਣਾ ਚਾਹੁੰਦਾ ਆ, ਜਾਂ ਉਹਨੂੰ ਕਿਹੜੀ ਜਗ੍ਹਾ ਉੱਪਰ ਇਨਵੈਸਟ ਕਰਨਾ ਚਾਹੀਦਾ ਹੈ, ਕੈਨੇਡਾ ਔਰ ਇੰਡੀਆ? ਬਿਲਕੁਲ ਚੰਦਰਬੀਰ ਸਿੰਘ ਜੀ, ਜੇਕਰ ਅਸੀਂ ਗੱਲ ਕਰੀਏ ਕਿ ਅਸੀਂ ਜੇਕਰ ਕੋਈ ਇਨਸਾਨ ਜੌਬ ਨੂੰ ਪ੍ਰੈਫਰ ਨਹੀਂ ਕਰਦਾ ਓਵਰ ਐਂਡ ਹੀ ਪ੍ਰੈਫਰਸ ਟੂ ਸੈਟ ਅਪ his or her own business and he want to do some investment to get huge profits to make some passive money, and I guess developing countries like India ਬਹੁਤ ਹੀ ਵਧੀਆ ਆਪਸ਼ਨਸ ਨੇ ਕਿਉਂਕਿ ਉੱਥੇ ਜ਼ਿਆਦਾ ਓਪਰਚੁਨਿਟੀਜ਼ ਪ੍ਰੈਜ਼ੈਂਟ ਨੇ ਬਿਜ਼ਨਸ ਨੂੰ ਗਰੋ ਕਰਨ ਦੇ ਲਈ। ਵੈਲ ਐਸਟੈਬਲਿਸ਼ਡ ਮਾਰਕੀਟਸ ਪ੍ਰੈਜ਼ੈਂਟ ਨੇ, ਮੀਨਸ ਕਿ ਪੋਪੂਲੇਸ਼ਨ ਵੀ ਕਾਫੀ ਜ਼ਿਆਦਾ ਹੈ ਤੇ ਕੁਝ ਵੈਲ ਮੀਨਸ ਕਿ ਤੁਹਾਨੂੰ ਸਕੋਪ ਵਧੀਆ ਮਿਲਦਾ ਹੈ, ਤੁਸੀਂ ਆਪਣਾ ਗਰੋ ਕਰ ਸਕੋ ਬਿਜ਼ਨਸ ਨੂੰ ਐਕਸਪੋਨੈਂਸ਼ੀਅਲੀ। ਤੇ ਈਵਨ ਜੇਕਰ ਤੁਸੀਂ ਅਰਨਿੰਗ ਕੈਨੇਡਾ ਤੋਂ ਕਰ ਰਹੇ ਹੋ ਜਾਂ ਕਿਸੇ ਇੱਦਾਂ ਦੀ ਕੰਟਰੀ ਤੋਂ ਕਰ ਰਹੇ ਹੋ ਜਿੱਥੋਂ ਦੀ ਕਰੰਸੀ ਕਾਫੀ ਹਾਈ ਹੈ, ਤੇ ਜਦੋਂ ਪੈਸੇ ਮਲਟੀਪਲਾਈ ਹੋ ਜਾਂਦੇ ਨੇ ਤੇ ਕਾਫੀ ਹਿਊਜ ਅਮਾਊਂਟ ਬਣ ਜਾਂਦੀ ਹੈ, ਤੇ ਸੇਮ ਅਮਾਊਂਟ ਦੇ ਵਿੱਚ ਅਸੀਂ ਕੁਝ ਵੱਡਾ ਸੈਟਅਪ ਕਰ ਸਕਦੇ ਹਾਂ ਇੰਡੀਆ ਦੇ ਵਿੱਚ ਜਾਂ ਇੱਦਾਂ ਦੀ ਕੋਈ ਕੰਟਰੀ ਜਿਹਦੀ ਇਕੋਨਮੀ ਜਾਂ ਕਹਿ ਸਕਦੇ ਹਾਂ ਕੈਨੇਡਾ ਜਾਂ ਜਿੱਥੋਂ ਤੁਸੀਂ ਪ੍ਰੈਜ਼ੈਂਟ ਹੋ ਉੱਥੋਂ ਤੋਂ ਥੱਲੇ ਹੋਵੇ। ਤੇ ਕੈਨੇਡਾ ਦੇ ਵਿੱਚ ਥੋੜਾ ਕੰਪੀਟੀਟਿਵ ਹੋ ਸਕਦਾ ਹੈ ਕਿਉਂਕਿ ਕਾਫੀ ਐਕਸਪੈਂਸਿਵ ਹੈ ਜ਼ਮੀਨ ਲੈਣਾ, ਬਿਜ਼ਨਸ ਸੈਟਅਪ ਕਰਨਾ, ਤੇ ਥੋੜ੍ਹੀਆਂ ਚੈਲੰਜਿਸ ਆ ਸਕਦੇ ਨੇ, ਲੇਕਿਨ ਇੱਦਾਂ ਨਹੀਂ ਹੈ ਕਿ ਕੁਝ ਇੰਪੋਸੀਬਲ ਹੈ। ਸੋ ਐਵਰੀਥਿੰਗ ਇਜ਼ ਪੋਸੀਬਲ, ਵੇਅਰ ਦੇਰ ਇਜ਼ ਅ ਵਿਲ ਦੇਰ ਇਜ਼ ਅ ਵੇ। ਸੋ ਤੁਹਾਡਾ ਕੀ ਵਿਚਾਰ ਹੈ ਇਸ ਚੀਜ਼ ਦੇ ਉੱਪਰ? ਬਿਲਕੁਲ, ਮੇਰੀ ਆਪਣੀ ਪਰਸਨਲ ਪ੍ਰੈਫਰੈਂਸ ਜਿਹੜੀ ਆ ਹਮੇਸ਼ਾ ਇੰਡੀਆ ਹੀ ਰਿਹਾ ਆ ਔਨ ਦਾ ਬੇਸਿਸ ਆਫ ਇਨਵੈਸਟਮੈਂਟ। ਮੈਨੂੰ ਆਪ ਇਹਦਾ ਪਰਸਨਲੀ ਲੱਗਦਾ ਹੈ ਕਿ ਜੋ ਪੋਟੈਂਸ਼ੀਅਲ ਜੋ ਬਿਜ਼ਨਸ ਕ੍ਰੀਏਟ ਕਰਨ ਦਾ ਉੱਥੇ ਹੈਗਾ ਆ। ਕੈਨੇਡਾ ਦੇ ਵਿੱਚ ਇਸ ਤਰ੍ਹਾਂ ਆ ਕਿ ਹਰ ਇੱਕ ਚੀਜ਼ ਆਲਰੇਡੀ ਜਿਹੜੀ ਆ ਡਿਵੈਲਪਡ ਸਟੇਟਸ ਦੇ ਵਿੱਚ ਹੈਗੀ ਆ। ਸੋ ਤੁਸੀਂ ਜੋ ਵੀ ਦੇਖੋਗੇ ਕਿਸੇ ਵੀ ਸੈਕਟਰ ਦੀ ਆਪਾਂ ਜੇ ਗੱਲ ਕਰੀਏ ਉਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਰਸ਼ ਔਰ ਕੰਪੀਟੀਸ਼ਨ ਦਿਖੇਗਾ। ਨੋ ਡਾਊਟ ਹਰ ਜਗ੍ਹਾ ਦੇ ਵਿੱਚ ਆਪਣੀ ਹੈ ਨਾ ਤੁਸੀਂ ਜਾ ਕੇ ਥਾਂ ਬਣਾ ਸਕਦੇ ਜੇ, ਉਹ ਮਾਰਜਨ ਤੇ ਹਮੇਸ਼ਾ ਹੁੰਦਾ ਹੀ ਆ। ਪਰ ਇਹ ਆ ਕਿ ਮੈਨੂੰ ਇਹਦਾ ਲੱਗਦਾ ਹੈ ਕਿ ਇੰਡੀਆ ਜਿਹੜੀ ਬਹੁਤ ਵਧੀਆ ਆਪਸ਼ਨ ਹੈਗੀ ਆ ਕੋਈ ਵੀ ਚੀਜ਼ ਸਟਾਰਟ ਕਰਨ ਵਾਸਤੇ, ਕੋਈ ਕੰਪਨੀ ਸ਼ੁਰੂ ਕਰਨ ਵਾਸਤੇ। ਸੋ ਇੱਕ ਹੋਰ ਚੀਜ਼ ਤੁਸੀਂ ਦੇਖ ਸਕਦੇ ਜੇ ਮੇਰੇ ਲੈਫਟ ਸਾਈਡ ਡਾਲਰ ਆਵਾਂ, ਡਾਲਰ ਸਟੋਰ ਕੈਨੇਡਾ ਦਾ ਸਭ ਤੋਂ ਚੀਪ ਤੇ ਹਰ ਕੋਈ ਜਾਣਦਾ ਹੋਏਗਾ। ਕੁਝ ਵੀ ਤੁਹਾਨੂੰ ਡੇਲੀ ਯੂਟਿਲਿਟੀਜ਼ ਦਾ ਸਮਾਨ, ਖਾਣ ਪੀਣ ਦਾ, ਚਾਕਲੇਟ ਔਰ ਉਹਦੇ ਵਗੈਰਾ। ਨਾਲ ਤੁਸੀਂ ਦੇਖ ਰਹੇ ਹੋ ਮਾਮਾ ਜੀ ਹੋਰੀ ਔਰ ਮਾਮਾ ਜੀ ਵੀ ਲਾਗੇ ਖਲੋਤੇ ਨੇ, ਤਾਂ ਅਸੀਂ ਕੈਮਰਾ ਸ਼ਾਇਦ ਨਹੀਂ ਘੁਮਾ ਸਕਦੇ ਉਹਨਾਂ ਵੱਲ। ਸਾਨੂੰ ਆਪਣੇ ਕੋਲ ਬੁਲਾ ਨਾ ਲੈਣ। ਚੰਦਰਬੀਰ ਸਿੰਘ ਜੀ, ਤੁਸੀਂ ਕੁਝ ਖਾਣਾ ਚਾਹੋਗੇ ਕਿ ਅਸੀਂ ਘਰ ਨੂੰ ਜਾ ਰਹੇ ਹਾਂ ਸਿੱਧੇ? ਐਕਚੁਅਲੀ ਅਸੀਂ ਡੋਲਰਾਮਾ ਸਟੋਰ ਜਾਵਾਂਗੇ ਟੂ ਸਪੈਂਡ ਸਮ ਡਾਲਰਸ ਔਰ ਫਿਰ ਅਸੀਂ ਜਾਵਾਂਗੇ ਆਪਣੇ ਘਰ। ਸੋ ਆਈ ਗੈਸ ਅੱਜ ਅਸੀਂ ਜਿਹੜਾ ਇਹ ਵੀਡੀਓ ਲੌਗ ਹੈਗਾ ਆ, ਇਹ ਇੱਕ ਅਨਕਟ ਵੀਡੀਓ ਆ। ਆਪਾਂ ਫਸਟ ਟਾਈਮ ਟਰਾਈ ਕੀਤੀ ਆ ਔਰ ਅਸੀਂ ਇਹਨੂੰ ਉੱਥੇ ਹੀ ਵਾਈਂਡ ਅਪ ਕਰਾਂਗੇ ਔਰ ਤੁਹਾਨੂੰ ਅਸੀਂ ਬਾਹਰ ਨਿਕਲ ਕੇ ਡੋਲਰਾਮਾ ਦਿਖਾਉਂਦੇ ਆ ਔਰ ਫਿਰ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ ਗਾਇਸ। ਸੋ ਪੈਂਡੈਮਿਕ ਚੱਲ ਰਿਹਾ ਤੇ ਮਾਸਕ ਹੋਣਾ ਬਹੁਤ ਹੀ ਇੰਪੋਰਟੈਂਟ ਹੈ ਇੱਥੇ। ਇਫ ਨੋ ਮਾਸਕ ਦੈਨ ਆਈ ਗੈਸ ਤੁਹਾਨੂੰ ਕਾਫੀ ਲਾਈਕ ਹੈਪੀ ਟਿਕਟ ਮਿਲੇਗੀ ਬਿਲਕੁਲ, ਪੁਲਿਸ ਵਾਲਿਆਂ ਕੋਲੋਂ। ਤੁਹਾਨੂੰ ਐਂਟਰੀ ਨਹੀਂ ਦਿੱਤੀ ਜਾਏਗੀ ਕਿਸੇ ਵੀ ਐਸਟੈਬਲਿਸ਼ਮੈਂਟ ਦੇ ਵਿੱਚ। ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਇੱਦਾਂ ਪੁਲਿਸ ਫੋਰਸ ਦੀਆਂ ਗੱਡੀਆਂ ਕਿਤੇ ਵੀ ਪ੍ਰੈਜ਼ੈਂਟ ਹੁੰਦੀਆਂ ਨੇ। ਲਾਅ ਐਨਫੋਰਸਮੈਂਟ ਕਾਫੀ ਵਿੱਚ ਲਾਈਕ ਲਿਟਰਲੀ ਚੀਜ਼ਾਂ $1 ਦੀਆਂ ਨੇ, $2 ਦੀਆਂ ਨੇ ਔਰ ਬਹੁਤ ਹੀ ਵਧੀਆ ਮਤਲਬ ਹੈ ਨਾ, ਜੇ ਤੁਸੀਂ ਪੈਸੇ ਸੇਵ ਕਰਨਾ ਚਾਹੁੰਦੇ ਹੋ ਡੋਲਰਾਮਾ ਸਟੋਰ ਜਿਹੜਾ ਵਨ ਆਫ ਦਾ ਬੈਸਟ। ਔਰ
ਇੱਥੇ ਬਹੁਤ ਸਾਰੇ ਫੂਡ ਸਟੋਰਸ ਨੇ ਲਾਈਕ ਯੂ نو ਇੰਡੀਆ ਟਾਊਨ ਔਰ ਸ਼ਾਹੀ ਕੜਾਈ ਦਾ ਸਭ ਪਾਕਿਸਤਾਨੀ ਰੈਸਟੋਰੈਂਟ ਸਾਡਾ ਪਰਸਨਲ ਫੇਵਰੇਟ ਹੈਗਾ ਆ ਬੈਕ देयर ਔਰ ਸੋ ਆਈ ਗੈਸ ਅਸੀਂ ਇੱਥੇ ਹੀ ਆਪਣੀ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਉਹ ਫਿਨਿਸ਼ ਕਰਾਂਗੇ ਫਿਨਿਸ਼ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਜੀ ਸੋ ਗਾਇਜ਼ ਦੈਟ ਵਾਸ ਕੈਨੇਡਾ ਅੱਜ ਦਾ ਲੌਗ ਥੈਂਕ ਯੂ ਸੋ ਮਚ ਔਰ ਬਹੁਤ ਹੀ ਜਲਦ ਮਿਲਾਂਗੇ ਵਾਪਸ ਸਿਮਿਲਰ ਇਦਾਂ ਦੀਆਂ ਵੀਡੀਓਜ਼ ਲੈ ਕੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਹਰਵਿੰਦਰ ਸਿੰਘ ਰੰਧਾਵਾ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਮਿੱਤਰ ਚੰਦਨਵੀਰ ਸਿੰਘ ਘੁੰਮਣ। ਥੈਂਕ ਯੂ ਸੋ ਮਚ